ਪ੍ਰੋਬਲਮਾਂ ਤਾਂ ਆਉਂਦੀਆਂ ਹੀ ਆ ਯਾਰ, ਕਿਹੜੀ ਚੀਜ਼ ਕਿਹੜੀ ਫਸਲ 'ਚ ਨਹੀਂ ਆਉਂਦੀ। ਹਰ ਇੱਕ ਫਸਲ ਨੂੰ ਵਾਹ ਕੇ ਤਾਂ ਕੋਈ ਹੱਲ ਨਹੀਂ ਨਾ ਹੋਣਾ। ਝੋਨਾ ਨਹੀਂ ਚੱਲਿਆ ਝੋਨਾ ਵਾਹ ਦਿਓ, ਕੋਈ ਹੋਰ ਆਲੂ ਨਹੀਂ ਚੱਲਿਆ ਆਲੂ ਵਾਹ ਦਿਓ। ਜੇ 5 ਕੁਇੰਟਲ ਵੀ ਇਹ ਹੁੰਦੀ ਹੈ ਜੀ ਤਾਂ ਅੱਜ ਦੇ ਰੇਟ ਮੁਤਾਬਕ 60,000 ਰੁਪਏ ਦੀ ਹੈ, ਜਿਹਦੇ ਵਿੱਚ ਮੇਰਾ 18-20,000 ਰੁਪਇਆ ਖਰਚ ਹੁੰਦਾ। ਮੈਨੂੰ ਫੋਨ ਆਉਂਦਾ ਸੀ ਕਿ ਬਾਈ ਜੀ ਤੁਸੀਂ ਨਰਮਾ ਲਾ ਰਹੇ ਹੋ, ਗੁਲਾਬੀ ਸੁੰਡੀ ਤੋਂ ਡਰ ਨਹੀਂ ਲੱਗਦਾ। ਮੈਂ ਕਹਿੰਦਾ ਸੀ ਵੀ ਗੁਲਾਬੀ ਸੁੰਡੀ ਤਾਂ ਹੈਗੀ ਆ ਪਰ ਨਰਮੇ ਤੋਂ ਨਹੀਂ ਭੱਜ ਰਹੇ ਹੈਗੇ ਅਸੀਂ, ਤੇ ਰਿਸਕ ਵੀ ਸੀਗੀ ਵੀ ਖੇਤੀ ਆਪਾਂ ਨਰਮੇ ਦੀ ਛੱਡ ਤਾਂ ਸਕਦੇ ਨਹੀਂ, ਜੇ ਛੱਡਾਂਗੇ ਆਪਣੇ ਮੂੰਹ ਤੇ ਚਪੇੜ ਵੱਜਣੀ ਹੈ। ਆਪਾਂ ਦੇਣੀ ਤਾਂ ਖੁਰਾਕ ਸੀ, ਆਪਾਂ ਜ਼ੋਰ ਲਾਤਾ, ਆਪਾਂ ਜੇਬ ਖਾਲੀ ਕਰਾ ਲਈ, ਕੱਲੇ ਪੈਸਟੀਸਾਈਡ ਪਾ ਕੇ ਕੰਟਰੋਲ ਕਰਨਾ ਸੀ ਇਹਨੂੰ। ਵੀ ਮੈਂ ਪਾੜਵਾਈ ਨਹੀਂ ਦਿਖਾ ਰਿਹਾ ਹੈਗਾ, ਮੈਂ ਕਹਿ ਰਿਹਾ ਕਿ ਇਹਨੂੰ ਦੇਖ ਕੇ ਤੁਹਾਨੂੰ ਪੋਜ਼ਿਟਿਵਿਟੀ ਕ੍ਰੀਏਟ ਹੋ ਵੀ ਇੰਨੇ ਮਾੜੇ ਟਾਈਮ ਦੇ ਵਿੱਚ ਆਪਾਂ ਇਹ ਮਾੜੀ ਜ਼ਮੀਨ ਦੇ ਵਿੱਚ ਵੀ ਆਪਾਂ ਨਰਮਾ ਠੀਕ ਕਰ ਗਏ। ਉਹ ਟਰੈਪ ਲੱਗਿਆ ਹੋਇਆ, ਉਹਨੂੰ ਆਪਾਂ ਹਰ ਤੀਸਰੇ ਦਿਨ ਮੋਨੀਟਰ ਕਰਦੇ ਰਹਿੰਦੇ ਆ ਵੀ ਆਪਾਂ ਨੂੰ ਸਤਰਕ ਜੇ ਹੋ ਜਾਂਦੇ ਆ ਯਾਰ ਵੀ ਇਹ ਤਾਂ 15 ਦਿਨਾਂ ਨੂੰ ਘਸਮਾਨ ਪਾ ਦੂ ਜੇ ਆਪਾਂ ਨਾ ਅਵੇਅਰ ਹੋਏ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਨਰਮੇ ਦੇ ਖੇਤ ਦੇ ਵਿੱਚ ਅੱਜ ਖੜੇ ਹਾਂ ਤੇ ਤੁਸੀਂ ਇਸ ਤੋਂ ਪਹਿਲਾਂ ਜਦੋਂ ਕਿਤੇ ਮੈਨੂੰ ਨਰਮੇ ਦੇ ਖੇਤ ਦੇ ਵਿੱਚ ਖੜਿਆ ਦੇਖਿਆ ਤਾਂ ਅਕਸਰ ਉਹ ਕਿਸਾਨ ਭਰਾ ਇੱਕੋ ਗੱਲ ਕਹਿ ਰਿਹਾ ਹੁੰਦਾ ਕਿ ਬਾਈ ਸਾਡਾ ਤਾਂ ਨਰਮਾ ਜਿਹੜਾ ਖਤਮ ਆ, ਤਬਾਹ ਆ, ਤੇ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੁੰਦਾ ਕਿ ਮੁਆਵਜ਼ਾ ਦਿੱਤਾ ਜਾਵੇ ਤੇ ਮੈਂ ਤਾਂ ਆਪਦਾ ਨਰਮਾ ਜਿਹੜਾ ਵਾਹ ਰਿਹਾ। ਹੁਣ ਤੱਕ ਰਿਪੋਰਟਾਂ ਅਸੀਂ ਇਹੀ ਕਰੀਆਂ ਨੇ। ਉਦੋਂ ਦਿਲ ਨੂੰ ਦੁੱਖ ਵੀ ਹੁੰਦਾ ਸੀ ਜਦੋਂ ਅਜਿਹੇ ਕਿਸਾਨ ਦਾ ਫੋਨ ਆਉਂਦਾ ਸੀ ਤੇ ਫੋਨ ਤੋਂ ਬਾਅਦ ਕਿਸਾਨ ਭਰਾ ਕੋਲੇ ਜਾਣਾ ਵੀ ਪੈਂਦਾ ਸੀ। ਪਰ ਅੱਜ ਜਿਸ ਖੇਤ ਦੇ ਵਿੱਚ ਖੜੇ ਆ, ਇਹ ਪੰਜਾਬ ਦਾ ਹੀ ਖੇਤ ਆ, ਬਠਿੰਡੇ ਜ਼ਿਲ੍ਹੇ ਦਾ ਹੀ ਖੇਤ ਆ, ਤੇ ਨਰਮਾ ਕਿੱਥੋਂ ਤੱਕ ਆ ਤੁਸੀਂ ਦੇਖ ਲਓ। 6 ਫੁੱਟ ਦਾ ਬੰਦਾ ਇਸ ਨਰਮੇ ਦੇ ਵਿੱਚ ਲੁਕਦਾ ਆ। ਹੁਣ ਗੱਲ ਇਹ ਆ ਵੀ ਇੰਨੀ ਹਵਾ ਚੱਲੀ, ਇੰਨੀ ਹਨੇਰੀ ਵਗੀ ਵਾਇਰਸ ਦੀ, ਤੇ ਉਸ ਦੇ ਵਿੱਚ ਵੀ ਇਹ ਨਰਮਾ ਜਿਹੜਾ ਇਸ ਤਰ੍ਹਾਂ ਦੇ ਨਾਲ ਖੜਾ ਆ, ਝਾੜ ਇਹ ਨਰਮਾ ਦੇਊਗਾ, ਕਿਸਾਨ ਨੂੰ ਮੁਨਾਫਾ ਇਹ ਨਰਮਾ ਦੇਊਗਾ। ਤਾਂ ਫਿਰ ਹੁਣ ਗੱਲ ਇਹ ਆ ਕਿ ਭਾਈ ਇਹੋ ਜਿਹੀ ਕਿਹੜੀ ਬੂਟੀ ਇਸ ਨਰਮੇ ਦੇ ਵਿੱਚ ਆ, ਇਸ ਵਾਣ ਦੇ ਵਿੱਚ ਆ, ਜਾਂ ਇਹੋ ਜਿਹੀ ਕਿਹੜੀ ਸਪਰੇਅ ਹੋਰਾਂ ਤੋਂ ਲੁਕੋ ਕੇ ਇਸ ਵਾਣ ਦੇ ਵਿੱਚ ਕੀਤੀ ਗਈ ਆ ਕਿ ਭਾਈ ਹੋਰਾਂ ਦਾ ਤਾਂ ਕਿਸੇ ਦਾ ਨਰਮਾ ਜਿਹੜਾ ਹੈਗਾ ਉਹ ਨਹੀਂ ਹੋਇਆ, ਇਹ ਇਕੱਲਾ ਖੜਾ ਆ। ਇਸ ਦੇ ਬਾਬਤ ਗੱਲਬਾਤ ਕਰਾਂਗੇ। ਖੇਤ ਪ੍ਰਗਟ ਬਾਈ ਦਾ ਆ। ਬਾਈ ਪ੍ਰਗਟ ਦਾ ਜਦੋਂ ਫੋਨ ਆਉਂਦਾ ਆ ਕਿ ਬਾਈ ਸਾਡਾ ਨਰਮਾ ਦਿਖਾ ਕੇ ਜਾਓ, ਬਾਈ ਕਹਿੰਦੇ ਨੇ ਕਿ ਭਾਈ ਅਸੀਂ ਇਹ ਚੀਜ਼ ਦਿਖਾਉਣੀ ਆ, ਪੋਜ਼ਿਟਿਵਿਟੀ ਦਿਖਾਉਣੀ ਆ। ਤੇ ਇੱਕ ਆ ਵੀ ਕਿਸਾਨ ਆ ਬਾਈ ਜਿਹੜਾ ਨਰਮਾ ਕਰੀ ਬੈਠਾ ਆ ਆਪਦੀ ਮਿਹਨਤ ਦੇ ਨਾਲ। ਤਾਂ ਮੈਂ ਕਿਹਾ ਬਾਈ ਪ੍ਰਗਟ ਜ਼ਰੂਰ ਆਵਾਂਗੇ, ਪ੍ਰਗਟ ਵੀਰਾ ਸਾਡੇ ਨਾਲ ਆ, ਪ੍ਰਗਟ ਵੀਰੇ ਤੋਂ ਪੂਰੀ ਜਾਣਕਾਰੀ ਲਵਾਂਗੇ, ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚਾਵਾਂਗੇ। ਪ੍ਰਗਟ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਠੀਕ ਠਾਕ ਹੋ? ਤੁਸੀਂ ਮੇਰੇ ਪਹਿਲੇ ਬੋਲ ਤੇ ਤੁਸੀਂ ਹਾਜ਼ਰੀ ਲਵਾਈ, ਕਿਉਂਕਿ ਨਰਮੇ ਵਾਲੇ ਮੈਨੂੰ ਲੱਗਦਾ ਕਿਸਾਨ ਇੰਨੇ ਕੁ ਜ਼ਿਆਦਾ ਪਰੇਸ਼ਾਨ ਆ ਵੀ ਇਹਨਾਂ ਕੋਲੇ ਬਦਲ ਨਹੀਂ ਹੁੰਦਾ। ਬਿਲਕੁਲ। ਜੇ ਕਿਸੇ ਕੋਲੇ ਪਾਣੀ ਹੈਗਾ, ਝੋਨਾ ਲਾ ਵੀ ਲੈਣਗੇ ਤਾਂ ਉਹਨੇ 20 ਕੁਇੰਟਲ ਨਿਕਲ ਕੇ ਬੰਦ ਹੋ ਜਾਣਾ। ਬਿਲਕੁਲ ਠੀਕ ਹੈ। ਹਰ 6 ਮਹੀਨਿਆਂ ਬਾਅਦ ਕੋਈ ਨਵਾਂ ਬਦਲ ਲੱਭਣ ਦੀ ਤਿਆਰੀ ਹੋਣ ਲੱਗ ਜਾਂਦੀ ਹੈ। ਕਣਕ ਨਰਮੇ ਵਾਲੇ ਚਲੋ ਮਾੜੀ ਰਹਿੰਦੀ ਹੁੰਦੀ ਹੈ, ਬਿਲਕੁਲ, ਤੇ ਜਦੋਂ ਝੋਨਾ ਨਰਮਾ ਵਾਹ ਕੇ ਆਪਾਂ ਝੋਨੇ ਵਾਲੀ ਸਾਈਡ ਚਲੇ ਗਏ, ਬਿਲਕੁਲ, ਆਪਣੇ ਬੋਰ ਦਾ ਪਾਣੀ ਮਾੜਾ, ਤਾਂ ਜਿਹੜੀ ਮਿੱਟੀ ਦੀ ਹੈਲਥ ਬਣੀ ਸੀ ਉਹ ਤਾਂ ਗਈ ਸਾਰੀ। ਉਹ 'ਚ ਤਾਂ ਲੂਣ ਜਮ੍ਹਾਂ ਹੋਣ ਲੱਗ ਜਾਣਾ, ਸਾਲਟ ਜਮ੍ਹਾਂ ਹੋਣ ਲੱਗ ਜਾਣੇ। ਸੋ ਨਰਮੇ ਦੀ ਫਸਲ ਨੂੰ ਮੇਰੇ ਖਿਆਲ ਵੀ ਹੋਰ ਫਸਲਾਂ ਦੇ ਨਾਲ ਛੇਤੀ ਬਦਲਿਆ ਨਹੀਂ ਜਾ ਸਕਦਾ। ਜਿੱਥੇ ਪਾਣੀ ਦੀ ਕਮੀ ਹੈ, ਨਹਿਰੀ ਪਾਣੀ ਦੀ ਕਮੀ ਹੈ, ਚਲੋ ਮਾੜੇ ਬੀਜ ਆਏ ਆ, ਕਾਫੀ ਤਰ੍ਹਾਂ ਦਾ ਸਿਸਟਮ ਰਿਹਾ ਜਿਹਦੇ ਕਰਕੇ ਲੋਕਾਂ ਦੀ ਫਰਸਟ੍ਰੇਸ਼ਨ ਇੱਧਰਲੀ ਸਾਈਡ ਗਈ ਹੈ, ਤੇ ਉਸੇ ਫਰਸਟ੍ਰੇਸ਼ਨ ਨੇ ਲੋਕਾਂ ਦੀ, ਮੈਂ ਕਹਿੰਦਾ ਵੀ ਨੁਕਸਾਨ ਵੀ ਲੋਕਾਂ ਦਾ ਹੀ ਕਰਤਾ। ਬਿਲਕੁਲ। ਸਰਕਾਰਾਂ ਤਾਂ ਵਗਾਰਾਂ ਆਪਦੀ ਰਾਜਨੀਤੀ 'ਚ ਰੂਲਿੰਗਾਂ 'ਚ ਹੀ ਪਕਾ ਜਾਂਦੀਆਂ। ਮੰਤਰੀਆਂ ਨੇ ਆਪਦੇ ਕੰਮ ਕਢਾ ਜਾਣੇ ਹੁੰਦੇ 2 ਨੰਬਰ ਵਾਲੇ, ਕਿਸੇ ਤੋਂ ਕੋਈ 4 ਛਿੱਲੜ ਲੈ ਲਏ, ਕੰਪਨੀ ਨੂੰ ਕੰਮ ਕਰਨ ਵਾਸਤੇ ਦੇਤਾ। ਪਰ ਜਦੋਂ ਫਾਰਮਰ ਲੰਬੇ ਸੋਚ ਤੇ ਲੰਬੇ ਪਲਾਨ ਨਹੀਂ ਕਰਦੇ ਹੈਗੇ ਵੀ ਆਪਾਂ ਆਪਦੀ ਮਿੱਟੀ ਦੇ ਵਿੱਚ ਵਾਰੀ ਖੇਤੀ ਕਰਨੀ ਹੈ ਯਾਰ। ਮਿੱਟੀ ਆਪਣਾ ਸਰੀਰ, ਆਪਣੇ ਖੇਤ ਦਾ। ਬਿਲਕੁਲ। ਤੇ ਪਾਣੀ ਉਹਦਾ ਬਲੱਡ ਆ। ਜੇ ਬਲੱਡ ਮਾੜਾ ਹੈਗਾ, ਨਹਿਰੀ ਪਾਣੀ ਦੀ ਕਮੀ ਆ ਆਪਣੇ ਕੋਲੇ, ਤਾਂ ਆਪਾਂ ਉਹ ਸਰੀਰ ਨੂੰ ਵਿਗਾੜਨ ਤੇ ਥੋੜ੍ਹੀ ਆਪਾਂ ਕੰਮ ਕਰਾਂਗੇ। ਇੱਕ ਫਸਲ ਨਹੀਂ ਆਈ, ਕੁਦਰਤੀ ਮਾਰ ਪੈ ਗਈ, ਮਾੜੇ ਬੀਜ ਮਿਲ ਗਏ, ਤੇ ਆਪਾਂ ਮਾੜਾ ਡਿਸੀਜਨ ਨਹੀਂ ਕੋਈ ਛੇਤੀ ਲੈ ਸਕਦੇ। ਮੇਰੇ ਕੋਲੇ 7 ਕਿੱਲੇ ਨਰਮਾ ਸੀ, ਤੇ ਮੈਨੂੰ ਆ 2022 ਚੱਲ ਰਿਹਾ, ਤੇ ਮਾਰਚ ਦੇ ਵਿੱਚ ਹੀ ਫੋਨ ਆਉਣ ਲੱਗ ਗਏ ਸੀ, ਕਿਉਂਕਿ ਆਪਾਂ 5-6 ਸਾਲਾਂ ਤੋਂ ਵੀਡੀਓ ਪਾ ਰਹੇ ਹਾਂ, ਤੇ ਰਿਸਕ ਵੀ ਸੀਗੀ ਵੀ ਖੇਤੀ ਆਪਾਂ ਨਰਮੇ ਦੀ ਛੱਡ ਤਾਂ ਸਕਦੇ ਨਹੀਂ, ਜੇ ਛੱਡਾਂਗੇ ਆਪਣੇ ਮੂੰਹ ਤੇ ਚਪੇੜ ਵੱਜਣੀ ਹੈ। ਬਿਲਕੁਲ। ਵੀ ਕਿਤਾਬ ਵੀ ਲਿਖੀ, ਹਾਂ ਆਪਾਂ ਕਿਤਾਬ ਕਾਟਨ ਤੇ ਲਿਖੀ ਹੋਈ ਆ, ਉਹਦੇ ਸੈਲਫ ਐਕਸਪੀਰੀਅੰਸ ਲਿਖੇ ਹੋਏ ਆ। ਠੀਕ ਹੈ। ਦੇਖੋ ਸਾਇੰਟਿਸਟ ਕਾਟਨ ਦੇ ਵੀ ਹੈਗੇ ਆ। ਬਿਲਕੁਲ। ਮੈਨੂੰ ਲੱਗਦਾ ਨਹੀਂ ਵੀ ਉਹ ਆਪਦੇ ਖੇਤ 'ਚ ਖੁਦ ਖੇਤੀ ਕਰਦੇ ਹੋਣਗੇ, ਕਿਉਂਕਿ ਉਹਨਾਂ ਦਾ ਪੱਖ ਰਿਸਰਚ ਵਾਲਾ ਗਾ। ਉਹਨਾਂ ਨੇ ਇੱਕ ਪੱਖ 'ਤੇ ਹੀ ਕੰਮ ਕਰਨਾ ਹੁੰਦਾ।
ਹੋ ਸਕਦਾ ਉਹਨਾਂ ਤੋਂ ਖੇਤੀ ਨਾ ਵੀ ਹੋਵੇ, ਪਰ ਆਪਾਂ ਤਾਂ ਜ਼ਿਮੀਂਦਾਰਾਂ ਦੇ ਪੁੱਤ ਆ, ਆਪਣੇ ਤਾਂ ਖੂਨ 'ਚ ਆ ਖੇਤੀ। ਆਪਾਂ ਆਪਦੇ ਦਾਦੇ ਪੜਦਾਦੇ ਨੂੰ ਨਾਨਿਆਂ ਨੂੰ ਦੇਖ ਕੇ ਖੇਤੀ ਕਰਦੇ ਆ ਰਹੇ ਹਾਂ ਇੱਧਰਲੇ ਪਾਸੇ। ਆਪਾਂ ਨੂੰ ਸੁਧਾਰ ਦੀ ਲੋੜ ਸੀ, ਆਪਾਂ ਉਹ ਸੁਧਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਤਾਬ ਲਿਖੀ ਸੀ ਵੀ ਆਪਣੀਆਂ ਗਲਤੀਆਂ ਨੂੰ ਆਪਾਂ ਸਾਈਡ ਤੇ ਕੱਢ ਦਈਏ। ਜਿਵੇਂ ਕਹਿੰਦੇ ਆ ਵੀ ਲੱਸੀ 'ਚ ਕਈਆਂ ਨੂੰ ਛਿੱਦੀਆਂ ਨਹੀਂ ਪਸੰਦ ਹੁੰਦੀਆਂ ਤੇ ਕਈਆਂ ਨੂੰ ਛਿੱਦੀਆਂ ਹੀ ਪਸੰਦ ਹੁੰਦੀਆਂ, ਠੀਕ ਹੈ। ਜੇ ਆਪਾਂ ਉਹਨਾਂ ਨੂੰ ਅੱਡ ਅੱਡ ਕਰ ਲਈਏ ਤਾਂ ਦੋਨਾਂ ਦਾ ਕੰਮ ਮਸਲਾ ਹੱਲ ਹੋ ਜਾਂਦਾ ਹੈਗਾ। ਤੇ ਜਿਹੜੀਆਂ ਆਪਣੀਆਂ ਗਲਤੀਆਂ ਸੀਗੀਆਂ, ਕੁਤਾਹੀਆਂ ਸੀਗੀਆਂ, ਉਹਨਾਂ ਨੂੰ ਆਪਾਂ ਦੂਰ ਕਰਨ ਦੇ ਮਾਰਿਆਂ ਨੇ ਕਿਤਾਬ ਲਿਖੀ ਸੀ, ਜਿੱਤੇ ਆਪਾਂ ਚਲੋ ਆਪਦਾ ਕੰਮ ਕੀਤਾ। ਲੋਕਾਂ ਨੇ ਐਪਰੀਸ਼ੀਏਟ ਵੀ ਬਹੁਤ ਜ਼ਿਆਦਾ ਕੀਤਾ ਕਿਉਂਕਿ ਇਸ ਚੀਜ਼ ਦੀ ਲੋੜ ਸੀ। ਲੋਕ ਕਹਿੰਦੇ ਵੀ ਝੋਨੇ ਤੇ ਵੀ ਲਿਖੋ, ਹੋਰ ਚੀਜ਼ ਤੇ ਵੀ ਲਿਖੋ। ਆਪਾਂ ਲਿਖ ਵੀ ਰਹੇ ਹਾਂ ਹੌਲੀ ਹੌਲੀ, ਕਿਉਂਕਿ ਟਾਈਮ ਤਾਂ ਲੱਗਦਾ ਉਸ ਚੀਜ਼ ਤੇ। ਆਪਾਂ ਉਸ ਚੀਜ਼ ਨੂੰ ਇੱਕ ਲੜੀਬੱਧ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਨਰਮੇ ਦੀ ਫਸਲ ਆ ਜਿਹੜੀ, ਮੈਨੂੰ ਫੋਨ ਆਉਂਦਾ ਸੀ ਕਿ ਬਾਈ ਜੀ ਤੁਸੀਂ ਨਰਮਾ ਲਾ ਰਹੇ ਹੋ, ਅੱਛਾ ਜੀ, ਗੁਲਾਬੀ ਸੁੰਡੀ ਤੋਂ ਡਰ ਨਹੀਂ ਲੱਗਦਾ। ਮੈਂ ਕਹਿੰਦਾ ਸੀ ਵੀ ਗੁਲਾਬੀ ਸੁੰਡੀ ਤਾਂ ਹੈਗੀ ਆ, ਪਰ ਨਰਮੇ ਤੋਂ ਨਹੀਂ ਭੱਜ ਰਹੇ ਹੈਗੇ ਅਸੀਂ। ਸਾਡਾ ਵੀ ਕਿਉਂਕਿ ਘਰੇ ਰਾਏ ਬਣ ਗਈ ਸੀਗੀ ਵੀ ਆਪਾਂ ਸੋਲਰ ਲਵਾ ਲੈਂਦੇ ਹਾਂ, ਤੇ ਆਪਾਂ ਵੀ ਆਪਣਾ 7 ਕਿੱਲਿਆਂ ਦੇ ਵਿੱਚੋਂ, ਕਿਉਂਕਿ ਕੁਛ ਟਿੱਬੇ ਦਾ ਬਾਣ ਕਰਾਇਆ ਹੋਇਆ ਪਹਿਲਾਂ ਟਾਈਮ 35 11 ਟਰੈਕਟਰ ਨਾਲ ਕਰਾ ਕੇ। ਕੋਈ ਬਾਣ ਇਹ ਮੇਰਾ ਐਕਸੀਲੈਂਟ ਨਹੀਂ ਹੈਗਾ, ਕਿਉਂਕਿ ਜੇ ਕੋਈ ਉਹ ਵੀ ਨਹੀਂ ਵੀ ਬਹੁਤਾ ਬੰਦਾ ਕਹਿੰਦੇ ਵੀ ਅੱਜ ਇਹ ਖੜਾ 6-6 ਫੁੱਟ ਨਰਮਾ ਕਰੀਦਾ, ਬਹੁਤੇ ਚੰਗੇ ਬਾਣ ਚ ਬਹੁਤਾ ਚੰਗਾ ਨਹੀਂ। ਇਹੀ ਖਾਸੀਅਤ ਆ ਕਿ ਨਰਮੇ ਵਾਲੇ ਬਾਣ ਜੇ ਦਰਮਿਆਨੇ ਵੀ ਹੈਗੇ ਆ ਨਾ, ਤੁਸੀਂ ਚੰਗਾ ਮੈਨੇਜਮੈਂਟ ਕੀਤਾ ਹੋਇਆ, ਫਸਲਾਂ ਦਾ ਅਦਲ ਬਦਲ ਰੱਖਦੇ ਹੋ, ਰੂੜੀ ਪਾਉਂਦੇ ਰਹਿੰਦੇ ਹੋ, ਉਹ ਚੀਜ਼ਾਂ ਜਿਹੜੀਆਂ ਖੇਤ ਦੇ ਵਿੱਚ ਨੇੜੇ ਵੀ ਨਹੀਂ ਲਿਆਉਣੀਆਂ ਚਾਹੁੰਦੀਆਂ ਤੇ ਤੁਸੀਂ ਉਹਨੂੰ ਕਦੇ ਵਰਤਦੇ ਨਹੀਂ ਹੈਗੇ। ਤਾਂ ਜਿਹੜੀ ਖੇਤ ਦੀ ਆਟੋਮੈਟਿਕ ਕੁਦਰਤ ਨੇ ਕੰਮ ਕਰਨਾ, ਤੁਸੀਂ ਉਹਦੇ ਕੰਮ ਦੇ ਵਿੱਚ ਵਾਧਾ ਨਹੀਂ ਦਿੰਦੇ ਹੈਗੇ, ਤਾਂ ਕੁਦਰਤ ਨੇ ਤਾਂ ਬਸ਼ਰਮ ਹੁੰਦੀ ਹੈ, ਕੁਦਰਤ ਉਹਨੇ ਕੰਮ ਕਰਦੇ ਰਹਿਣਾ। ਇਹ ਬੰਦੇ ਨੂੰ ਲੱਗਦਾ ਹੁੰਦਾ ਵੀ ਮੈਂ ਜੀ ਐਕਤੀ ਇੰਨਾ ਝਾੜ ਕੱਢ ਲਿਆ ਤੇ ਐਕਤੀ ਮੇਰਾ ਕੁਦਰਤ ਨੇ ਨੁਕਸਾਨ ਕਰਤਾ। ਕੁਦਰਤ ਲੰਮੇ ਟਰਮ ਦੇ ਵਿੱਚ ਕੰਮ ਕਰਦੀ ਹੈ ਹਮੇਸ਼ਾ। ਤੇ ਆਪਾਂ ਵੀ ਜਿਹੜਾ ਕੰਮ ਕਰ ਰਹੇ ਸੀ ਉਹ ਆਪਾਂ ਇਸੇ ਤਰੀਕੇ ਨਾਲ ਹੀ ਕਰ ਰਹੇ ਸੀ ਵੀ ਆਪਣਾ ਯਾਰ ਜਿੱਥੇ ਆਪਾਂ ਚੱਲ ਰਹੇ ਹਾਂ, ਆਪਣੀ ਮਾੜੀ ਜ਼ਮੀਨ ਦੇ ਕਰਕੇ ਵੀ ਆਪਾਂ ਬਹੁਤ ਤਕੜੇ ਲੈਵਲ ਤੇ ਚੱਲ ਰਹੇ ਹਾਂ ਵੀ ਆਪਾਂ 14-13 ਕੁਆਂਟਲ ਤੱਕ ਵੀ ਆਪਾਂ ਨਰਮਾ ਲਿਆ ਕਿਸੇ ਟਾਈਮ। ਤੇ ਜਾਂ ਤਾਂ ਆਪਣਾ ਵੀ ਉਹ ਝਾੜ ਨਾ ਥੱਲੇ ਆਵੇ, ਤੇ ਜਾਂ ਆਪਣਾ ਖਰਚ ਨਾ ਵਧੇ, ਤੇ ਜਾਂ ਆਪਣੀ ਮਿੱਟੀ ਦੀ ਸਿਹਤ ਨਾ ਘੱਟ ਕਮਜ਼ੋਰ ਹੋਵੇ। 3 ਪਹਿਲੂਆਂ ਤੇ ਕੰਮ ਕਰ ਰਹੇ ਸੀ, ਉਸੇ ਮੱਦੇ ਨਜ਼ਰ ਹੀ ਆਪਾਂ ਬੁੱਕ ਲਿਖੀ ਸੀ। ਤੇ ਮੈਨੂੰ ਲੱਗਦਾ ਵੀ ਉਹਨਾਂ ਪਹਿਲੂਆਂ ਤੇ ਆਪਾਂ ਸਹੀ ਕੰਮ ਕਰ ਰਹੇ ਸੀ, ਤਾਂ ਅੱਜ ਦੇ ਟਾਈਮ ਵੀ ਇਹ ਫਸਲ ਆਪਾਂ ਨੂੰ ਰਿਸਪੌਂਸ ਦੇ ਰਹੀ ਹੈ। ਕਿਉਂਕਿ ਗੁਲਾਬੀ ਸੁੰਡੀ ਨਹੀਂ, ਸਮੱਸਿਆਵਾਂ ਤਾਂ ਬਹੁਤ ਜ਼ਿਆਦਾ ਹੈ ਜੀ। ਤੁਸੀਂ ਗੁਲਾਬੀ ਸੁੰਡੀ ਨੂੰ ਕੰਟਰੋਲ ਕਰ ਲਓਗੇ, ਮੰਨ ਲਓ ਵੀ ਤੁਸੀਂ ਕੋਈ ਇੱਥੇ ਹਥਿਆਰ ਵਰਤ ਲਏ ਜਿਹਦੇ ਨਾਲ ਗੁਲਾਬੀ ਸੁੰਡੀ ਕੰਟਰੋਲ ਹੋ ਗਈ, ਫਸਲ ਤੇ ਮੱਛਰ ਨਾਲ ਵੀ ਮਰ ਸਕਦੀ ਹੈ, ਫਸਲ ਤੇ ਬਾਰਿਸ਼ ਨਾਲ ਵੀ ਮਰ ਸਕਦੀ ਹੈ, ਫਸਲ ਤਾਂ ਤੁਹਾਡੀ ਕਿਸੇ ਗਲਤ ਸਪਰੇਅ ਓਵਰਡੋਜ਼ ਨਾਲ ਵੀ ਮਰ ਸਕਦੀ ਹੈ, ਠੀਕ ਹੈ। ਹਰ ਇੱਕ ਐਂਗਲ ਤੋਂ ਤੁਹਾਨੂੰ ਫਸਲ ਬਾਰੇ ਸੋਚਣਾ ਪਊਗਾ। ਤੁਹਾਡਾ ਮਕਸਦ ਇਹ ਨਹੀਂ ਹੈਗਾ ਕਿ ਮੈਂ ਕੁਛ ਪਾਵਾਂ ਤੇ ਫਸਲ ਹਰੀ ਭਰੀ ਹੋ ਜੇ ਤੇ ਮਿੰਟਾਂ ਘੰਟਿਆਂ ਦੇ ਵਿੱਚ ਹੀ ਰਿਜ਼ਲਟ ਆ ਜੇ, ਤੇ ਉਹਦੇ ਚੱਕਰ ਦੇ ਵਿੱਚ ਮੈਂ ਉਹਨੂੰ ਦੂਰੀ ਯਾਰ ਵੀ ਵਰਤ ਲਾਂ ਤੇ 15 ਕੁ ਦਿਨਾਂ ਬਾਅਦ ਫਸਲ ਕਹਦੇ ਵੀ ਤੂੰ ਬਸ ਇੱਥੇ ਆਉਣ ਜੋਗਾ ਤਾਂ ਹੈ ਨਹੀਂ। ਸਾਈਡ ਇਫੈਕਟ ਹੈਗਾ ਜੀ, ਤੁਸੀਂ ਦੇਖੋ ਵੀ ਮੇਰਾ ਸਿਰ ਦੁਖ ਰਿਹਾ, ਤੇ ਜੇ ਉਹ ਨਾਰਮਲ ਕਿਸੇ ਮਤਲਬ ਦੋ ਤਰੀਕੇ ਨਾਲ ਉਹ ਹਟ ਜਾਂਦਾ ਹੈਗਾ, ਮੰਨ ਲਓ ਸਕੰਜਵੀ ਪੀ ਕੇ ਠੀਕ ਹੋ ਜਾਂਦਾ, ਮੰਨ ਲਓ ਇੱਕ ਐਗਜ਼ਾਮਪਲ ਆ, ਤਾਂ ਮੈਨੂੰ ਉਹਦੇ ਕੰਮ ਕਰਨਾ ਚਾਹੀਦਾ। ਜੇ ਉਹ ਨਹੀਂ ਸੀਰੀਅਸ ਗੱਲ ਆ ਤਾਂ ਮੈਂ ਥੋੜੀ ਜਿਹੀ ਕੋਈ ਮੈਡੀਸਨ ਲਊਂਗਾ। ਇਹਦਾ ਮਤਲਬ ਇਹ ਥੋੜੀ ਮੈਂ ਟਰਾਮਾਡੋਲ ਦਾ ਟੀਕਾ ਹੀ ਲਾ ਲੂੰ ਚੱਕ ਕੇ, ਠੀਕ ਹੈ। ਫਸਲ ਦੇ ਉੱਤੇ ਆਪਾਂ ਜਮਾਂ ਵੀ ਲਿਹਾਜ਼ ਨਹੀਂ ਕਰਦੇ ਹੈਗੇ ਉਹ ਸਪਰੇਹਾਂ, ਕਿਉਂਕਿ ਹਰ ਇੱਕ ਸਪਰੇਅ ਦੀ ਇੱਕ ਨੈਗੇਟਿਵਿਟੀ ਹੁੰਦੀ ਹੈ। ਇਹ ਅਸਲ ਦੇ ਵਿੱਚ ਸਪਰੇਹਾਂ ਕਿਸੇ ਹੋਰ ਗ੍ਰਹਿ ਤੋਂ ਤਾਂ ਨਹੀਂ ਆਈਆਂ, ਕੈਮੀਕਲ ਹੈਗੇ ਆ, ਮੈਨ ਮੇਡ ਆ ਗਏ। ਤੇ ਜਿਹੜੇ ਸਾਇੰਟਿਸਟ ਹੁੰਦੇ ਆ ਉਹ ਵੀ ਕੁਦਰਤ ਦੇ ਵਿੱਚੋਂ ਹੀ, ਕੁਦਰਤ ਦੇ ਕਿਸੇ ਖਾਸ ਅੰਗ ਤੋਂ ਇਹ ਬਿਜ਼ਨਸ ਕਲਾਸ ਉਹਨਾਂ ਤੋਂ ਕੰਮ ਕਰਾਉਂਦੀ ਹੈ। ਬਿਲਕੁਲ ਕਿ ਮੰਨ ਲਓ ਇੱਥੇ ਤੇਲਾ ਬਹਿ ਕੇ ਰਸ ਚੂਸ ਰਿਹਾ, ਤੁਸੀਂ ਕੋਈ ਸਪਰੇਅ ਕਰਤੀ, ਉਹ ਰਸ ਚੂਸੇਗਾ, ਤੇਲਾ ਮਰ ਜਾਏਗਾ, ਤਾਂ ਰਸ ਨਹੀਂ ਚੂਸਿਆ ਜਾਣਾ। ਇਹ ਇੱਕ ਇਨਡਾਇਰੈਕਟ ਤਰੀਕਾ ਉਸ ਨੂੰ ਕੰਮ ਕਰਾਉਣ ਦਾ। ਇੱਕ ਬਿਜ਼ਨਸ ਕਲਾਸ ਨੇ ਦੇਖ ਲਿਆ ਵੀ ਜਿਹੜੀ ਸੁਸਾਇਟੀ ਦੇ ਵਿੱਚ ਇਸ ਚੀਜ਼ ਦੀ ਲੋੜ ਆ, ਲੋਕਾਂ ਨੂੰ ਇਹ ਚੀਜ਼ ਚਾਹੀਦੀ ਆ। ਅਸਲ ਦੇ ਵਿੱਚ ਲੋਕਾਂ ਨੂੰ ਕਲਚਰਲ ਪ੍ਰੈਕਟਿਸ ਚਾਹੀਦੀ ਸੀਗੀ, ਉਹਨੂੰ ਸੋਧਣ ਦੀ ਲੋੜ ਸੀ ਵੀ ਯਾਰ ਵੀ ਇਹ ਇਨਸੈਕਟ ਆਉਂਦਾ ਜਾਂ ਤਾਂ ਇਹਦਾ ਰਸ ਵੱਧ ਬਣ ਜੇ ਜਾਂ ਇਹ ਚੂਸੇ ਘੱਟ, ਠੀਕ ਹੈ। ਮਤਲਬ ਬੂਟੇ ਨੂੰ ਉਹ ਨਾ ਕਰੇ। ਜਿਵੇਂ ਡਾਕਟਰ ਸੁਰਿੰਦਰ ਦਲਾਲ ਜੀ ਨੇ ਬੜਾ ਸੋਹਣਾ ਕੰਮ ਕੀਤਾ ਸੀ ਕਿ ਤੁਸੀਂ ਜਿੰਨੀ ਖੁਰਾਕ ਇਹਦੀ ਖਾ ਰਿਹਾ ਹੈਗਾ ਮੱਛਰ, ਤੇਲਾ, ਚੇਪਾ, ਜੂੰ ਜੋ ਵੀ ਲੱਗਿਆ ਹੋਇਆ ਇਹਨੂੰ ਖੁਰਚ ਕੇ ਖਾਣ ਵਾਸਤੇ, ਤੁਸੀਂ ਉਨੀ ਕੁ ਖੁਰਾਕ ਦਿੰਦੇ ਰਹੋ। ਹਰ 5-7 ਦਿਨਾਂ ਬਾਅਦ ਖੁਰਾਕ ਦਾ ਪ੍ਰਬੰਧ ਕਰਦੇ ਰਹੋ। ਆਪਾਂ ਵੀ ਤਾਂ ਕਰਦੇ ਹਾਂ, ਆਪਾਂ ਸੁਬਾਹ ਵੀ ਖਾਂਦੇ ਹਾਂ, ਦੁਪਹਿਰੇ ਵੀ ਖਾਂਦੇ ਹਾਂ, ਸ਼ਾਮ ਨੂੰ ਵੀ ਖਾਂਦੇ ਹਾਂ। ਵਿਆਹ ਸ਼ਾਦੀਆਂ 'ਚ ਤਾਂ ਲੋਕ 5-5 ਘੰਟੇ ਲਗਾਤਾਰ ਖਾਂਦੇ ਆ, ਠੀਕ ਹੈ। ਤੇ ਖੇਤ ਬਾਰੇ ਨਹੀਂ ਆਪਾਂ ਇਹ ਸੋਚਦੇ ਹੈਗੇ। ਬਹੁਤੇ ਬੰਦੇ ਕਹਿੰਦੇ ਆ ਵੀ ਯਾਰ ਪੋਟਾਸ਼ ਦੀ ਘਾਟ ਆ ਗਈ ਤੇ ਪੋਟਾਸ਼ ਦੀ ਸਪਰੇਅ ਕਰ ਦਿਓ, ਜਾਂ ਕਹਿੰਦੇ ਵੀ ਪੋਟਾਸ਼ ਦੀ ਲੋੜ ਉਦੋਂ ਹੁੰਦੀ ਆ ਜਦੋਂ ਟੀਂਡਾ ਬਣਦਾ ਹੈਗਾ। ਤੁਸੀਂ ਦੇਖੋ ਪੋਟਾਸ਼ ਦੇ ਨਾਲ ਜੇ 10 ਕੰਮ ਹੁੰਦੇ ਆ ਤਾਂ ਜਦੋਂ ਬੂਟਾ ਉੱਗ ਰਿਹਾ ਸੀਗਾ ਉਹਦੀ ਕੰਮ ਤਾਂ ਸ਼ੁਰੂ ਹੋ ਗਿਆ ਸੀ ਨਾ। ਇਹਦਾ ਮਤਲਬ ਇਹ ਤਾਂ ਹੈ ਨਹੀਂਗਾ ਵੀ ਜਿਹੜਾ ਟੀਂਡਾ ਹੁਣ ਆਹ ਮਤਲਬ ਫੁੱਲ ਬੂਕੀ ਲੱਗੀ ਹੋਈ ਹੈ ਜਾਂ ਆਹ ਟੀਂਡਾ ਬਣਿਆ ਹੋਇਆ ਵੀ ਇਹ ਕੋਈ 12-15 ਦਿਨਾਂ ਦੇ ਵਿੱਚ ਬੂਟੇ ਨੇ ਡਿਸੀਜਨ ਲਿਆ। ਇਹ ਜਿੱਦਣ ਦਾ ਜੰਮਿਆ ਉਦੋਂ ਦੀ ਪਲੈਨਿੰਗ ਕਰਨ ਤੇ ਲੱਗਿਆ ਹੋਇਆ ਇਹ।
ਬਿਲਕੁਲ ਵੀ ਮੈਨੂੰ ਇਹ ਕਲਾਈਮੇਟ ਚਾਹੀਦਾ, ਇਦਾਂ ਦੀ ਮੈਨੂੰ ਰੁੱਖਾਪਣ ਚਾਹੀਦਾ, ਹਵਾ ਵਿੱਚ ਚਾਹੀਦਾ, ਮੈਨੂੰ ਖੁਸ਼ਕੀ ਚਾਹੀਦੀ ਹੈ, ਮੈਨੂੰ ਤਰੌਤੀ ਚਾਹੀਦੀ ਹੈ, ਮੈਨੂੰ ਯੂਰੀਆ ਚਾਹੀਦਾ ਜਾਂ ਹੋਰ ਚੀਜ਼ਾਂ ਚਾਹੀਦੀਆਂ ਹੈਗੀਆਂ। ਤਾਂ ਉਹ ਬੂਟੇ ਦੀ ਪਲੈਨਿੰਗ ਸੀਗੀ, ਤੁਸੀਂ ਜਿਹੜੀ ਉਹਦੀ ਪੂਰਤੀ ਕਰੀ ਗਏ ਹੋ ਉੱਦਾਂ ਦੇ ਰਿਜ਼ਲਟ ਆਈ ਗਏ ਆ। ਮੰਨ ਲਓ ਤੁਹਾਡੀ ਫੁੱਲ ਬੂਟੀ ਡਿੱਗ ਰਹੀ ਹੈਗੀ ਹੈ, ਫੁੱਲ ਬੂਟੀ ਡਿੱਗ ਰਹੀ ਹੈਗੀ ਹੈ, ਜਾਂ ਅਗਰ ਤੁਹਾਡੀ ਉਸ ਸਮੱਸਿਆ ਨੂੰ ਸਮਝਣ ਦੀ ਤਰੀਕਾ ਹੀ ਸਹੀ ਨਹੀਂ ਹੈਗਾ, ਉਹ ਸਮੱਸਿਆ ਹੀ ਨਹੀਂ ਸਮਝ ਆ ਰਹੀ, ਫਿਰ ਹੱਲ ਤਾਂ ਸਹੀ ਹੋ ਹੀ ਨਹੀਂ ਸਕਦਾ ਵੀਰੇ। ਬਿਲਕੁਲ ਕਿਉਂਕਿ ਤੁਹਾਨੂੰ ਪ੍ਰੋਬਲਮ, ਮੰਨ ਲਓ ਤੁਹਾਡਾ ਸਿਰ ਦੁਖ ਰਿਹਾ ਤੇ ਦਵਾਈ ਤੁਸੀਂ ਜ਼ਖਮਾਂ ਨੂੰ ਸਹੀ ਕਰਨ ਵਾਲੀ ਲੈ ਰਹੇ ਹੋ, ਤਾਂ ਉਹ ਸਾਈਡ ਇਫੈਕਟ ਕਰੇਗੀ ਬੋਡੀ ਤੇ, ਟਾਈਮ ਵੀ ਖਰਾਬ ਕਰੇਗੀ। ਇੱਕ ਚੀਜ਼ ਹੋਰ ਸੋ, ਜਿਵੇਂ ਮੈਂ ਪਹਿਲਾਂ ਦੀ ਗੱਲ ਕਰੀ ਆ ਵੀ ਪ੍ਰੋਬਲਮਸ ਤਾਂ ਉਹ ਇਸ ਖੇਤ ਦੇ ਵਿੱਚ ਵੀ ਆਈਆਂ ਹੋਣਗੀਆਂ, ਕੋਈ ਇਹ ਤਾਂ ਹੈ ਨਹੀਂ ਵੀ ਇਹ ਖੇਤ ਰਹਿਤਾ ਪਤਾ ਨਹੀਂ ਕੀ ਕੁਛ ਇਹਦੇ ਵਿੱਚ ਆਲੇ ਦੁਆਲੇ ਜਾਲ ਲੱਗਿਆ ਵੀ ਇਹ 'ਚ ਨਹੀਂ ਆਈਆਂ ਹੋਣਗੀਆਂ। ਪ੍ਰੋਬਲਮ ਤਾਂ ਇਹ ਖੇਤ 'ਚ ਵੀ ਉਸ ਵੇਲੇ ਆਈਆਂ ਹੋਣਗੀਆਂ ਜਦੋਂ ਪੂਰੀ, ਜਿਵੇਂ ਮੈਂ ਕਿਹਾ ਮਾਰਚ ਸੀ, ਪੂਰੀ ਹਨੇਰੀ ਉਸ ਚੀਜ਼ ਦੀ ਵਾਇਰਸ ਦੀ ਚੱਲੀ ਸੀ। ਦੇਖੋ ਮੈਂ ਬਹੁਤ ਟਾਈਮ ਤੋਂ ਦੇਖ ਰਿਹਾ, ਮੈਂ ਜਦੋਂ ਐਗਰੀਕਲਚਰ ਚੈਨਲ ਬਣਾਇਆ ਸੀ ਨਾ, ਇਹ ਉਹਦਾ ਮੋਟਿਵ ਵੀ ਇਹ ਸੀਗਾ ਵੀ ਨਾਲ ਤਾਂ ਸਿੱਖਾਂਗੇ ਤੇ ਆਪਾਂ ਜਦੋਂ ਵੀਡੀਓ ਬਣਾਈ ਚੱਲਾਂਗੇ, ਠੀਕ ਹੈ। ਇੱਕ ਰਿਕਾਰਡ ਵੱਧ ਕੰਮ ਹੋਈ ਜਾਊਗਾ, ਜੇ ਕਿਸੇ ਨੂੰ ਚੰਗੀ ਲੱਗੂ ਤਾਂ ਦੇਖ ਲਿਆ ਕਰੂਗਾ, ਮੈਥੋਂ ਵੱਧ ਸਿਆਣਾ ਹੋਊ ਮੈਨੂੰ ਸਿਖਾ ਜੂਗਾ, ਮੈਥੋਂ ਘੱਟ ਸਿਆਣਾ ਹੋਇਆ ਤਾਂ ਮੈਥੋਂ ਸਿੱਖ ਲੂਗਾ। ਹੁਣ ਵੀ ਇਹੀ ਭੁੱਖ ਦੇ ਨਾਲ ਆਪਾਂ ਜਿਉਣੇ ਆ। ਤੇ ਬੂਟੇ ਦੇ ਵਿੱਚ ਮੰਨ ਲਓ ਪ੍ਰੋਬਲਮਾਂ ਤਾਂ ਆਉਂਦੀਆਂ ਹੀ ਆ ਯਾਰ, ਕਿਹੜੀ ਚੀਜ਼ ਕਿਹੜੀ ਫਸਲ 'ਚ ਨਹੀਂ ਆਉਂਦੀ। ਹਰ ਇੱਕ ਫਸਲ ਨੂੰ ਵਾਹ ਕੇ ਤਾਂ ਕੋਈ ਹੱਲ ਨਹੀਂ ਨਾ ਹੋਣਾ। ਬਿਲਕੁਲ ਝੋਨਾ ਨਹੀਂ ਚੱਲਿਆ ਝੋਨਾ ਵਾਹ ਦਿਓ, ਕੋਈ ਹੋਰ ਆਲੂ ਨਹੀਂ ਚੱਲਿਆ ਆਲੂ ਵਾਹ ਦਿਓ, ਠੀਕ ਹੈ। ਕਣਕ ਨਹੀਂ ਹੋਈ ਕਣਕ ਪੀਲੀ ਪੈ ਗਈ ਉਹ ਵਾਹ ਦਿਓ, ਨਰਮਾ ਵਾਹ ਦਿਓ। ਵਾਹੁਣਾ ਤਾਂ ਹੀ ਨਹੀਂ, ਆਪਾਂ ਇੱਕ ਕੋਈ ਹੱਲ ਵੱਲ ਤਾਂ ਨਹੀਂ ਵੱਧ ਰਹੇ, ਆਪਾਂ ਤਾਂ ਖੁਦ ਦਾ ਜਿਹੜਾ ਖਰਚਾ ਕੀਤਾ ਉਹਦੀ ਰਿਕਵਰੀ ਵੀ ਨਹੀਂ ਹੋ ਰਹੀ ਹੈਗੀ। ਤੇ ਜੇ ਮੰਨ ਲਓ ਝੋਨੇ ਨਰਮੇ ਵਾਲੇ ਵਾਂਝ ਸਮਾਨ ਪਾਇਆ ਸੀਗਾ, ਕੋਈ ਤਾਕਤਵੰਦ ਕੰਮ ਕੀਤਾ ਸੀ, ਨਰਮੇ ਦੀ ਮਿੱਟੀ, ਖੇਤ ਦੀ ਮਿੱਟੀ ਵਧੀਆ ਬਣੀ ਹੋਈ ਹੈ, ਉਹਨੂੰ ਵਾਹ ਕੇ ਤੁਸੀਂ ਝੋਨਾ ਲਾ ਰਹੇ ਹੋ, ਤੁਸੀਂ ਰੀਸਟਾਰਟ ਕਰ ਰਹੇ ਹੋ। ਫਾਰਮਰ ਦੀ ਮਾਈਂਡ ਸੈਟ ਆ, ਤੁਹਾਨੂੰ ਰੀਸੈਟ ਆਪਾਂ ਫੋਨ ਵਗੈਰਾ ਇਲੈਕਟ੍ਰੀਕਲ ਡਿਵਾਈਸ ਕਰ ਸਕਦੇ ਹਾਂ, ਰੀਸੈਟ ਆਪਾਂ ਖੇਤ ਨੂੰ ਰੀਸੈਟ ਕਿੱਦਾਂ ਕਰ ਸਕਦੇ ਹੋ। ਖੇਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੰਟੈਮੀਨੇਸ਼ਨ ਆ, ਇਕੱਲੀ ਮਿੱਟੀ ਨਹੀਂ ਹੈਗੀ ਇੱਥੇ ਪਤਾ ਨਹੀਂ ਕਿੰਨੇ ਕੁ ਸੂਖਮ ਜੀਵ ਆ, ਕਿੰਨੇ ਕੁ ਮਾਈਕਰੋਬਸ ਨੇ, ਕਿੰਨੇ ਕੁ ਨਿਊਟਰੀਐਂਟ ਨੇ। ਤੁਹਾਨੂੰ 17 ਹਜੇ ਤੱਕ ਸਾਇੰਸ ਨੇ ਦੱਸਿਆ ਵੀ 17 ਚਾਹੀਦੇ ਆ, ਹੋ ਸਕਦਾ ਇਹਨੂੰ 250 ਚਾਹੀਦਾ ਹੋਵੇ, ਹੋ ਸਕਦਾ ਇਹਨੂੰ ਹਵਾ 'ਚੋਂ ਵੀ ਬਹੁਤ ਸਾਰਾ ਨਿਊਟ੍ਰੀਸ਼ਨ ਮਿਲਦਾ ਹੋਵੇ, ਠੀਕ ਹੈ। ਇਹ ਆਪਣੀ ਜਿਹੜੀ ਸਾਇੰਸ ਆ ਹਮੇਸ਼ਾ, ਜਿਹੜੀ ਇੱਕ ਬਿਜ਼ਨਸ ਐਂਗਲ ਤੋਂ ਜਿਹੜੀ ਸਾਇੰਸ ਆ ਹਮੇਸ਼ਾ ਉਹ ਸੋਸਾਇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ, ਉਹ ਇਨਡਾਇਰੈਕਟ ਤਰੀਕੇ ਦੇ ਨਾਲ, ਕਿ ਬੂਟੇ ਨੂੰ ਇਸ ਚੀਜ਼ ਦੀ ਲੋੜ ਹੈ। ਅਸਲ ਦੇ ਵਿੱਚ ਉਹ ਇੱਕ ਲੋੜਾਂ ਦੇ ਵਿੱਚੋਂ ਇੱਕ ਲੋੜ ਹੁੰਦੀ ਆ, ਪੂਰਨ ਤੌਰ 'ਤੇ ਉਹ ਲੋੜ ਨਹੀਂ ਹੁੰਦੀ ਹੈਗੀ। ਮਤਲਬ ਜਿਵੇਂ ਹੁਣ ਆਪਾਂ ਕਹੀਏ, ਬਹੁਤੇ ਮੈਂ ਦੇਖਿਆ ਫਾਰਮਰ ਕਹਿੰਦੇ ਵੀ ਅਸੀਂ ਯੂਰੀਆ ਹੀ ਨਹੀਂ ਪਾਇਆ ਹੈਗਾ, ਖੇਤਾਂ ਦੇ ਵਿੱਚ ਨਰਮਾ ਵਧੀਆ ਖੜਾ ਹੈਗਾ। ਯੂਰੀਆ ਦਾ ਕੰਮ ਕਿਸੇ ਹੋਰ ਐਂਗਲ ਤੋਂ ਹੋ ਗਿਆ ਹੋਊ, ਯੂਰੀਆ ਤੁਸੀਂ ਨਹੀਂ ਪਾਇਆ, ਜਿਹੜਾ ਨਾਈਟ੍ਰੋਜਨ ਆ ਕਿਸੇ ਹੋਰ ਐਂਗਲ ਤੋਂ ਮਿਲ ਗਿਆ ਹੋਊਗਾ ਬੂਟੇ ਨੂੰ। ਤੁਸੀਂ ਰੂੜੀ ਪਾਈ ਹੋਣੀ ਆ, ਤੁਸੀਂ ਕੋਈ ਉਸ ਖੇਤ ਦੇ ਵਿੱਚ ਨਹਿਰੀ ਪਾਣੀ ਜਾਂ ਨਾਲੇ ਦੇ ਪਾਣੀ ਲੱਗੇ ਹੋਣੇ, ਕੋਈ ਇਸ ਤਰ੍ਹਾਂ ਦਾ ਐਂਗਲ ਹੋਣਾ ਉਹਦੀ ਪੂਰਤੀ ਹੋਣ ਦੇ ਜਿਹੜੇ ਕਾਰਨ ਬਣਦੇ ਆ। ਜਿਹੜਾ ਫਾਰਮਰ ਦੀ ਮਾਈਂਡ ਸੈਟਿੰਗ ਹੋਈ ਪਈ ਹੈ ਵੀ ਜੇ ਇਸ ਨੂੰ ਮੱਛਰ ਖਰਾਬ ਕਰ ਰਿਹਾ, ਸਪੋਜ਼ ਕਰ ਲਓ ਮੱਛਰ ਖਰਾਬ ਕਰ ਰਿਹਾ ਹੈਗਾ, ਤਾਂ ਉਹਦੀ ਮਾਈਂਡ ਸੈਟਿੰਗ ਇਹ ਹੈ ਵੀ ਮੱਛਰ ਮੇਰਾ ਦੁਸ਼ਮਣ ਆ ਤੇ ਦੁਸ਼ਮਣ ਨੂੰ ਇੱਕ ਵੀ ਨਹੀਂ ਛੱਡਣਾ, ਸਾਰੇ ਮਾਰਨੇ ਆ। ਅਸਲ ਦੇ ਵਿੱਚ ਉਹਨਾਂ ਨੂੰ ਕੰਟਰੋਲ ਕਰਕੇ ਰੱਖਣਾ ਸੀ, ਕਿਉਂਕਿ ਨਰਮੇ ਦੇ ਬੂਟੇ ਦੇ ਵਿੱਚ ਜੇਕਰ ਕੋਈ ਵੀ ਕੀੜਾ ਪਤੰਗਾ ਨਹੀਂ ਆਉਂਦਾ, ਇਹਦੀ ਪੋਲੀਨੇਸ਼ਨ ਸਕਸੈਸ ਨਹੀਂ ਹੁੰਦੀ। ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਸਰੋਂ ਜ਼ਿਆਦਾ ਹੁੰਦੀ ਹੈ, ਦੁਆਬੇ ਦੇ ਵਿੱਚ ਸਰੋਂ ਕਾਹਤੋਂ ਨਹੀਂ ਜ਼ਿਆਦਾ ਹੁੰਦੀ, ਕਿਉਂਕਿ ਕਲਾਈਮੇਟ ਨਹੀਂ ਹੈਗਾ। ਤੇ ਇਨਸੈਕਟ, ਜਦੋਂ ਆਪਾਂ ਇੱਕ ਏਰੀਏ ਦੇ ਵਿੱਚ ਕੋਈ ਵੱਖਰੀ ਫਸਲ ਲਾ ਰਹੇ ਹਾਂ, ਮੰਨ ਲਓ ਕਿ ਨਾਰਥ ਇੰਡੀਆ ਦੇ ਵਿੱਚ ਕੋਈ ਸਰੋਂ ਨਹੀਂ ਲੱਗਦੀ, ਕੋਈ ਨਰਮਾ ਨਹੀਂ ਲੱਗਦਾ, ਅਗਰ ਉਹ ਨਾਰਥ ਇੰਡੀਆ ਦੇ ਵਿੱਚ ਪਹਿਲੀ ਵਾਰ ਸਰੋਂ ਤੇ ਨਰਮਾ ਲੱਗ ਰਿਹਾ ਹੈਗਾ, ਉਹਦਾ ਕਲਾਈਮੇਟ ਨਹੀਂ ਬਣ ਰਿਹਾ, ਉਹਨੂੰ ਜ਼ਰੂਰੀ ਚਾਹੀਦੇ ਇਨਸੈਕਟ ਮਲਟੀਪਲਾਈ ਨਹੀਂ ਹੋ ਰਹੇ ਹੈਗੇ। ਮੈਂ ਪਹਿਲਾਂ ਵੀ ਮਾਰਚ ਦੇ ਵਿੱਚ ਵੀਡੀਓ ਪਾਈ ਸੀ ਕਿ ਗੁਲਾਬੀ ਸੁੰਡੀ ਨੂੰ ਕੰਟਰੋਲ ਕੁਦਰਤ ਹੀ ਕਰੇਗੀ, ਕਿਉਂਕਿ ਇਹਦੇ ਨੇਚਰਲ ਪ੍ਰਡੀਟਰ ਹੈ। ਕੁਦਰਤ ਨੇ ਹਰ ਇੱਕ ਇਨਸੈਕਟ ਨੂੰ ਕੰਟਰੋਲ ਕਰਨ ਲਈ ਉਹਦੇ ਦੁਸ਼ਮਣ ਵੀ ਪੈਦਾ ਕੀਤੇ ਹੁੰਦੇ ਆ, ਪਰ ਆਪਣੀ ਅੱਖ ਆ ਜਿਹੜੀ ਜਿੰਨਾ ਚਿਰ ਦਿਖਦਾ ਨਹੀਂ ਉਹਨਾਂ ਚਿਰ ਮੰਨਦੀ ਨਹੀਂ ਹੈਗੀ। ਕਿਉਂਕਿ ਬਹੁਤ ਚੀਜ਼ਾਂ ਹੈਗੀਆਂ ਕਾਟਨ ਦੇ ਵਿੱਚ ਵੀ, ਹੋਰ ਫਸਲਾਂ ਦੇ ਵਿੱਚ ਵੀ, ਜਿੰਨਾ ਆਪਾਂ ਉਹਨਾਂ ਨੂੰ ਛੇੜਛਾੜ ਕਰੀ ਜਾਂਦੇ ਹੈਗੇ ਆ, ਉਹ ਆਪਣੇ ਤੇ ਭਾਰੂ ਪੈਂਦੀਆਂ ਜਾਂਦੀਆਂ। ਅੱਛਾ ਫਿਰ ਇੱਕ ਚੀਜ਼ ਹੋਰ ਦੱਸੋ, ਕਿਸਾਨ ਦੀ ਗਲਤੀ ਕਿੱਥੇ ਰਹਿ ਗਈ? ਕਿਸਾਨ ਭਰਾਵਾਂ ਦੀ ਗਲਤੀ ਜਿਹੜੀ ਉਹ ਕਿ ਸਮਝ ਦੇ ਵਿੱਚ ਗਲਤੀ ਰਹਿ ਗਈ, ਜਾਂ ਜਿਵੇਂ ਕਹਿ ਦਈਏ ਕਾਹਲੀ, ਬਈ ਯਾਰ ਜਿਵੇਂ ਤੁਸੀਂ ਕਿਹਾ ਕਿ ਜੇ ਇੱਕ ਵੀ ਇੱਥੇ ਚਿੱਟਾ ਮੱਛਰ ਦਿਸਣਾ ਨਹੀਂ ਚਾਹੀਦਾ, ਕੋਈ ਵੀ ਸੁੰਡੀ ਦਿਸਣੀ ਚਾਹੀਦੀ, ਉਹਦੇ ਚੱਕਰ ਦੇ ਵਿੱਚ ਉਹਨੇ ਦੇ ਸਪਰੇਅ ਤੇ ਸਪਰੇਅ ਮਚਾਈ ਦਿੱਤਾ। ਦੇਖੋ ਜਿਹੜੀ ਪੈਸਟੀਸਾਈਡ ਮਾਫੀ ਹੈ ਜੀ, ਉਹ ਕਾਫੀ ਐਂਗਲ ਤੋਂ ਐਕਟਿਵ ਰਹਿੰਦਾ ਮਾਰਕੀਟ ਦੇ ਵਿੱਚ, ਠੀਕ ਹੈ। ਕਿਉਂਕਿ ਤੁਸੀਂ ਵੀ ਦੇਖੋ, ਜੇ ਬਾਜ਼ਾਰ ਦੇ ਵਿੱਚ 10 ਕੋਈ ਕੱਪੜੇ ਵਾਲੀਆਂ ਦੁਕਾਨਾਂ ਤੇ 11ਵੀਂ ਖੁੱਲ੍ਹਣ ਦੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ, ਠੀਕ ਹੈ। ਕੁਆਲਿਟੀ ਮੈਟਰ ਕਰਦੀ ਹੈ। ਇੱਕ ਜਰਮਨ ਦਾ ਬ੍ਰਾਂਡ ਵੇਚ ਰਿਹਾ, ਇੱਕ ਚਾਈਨਾ ਦਾ ਬ੍ਰਾਂਡ ਵੇਚ ਰਿਹਾ, ਇੱਕ ਇੰਡੀਅਨ ਬ੍ਰਾਂਡ ਵੇਚ ਰਿਹਾ, ਤੇ ਇੱਕ ਕੋਲੇ ਬ੍ਰਾਂਡ ਜਰਮਨ ਦਾ, ਸਮਾਨ ਚਾਈਨਾ ਦਾ, ਠੀਕ ਹੈ। ਤੇ ਉਹ ਕੁਆਲਿਟੀ ਕੰਪਰੋਮਾਈਜ਼ ਵੀ ਹੋ ਜਾਂਦਾ ਹੈਗਾ। ਆਪਾਂ ਦੇਣੀ ਤਾਂ ਖੁਰਾਕ ਸੀ, ਆਪਾਂ ਜ਼ੋਰ ਲਾਤਾ, ਆਪਾਂ ਜੇਬ ਖਾਲੀ ਕਰਾ ਲਈ, ਇਕੱਲੇ ਪੈਸਟੀਸਾਈਡ ਪਾ ਕੇ ਕੰਟਰੋਲ ਕਰਨਾ ਸੀ ਇਹਨੂੰ। ਆਪਾਂ ਪੈਸਟੀਸਾਈਡ ਵੀ ਆਪਾਂ ਨੂੰ ਐਮਰਜੈਂਸਲੀ ਯੂਜ਼ ਕਰਨਾ ਪੈਂਦਾ ਹੈਗਾ, ਕਿ ਆਪਾਂ ਕੰਡੀਸ਼ਨ ਮੇਨਟੇਨ ਰੱਖਣੀ, ਆਪਾਂ ਟਾਈਮ ਪਾਸ ਕਰਨਾ। ਹੁਣ ਪਿਛਲੀ ਵਾਰ ਮੇਰੀਆਂ 2 ਸਪਰੇਆਂ ਹੋਈਆਂ ਤੇਲੇ ਦੀਆਂ, ਇਸ ਵਾਰ 4 ਹੋ ਗਈਆਂ, ਹੋ ਸਕਦਾ 5ਵੀਂ ਵੀ ਹੋਵੇ। ਫਸਲ ਨੂੰ ਦੇਖਦੇ ਹੋਏ ਲੱਗ ਰਿਹਾ ਵੀ ਜੇ ਲੋੜ ਪਈ ਤਾਂ ਆਪਾਂ ਕੋਈ 5ਵੀਂ ਵੱਲ ਦਾ ਵੀ ਸਟੈਪ ਲੈ ਸਕਦੇ ਹੈਗੇ ਆ।
ਪਰ ਇਹ ਤਾਂ ਨਹੀਂ ਕਹਿ ਸਕਦੇ ਵੀ ਜੇ ਐਕਤੀ 5 ਹੋਊਗਾ ਤੇ ਗਾਂ ਨੂੰ ਵੀ ਤਾਂ 5 ਹੀ ਹੋਣਗੀਆਂ, ਕਿਉਂਕਿ ਇਹ ਜਿਹੜਾ ਆਪਾਂ ਫੈਸਲਾ ਲੈਣਾ ਹੈਗਾ ਇਹ ਆਪਾਂ ਖੇਤ ਦੇ ਵਿੱਚ ਖੜ ਕੇ ਲੈਣਾ, ਨਾ ਤਾਂ ਗਵਾਂਢੀ ਨੂੰ ਦੇਖ ਕੇ ਤੇ ਨਾ ਕਿਸੇ ਰਿਸ਼ਤੇਦਾਰ ਨੂੰ ਦੇਖ ਕੇ ਲੈਣਾ ਹੈਗਾ। ਜਿਹੜੀ ਫਾਰਮਰ ਦੀ ਮੈਨੂਪੂਲੇਸ਼ਨ ਆ ਉਹ ਇੱਥੇ ਹੁੰਦੀ ਹੈ ਜਾ ਕੇ ਕਿ ਉਹ ਖੁਦ ਫੈਸਲਾ ਨਹੀਂ ਲੈ ਪਾਉਂਦਾ, ਉਹਨੂੰ ਗਲਤ ਸਹੀ ਦਾ ਨਹੀਂ ਪਤਾ ਹੈਗਾ, ਉਹ ਰਿਕਾਰਡ ਨਹੀਂ ਮੇਨਟੇਨ ਕਰਦਾ ਹੈਗਾ, ਕਿਉਂਕਿ ਉਹਨੂੰ ਰਿਕਾਰਡ ਮੇਨਟੇਨ 'ਚ ਲੱਗਦਾ ਵੀ ਪਤਾ ਨਹੀਂ ਲਾਲਾ ਬਣ ਗਿਆ ਉਹ, ਇੱਦਾਂ ਦੀ ਉਹਨੂੰ ਫੀਲਿੰਗ ਆਉਂਦੀ ਹੈਗੀ ਆ। ਜੇ ਹੁਣ ਆਪਾਂ ਮਤਲਬ ਰਿਕਾਰਡ ਮੇਨਟੇਨ ਕਰ ਰਹੇ ਹਾਂ ਵੀ ਆਪਣੀ ਇਸ ਫਸਲ ਦੇ ਉੱਤੇ ਕਿੱਲੇ ਦਾ ਮੰਨ ਲਓ 8000 ਰੁਪਈਆ ਖਰਚ ਹੋ ਰਿਹਾ ਸਾਰੇ ਪਾਲਣ ਪੋਸ਼ਣ ਤੇ ਚੁਗਾਈ ਤੋਂ ਬਿਨਾਂ, ਮੰਨ ਲਓ 10000 ਦੀ ਮੰਨ ਲਓ ਚੁਗਾਈ ਹੁੰਦੀ ਹੈਗੀ ਆ ਜਾਂ 8000 ਦੀ, ਤਾਂ 17-18000 ਰੁਪਏ ਦਾ ਮੇਰਾ ਬਜਟ ਹੈਗਾ। ਮੈਂ ਉਹ ਹਮੇਸ਼ਾ ਉਸ ਬਜਟ ਤੇ ਕਟਿੰਗ ਕਰਦਾ ਰਹਿਣਾ ਕਿ ਇਹ ਮਿਨੀਮਮ ਹੋ ਜੇ। ਹਾਂ, ਕਿਉਂਕਿ ਰੇਹਾਂ ਸਪਰੇਹਾਂ ਜਿਹੜੀਆਂ ਕੰਪਨੀਆਂ ਦੇ ਰਹੀਆਂ ਹੈਗੀਆਂ ਉਹ ਹਮੇਸ਼ਾ ਹੀ ਮਲਟੀਪਲਾਈ ਹੁੰਦੀਆਂ ਜਾਂਦੀਆਂ, 100 ਵਾਲੀ ਚੀਜ਼ 150 ਦੀ ਹੋ ਜਾਂਦੀ ਹੈ, 150 ਵਾਲੀ 200 ਦੀ ਹੋ ਜਾਂਦੀ ਹੈਗੀ ਹੈ। ਪਰ ਅੱਜ ਦੇ ਟਾਈਮ ਆਪ ਤੁਸੀਂ ਕਹਿ ਸਕਦੇ ਹੋ ਵੀ ਕਾਟਨ ਦਾ ਕੋਈ ਬਦਲ ਨਹੀਂ ਹੈਗਾ, ਕਣਕ ਦੀ ਥਾਂ ਤੇ ਹੋਰ ਰੋਟੀ ਬਣ ਜੂਗੀ, ਮੂੰਗੀ ਦੀ ਦਾਲ ਥਾਂ ਤੇ ਛੋਲਿਆਂ ਦੀ ਦਾਲ ਬਣ ਜੂ ਜਾਂ ਕੋਈ ਹੋਰ ਬਣ ਜੂ, ਪਰ ਜਿਹੜਾ ਨਰਮੇ ਦੇ ਫੁੱਟ 'ਚੋਂ ਫਾਈਬਰ ਨਿਕਲਣੀ ਹੈ, ਕਾਟਨ ਬਣਨਾ, ਰੂੰ ਬਣਨੀ ਹੈ, ਉਹਦਾ ਕੋਈ ਬਦਲ ਨਹੀਂ ਹੈਗਾ। ਉਹ ਪੂਰਾ ਵਰਲਡ ਹੀ ਇਸ ਮੁਸੀਬਤ ਦੇ ਨਾਲ ਝੇਲ ਰਿਹਾ ਕਿ ਜਿਹਦੇ ਕੋਲੇ ਵੀ ਕਾਟਨ ਡੈਫੀਸ਼ੀਐਂਟ ਹੋਇਆ ਉਹਨੂੰ ਦੂਜੇ ਤੋਂ ਮੰਗਣਾ ਪਊ, ਤੇ ਮੰਗਣ ਦੇ ਨਾਲ ਉਹਨੇ ਗਾਂ ਵਾਲੇ ਨੇ ਵੀ ਕੋਈ ਚੀਜ਼ ਮੰਗ ਲੈਣੀ ਉਸ ਦੇਸ਼ ਤੋਂ, ਤੇ ਉਹ ਦੇਸ਼ਾਂ ਦੀਆਂ ਕਰਾਰੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਬਾਹਰੀਆਂ ਅੜੀਆਂ, ਹਰੇਕ ਸ਼ਰੀਕ ਦਾ ਸ਼ਰੀਕ ਹੀ ਬੈਠਾ ਹੈ, ਤੇ ਇਹ ਪ੍ਰੋਬਲਮਾਂ ਹੈਗੀਆਂ ਜੀ। ਤੇ ਪਰ ਅੱਜ ਦੇ ਟਾਈਮ ਆ ਮਾਰਕੀਟ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਵੀ ਕਾਟਨ ਦੇ ਚੰਗੇ ਰੇਟ ਚੱਲ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹੀ ਗੁਜ਼ਾਰਿਸ਼ ਕਰਦਾ ਕਿ ਜੇਕਰ ਤੁਹਾਡੇ ਕੋਲੇ ਖੇਤਾਂ ਵਿੱਚ ਪਾਣੀ ਦੀ ਕਮੀ ਆ, ਖੇਤ ਤੁਹਾਡੇ ਨਰਮੇ ਵਾਲੇ ਸੀ, ਚਲੋ ਕੋਈ ਗੱਲ ਨਹੀਂ, ਆਪਾਂ ਇੱਕ ਵਾਰ ਘਾਟਾ ਖਾ ਲਿਆ, ਆਪਣਾ ਗੁੱਸਾ ਸੀਗਾ ਸਰਕਾਰਾਂ ਦੇ ਪ੍ਰਤੀ ਵੀ ਆਪਾਂ ਚਲੋ ਗੁਜਰਾਤ ਨੂੰ ਬੀ ਲਿਆ ਅੱਗੇ ਜਾ ਕੇ। ਮੈਂ ਵੀ ਬਹੁਤ ਵਾਰੀ ਸੋਚਿਆ, ਮੇਰਾ ਬਹੁਤ ਜ਼ਿਆਦਾ ਫਰਮਾਂ ਨਾਲ ਗੱਲਬਾਤ ਹੁੰਦੀ ਰਹੀ ਹੈ, ਪਰ ਕੀ ਹੈ ਕੋਈ ਵੀ ਰਿਟਰਨ ਦੇ ਵਿੱਚ ਤੁਹਾਨੂੰ ਦਿੰਦਾ ਨਹੀਂ ਹੈਗਾ। ਮੈਂ ਨਵੰਬਰ ਦੇ ਵਿੱਚ ਪਿਛਲੀ ਵਾਰ ਵੀ ਕੰਸਲਟ ਕੀਤਾ 10-12 ਫਰਮਾਂ ਦੇ ਨਾਲ ਕਿ ਮੈਨੂੰ ਉਹ ਪਲਾਟ ਦਿਖਾਏ ਜਾਣ ਜਿੱਥੇ ਤੁਹਾਡੇ ਪਿੰਕ ਬੋਲਵਰਮ ਹੋਵੇ ਨਾ, ਪਿੰਕ ਫਰੀ ਮੈਨੂੰ ਪਲਾਟ ਦਿਖਾ ਦਿਓ, ਮੈਂ ਆਪਣੇ ਖਰਚੇ 'ਤੇ ਵਿਜ਼ਿਟ ਕਰ ਲੂੰਗਾ ਗੁਜਰਾਤ ਦੇ ਫਾਰਮਰ। ਅਤੇ ਕਿਉਂਕਿ ਮੇਰੇ ਨਾਲ ਕਾਫੀ ਗੁਜਰਾਤ ਦਾ ਜਿਹੜਾ ਪੰਜਾਬੀ ਭਾਈਚਾਰਾ ਉਹ ਜੁੜਿਆ ਹੋਇਆ ਵਟਸਐਪ ਦੇ ਰੂਪ ਰਾਹੀਂ, ਅਤੇ ਪੰਜਾਬ ਦਾ ਵੀ ਜੁੜਿਆ ਹੋਇਆ, ਪੰਜਾਬ ਦੇ ਫਾਰਮਰ ਵਿਜ਼ਿਟ ਵੀ ਕਰਕੇ ਆਏ ਆ, ਅਤੇ ਉਸ ਚੀਜ਼ ਤੋਂ ਕੋਈ ਨਤੀਜਾ ਨਹੀਂ ਨਿਕਲਿਆ ਹੈਗਾ, ਕਿਉਂਕਿ ਗੁਜਰਾਤ ਦਾ ਕਲਾਈਮੇਟ ਹੀ ਵੱਖਰਾ, ਉੱਥੇ ਜਿਹੜਾ ਨਰਮਾ ਹੁੰਦਾ ਉਹ 10-11 ਮਹੀਨਿਆਂ ਦੀ ਫਸਲ ਆ। ਜਦੋਂ ਦੀ ਗੁਲਾਬੀ ਛੁੱਟੀ ਆਉਣ ਲੱਗੀ ਹੈਗੀ ਆ ਉੱਥੇ ਉਹਨਾਂ ਨੇ ਵੀ ਘਟਾ ਲਿਆ ਵੀ ਆਪਾਂ ਨੂੰ ਡਰ ਲੱਗਦਾ ਹੈਗਾ, ਉਹਨਾਂ ਨੇ ਵੀ ਇਹ ਫਸਲ ਨੂੰ ਛੋਟੀ ਕਰ ਲਿਆ। ਆਪਣੇ ਫਸਲ ਆ ਜਿਹੜੀ ਉਹ 6-7 ਮਹੀਨਿਆਂ ਦੀ ਹੈ, ਠੀਕ ਆ। ਆਪਣਾ ਕਲਾਈਮੇਟ ਜ਼ਿਆਦਾ ਵਧੀਆ ਸੀਗਾ, ਆਪਣੇ ਜਿਹੜਾ ਮਾਨਸੂਨ ਦਾ ਦੌਰ ਆ ਉਹ ਨਰਮੇ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ ਸੀਗਾ, ਪਰ ਇਸ ਵਾਰ ਕਰ ਗਿਆ। ਇਸ ਵਾਰ 4-5 ਐਂਗਲਾਂ ਤੋਂ ਜਿਹੜੀ ਨਰਮੇ ਦੀ ਫਸਲ ਖਰਾਬ ਹੋ ਗਈ। ਇੱਕ ਤਾਂ ਮਾੜਾ ਨਰਮਾ ਲੱਗ ਗਿਆ, ਇੱਕ ਕੁਛ ਰੇਹਾਂ ਸਪਰੇਹਾਂ ਦਾ ਪ੍ਰਬੰਧ, ਰੇਹਾਂ ਸਪਰੇਹਾਂ ਦਾ ਨਹੀਂ, ਰੇਹਾਂ ਦਾ ਪ੍ਰਬੰਧ ਨਹੀਂ ਹੋਇਆ, ਖੁਰਾਕੀ ਤੱਤਾਂ ਦਾ ਪ੍ਰਬੰਧ ਨਹੀਂ ਹੋਇਆ। ਆਪਣੀ ਡੇ ਬਾਏ ਡੇ ਪਤਾ ਆਪਾਂ ਨੂੰ ਵੀ ਆਪਣੀ ਜ਼ਮੀਨ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ, ਠੇਕੇ ਵਾਲੀ ਤਾਂ ਖਾਸ ਕਰਕੇ ਹੁੰਦੀ ਜਾ ਰਹੀ ਹੈ। ਚਲੋ ਆਪਣਾ ਘਰ ਦਾ ਵਾਹਣਾ ਤਾਂ ਆਪਾਂ ਖਰਚ ਕਰਦੇ ਹਾਂ ਉਹਦੇ, ਚਲੋ ਰੂੜੀ ਪਾ ਲਈਏ, ਫੇਰ ਬਦਲ ਕਰ ਲਈਏ, ਆਹ ਫਸਲ ਲਾ ਲਈਏ, ਸਰੋਂ ਲਾ ਲਈਏ, ਆਪਣਾ ਆਉਣ ਵਾਲੇ ਟਾਈਮ 'ਚ ਫਸਲ ਐਕਸੀਲੈਂਟ ਹੋਊਗੀ। ਜਿਹੜਾ ਠੇਕੇ ਵਾਲਾ ਵਾਹਣ ਹੁੰਦਾ ਉੱਥੇ ਤਾਂ ਇਹ ਗੱਲ ਕੋਈ ਮੈਟਰ ਹੀ ਨਹੀਂ ਕਰਦੀ, ਉਹ ਤਾਂ ਇੱਕ ਕਿਰਾਏ ਦੀ ਜ਼ਮੀਨ ਆ। ਜੇ ਹਾਂ ਉੱਥੇ ਤਾਂ ਮਤਲਬ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ 100 ਨਹੀਂ ਦੱਸ, ਮੈਨੂੰ 200 ਵਾਲੀ ਚੀਜ਼ ਦੱਸ, ਮੈਂ ਪਾ ਦਿੰਦਾ, ਪਰ ਰਿਜ਼ਲਟ ਆਉਣਾ ਚਾਹੀਦਾ। ਰਿਜ਼ਲਟ ਦੇ ਚੱਕਰ ਦੇ ਵਿੱਚ ਹੀ ਸਾਰੇ ਇਹ ਮਾੜੇ ਰਿਜ਼ਲਟ ਸਾਹਮਣੇ ਆਏ ਹੈਗੇ ਆ। ਅੱਛਾ, ਇੱਕ ਚੀਜ਼ ਹੋਰ ਦੱਸਿਓ। ਹਾਂ, ਤੁਸੀਂ ਮੈਂ ਗੱਲ ਕਹਿ ਰਿਹਾ ਸੀ ਕਿ ਜਿਹੜਾ ਨਰਮਾ ਖਰਾਬ ਹੋਇਆ, ਮੰਨ ਲਓ ਪੰਜਾਬ ਦੇ ਵਿੱਚ 4 ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਨਰਮਾ ਲੱਗਦਾ ਸੀ, ਹੁਣ ਉਹਨਾਂ 4 ਦੇ ਵਿੱਚ ਵੀ 20% ਨਰਮਾ ਰਹਿ ਗਿਆ, ਅਤੇ ਉਸ 20% ਦੇ ਵਿੱਚੋਂ ਵੀ ਸਕਸੈਸ ਆ ਜਿਹੜਾ ਉਹ 8% ਹੀ ਹੈ, ਕਿਉਂਕਿ ਕੁਛ ਬਾਰਿਸ਼ਾਂ ਨੇ ਖਰਾਬ ਕਰਤਾ, ਕੁਛ ਵਾਇਰਸ ਨੇ ਖਰਾਬ ਕਰਤਾ, ਕੁਛ ਗੁਜਰਾਤੀ ਨਰਮੇ ਹੋਣ ਕਰਕੇ ਉਹਨਾਂ 'ਤੇ ਕੋਈ ਕ੍ਰੌਪ ਦਾ ਰਿਸਪੌਂਸ ਹੀ ਨਹੀਂ ਆਇਆ ਹੈਗਾ, ਉਹਨੂੰ ਕਲਾਈਮੇਟ ਹੀ ਨਹੀਂ ਸੂਟ ਕੀਤਾ ਹੈਗਾ, ਉਹਦੇ ਤੇਲ ਹੀ ਇੰਨਾ ਜ਼ਿਆਦਾ ਆ ਗਿਆ, ਅਤੇ ਕੁਛ ਜਿਹੜਾ ਫਾਰਮਰ ਨੇ ਝੋਨਾ ਲਾਉਣ ਦੇ ਚੱਕਰ ਵਿੱਚ ਉਹਨੂੰ ਵਾਹਤਾ, ਕਿਉਂਕਿ ਸੋਸ਼ਲ ਮੀਡੀਆ ਮਾਹੌਲ ਪੈਦਾ ਕਰਦਾ ਹੈਗਾ। ਕਿਸੇ ਵੀ ਮੈਂ ਕਹਿੰਦਾ ਵੀ ਮਾਈਂਡ ਵੇਵ ਨੂੰ ਕ੍ਰੀਏਟ ਕਰਨ ਵਾਸਤੇ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਕਈ ਚੀਜ਼ਾਂ ਪੇਡ ਕਰਵਾਈਆਂ ਜਾਂਦੀਆਂ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ, ਐਵੇਂ ਲੋਕ ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ, ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ, ਅਤੇ ਕੁਛ ਹੁੰਦਾ ਕਿ ਇੱਕ ਸੋਸ਼ਲ ਮੀਡੀਆ 'ਤੇ ਉਸ ਚੀਜ਼ ਨੂੰ ਹੁਲਾਰਾ ਮਿਲ ਜਾਂਦਾ, ਕਿਉਂਕਿ ਉਹ ਲਹਿਰ ਚੱਲ ਰਹੀ ਹੁੰਦੀ, ਜਿਵੇਂ ਨਰਮੇ ਦੀ ਚੱਲ ਰਹੀ ਸੀ। ਮੇਰੇ ਕੋਲੇ ਵੀ ਕਾਫੀ ਫਾਰਮਰ ਫੋਨ ਕਰਦੇ ਰਹਿੰਦੇ ਸੀ, ਬਾਈ ਜੀ ਨਰਮਾ ਵਾਹੁਣੇ ਆ ਜਾਓ, ਵੀਡੀਓ ਬਣਾ ਲਓ। ਮੈਂ ਕਿਹਾ ਬਾਈ ਜੀ ਤੁਹਾਨੂੰ ਦੇਖ ਕੇ ਯਾਰ 4 ਹੋਰ ਵਾਹੁਣਗੇ, ਇੱਕ ਦਿਨੇ ਮਰਨ ਦਾ ਫੈਸਲਾ ਲੈ ਲਿਆ, ਮੇਰਾ ਵੀਡੀਓ ਬਣਾਉਣ ਦਾ ਕੀ ਤੁੱਕ ਰਹਿ ਜਾਣਾ ਉੱਥੇ ਹੈ। ਅਗਲੇ ਨੇ ਤਰਸੀਸ ਦੇਣੀ ਹੈ ਯਾਰ ਵੀ ਇਹਦਾ ਵੀਡੀਓ ਬਣਾ ਗਿਆ, ਪੈਸੇ ਲੈ ਗਿਆ ਹੋਊਗਾ, ਪੈਸੇ ਬਣ ਗਏ ਹੋਣਗੇ, ਡਾਲਰ ਪਾਉਂਦੇ ਆ ਫੇਸਬੁੱਕ ਤੋਂ, ਉਹ ਆਪਾਂ ਤੇ ਕੰਮ ਨਹੀਂ ਕੀਤਾ ਹੈਗਾ। ਮੈਂ ਕਿਹਾ ਵੀ ਜੇ ਤੂੰ ਖੜ ਕੇ ਆਪਦੇ ਖੇਤ ਦੇ ਵਿੱਚ ਕੋਈ ਮੇਰੀ ਹੈਲਪ ਲੈ ਲਾ, ਤਾਂ ਜੇ ਤੈਨੂੰ ਨਰਮਾ ਕਰ ਲਏਗਾ ਤਾਂ ਤੇਰਾ ਨਰਮਾ ਚੰਗੀ ਕੁਆਲਿਟੀ ਦਾ ਬੀਜ ਆਇਆ ਹੋਇਆ, ਤਾਂ ਤੇਰੀ ਮੈਂ ਹੈਲਪ ਕਰ ਦਿੰਦਾ, ਅਤੇ ਜਦੋਂ ਤੂੰ ਕਰ ਲਿਆ ਤੈਨੂੰ ਮੈਂ ਨਰਮਾ ਸ਼ੋਅਕੇਸ ਵੀ ਕਰ ਦਿਆਂਗੇ।
ਵੀ ਦੂਜਿਆਂ ਨੂੰ ਹੌਸਲਾ ਹੋਵੇ। ਆਪਣਾ ਇਹ ਨਰਮਾ ਵੀ ਮੈਂ ਦਿਖਾਉਣ ਦਾ ਕੋਈ ਮੈਂ ਪਾੜ ਬਾਈ ਨਹੀਂ ਦਿਖਾ ਰਿਹਾ ਹੈਗਾ, ਮੈਂ ਕਹਿ ਰਿਹਾ ਕਿ ਇਹਨੂੰ ਦੇਖ ਕੇ ਤੁਹਾਨੂੰ ਪੋਜ਼ਿਟਿਵਿਟੀ ਕ੍ਰੀਏਟ ਹੋ ਵੀ ਇੰਨੇ ਮਾੜੇ ਟਾਈਮ ਦੇ ਵਿੱਚ ਆਪਾਂ ਇਹ ਮਾੜੀ ਜ਼ਮੀਨ ਦੇ ਵਿੱਚ ਵੀ ਆਪਾਂ ਨਰਮਾ ਠੀਕ ਕਰ ਗਏ। ਤੇ ਮੇਰੇ ਵਰਗੇ ਮੈਥੋਂ ਹਜ਼ਾਰਾਂ ਚੰਗੇ ਫਾਰਮਰ ਆ, ਜੇ ਮੇਰਾ ਝਾੜ ਮਿਲਾ 4-5 ਕੁਇੰਟਲ ਆਉਂਦਾ ਤਾਂ ਉਹਨਾਂ ਫਾਰਮਰਾਂ ਦਾ ਮੇਰੇ ਤੋਂ ਦੁੱਗਣਾ ਆਊਗਾ। ਮੈਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਆ ਵੀ ਉਹਨਾਂ ਦੇ ਕੋਲੇ ਕ੍ਰੌਪ ਪ੍ਰੈਕਟਿਸ ਕੀ ਹੈ, ਉਹਨਾਂ ਦੀ ਸੋਇਲ ਕਿਸ ਤਰ੍ਹਾਂ ਦੀ ਹੈ, ਉਹਨਾਂ ਦਾ ਵਾਟਰ ਮੈਨੇਜਮੈਂਟ ਕੀ ਹੈ, ਉਹਨਾਂ ਦਾ ਕਲਾਈਮੇਟ ਕਿਸ ਤਰ੍ਹਾਂ ਦਾ ਹੈਗਾ। ਤੇ ਮੈਂ ਇਹ ਵੀ ਫਾਰਮਰਾਂ ਦਾ ਦੇਖਿਆ ਹੈਗਾ ਵੀ ਜਿੱਥੇ ਨਰਮੇ ਖਰਾਬ ਹੋਣ ਦੇ ਵਿੱਚ ਉਹਨਾਂ ਦੀ ਇੱਕ ਆਪਦੀ ਖੁਦ ਦੀ ਵੱਡੀ ਗਲਤੀ ਹੁੰਦੀ ਆ ਕਿ ਜੇਕਰ ਕਿਸੇ ਚੀਜ਼ ਦਾ ਰਿਜ਼ਲਟ ਆ ਰਿਹਾ, ਮੰਨ ਲਓ ਤੁਸੀਂ ਜਿੰਮ ਲਾ ਰਹੇ ਹੋ, ਤੁਹਾਨੂੰ ਕਿਸੇ ਪ੍ਰੋਡਕਟ ਦਾ ਰਿਜ਼ਲਟ ਆ ਰਿਹਾ, ਅਗਰ ਤੁਸੀਂ ਉਹਨੂੰ ਜ਼ਿਆਦਾ ਖਾਣ ਲੱਗ ਜਾਓਗੇ, ਮੰਨ ਲਓ ਤੁਸੀਂ ਨੈਚੁਰਲ ਖੁਰਾਕ ਨਹੀਂ ਖਾ ਰਹੇ, ਤੁਸੀਂ ਕੋਈ ਡੱਬਾ ਬੰਦ ਸਮਾਨ ਖਾ ਰਹੇ ਹੋ, ਤਾਂ ਤੁਸੀਂ ਬੋਡੀ 'ਤੇ ਕੰਮ ਘੱਟ ਕਰੋਗੇ, ਖਾਣ 'ਤੇ ਵੱਧ ਕਰਨ ਲੱਗੇ ਤਾਂ ਉਹਦਾ ਸਾਈਡ ਇਫੈਕਟ ਸਾਹਮਣੇ ਆਉਣਾ। ਉਹ ਮਹੀਨੇ 'ਚ ਆ ਜੇ 6 ਮਹੀਨਿਆਂ 'ਚ ਆ ਜੇ, ਪਰ ਜਿਹੜਾ ਉਹ ਮਹੀਨੇ ਦਾ ਜਾਂ 6 ਮਹੀਨੇ ਦਾ ਸਮਾਂ ਲੰਘਿਆ ਤੁਹਾਡਾ ਉਹ ਕੇਰਾਂ ਦਾ ਸਰੂਰ 'ਚ ਲੰਘ ਗਿਆ, ਬਟ ਉਦੋਂ ਬਾਅਦ ਵਾਲਾ ਟਾਈਮ ਤੁਹਾਡੇ ਲਈ ਬਹੁਤ ਖਤਰਨਾਕ ਹੁੰਦਾ। ਨਰਮੇ ਦੇ ਉੱਤੇ ਤੇਲਾ ਚੇਪਾ ਮਾਰਨ ਦੇ ਵਿੱਚ ਆਪਾਂ ਸਮਾਂ ਗੁਜ਼ਾਰਤਾ ਤੇ ਉਹਦੇ ਕਰਕੇ ਪ੍ਰੋਬਲਮ ਕ੍ਰੀਏਟ ਹੋ ਗਈ ਕਿ ਕੁਝ ਇਸ ਤਰ੍ਹਾਂ ਦੇ ਸਪਰੇਅ, ਇਸ ਤਰ੍ਹਾਂ ਦੇ ਮਿਕਸਚਰ, ਅਨਵਾਂਟਡ ਚੀਜ਼ ਸਪਰੇਅ ਹੋ ਗਈ ਜਿਹਦਾ ਕੋਈ ਅੱਗੇ ਹੱਲ ਨਹੀਂ ਕੀਤਾ ਜਾ ਸਕਦਾ। ਜਿਵੇਂ ਆਪਾਂ ਕਹੀਏ ਵੀ ਜਿਹੜੇ ਬੰਦੇ ਨੂੰ ਇੱਕ ਵਾਰੀ ਕੋਈ ਇਸ ਤਰ੍ਹਾਂ ਦਾ ਇੰਜੈਕਸ਼ਨ, ਹਾਰਡ ਇੰਜੈਕਸ਼ਨ ਲੱਗ ਜੇ ਵੀ ਜਿਹੜਾ ਉਹਦੀ ਬੋਡੀ ਦੇ ਵਿੱਚ ਪੇਨ ਨੂੰ ਖਤਮ ਕਰਦਾ ਹੋਵੇ, ਕਹਿੰਦੇ ਉਹ ਮੈਮਰੀ 'ਤੇ ਬਹੁਤ ਜ਼ਿਆਦਾ ਮਾੜਾ ਅਸਰ ਪਾਉਂਦਾ ਅਤੇ ਉਹਦੀ ਰਿਕਵਰੀ ਵੀ ਨਹੀਂ ਹੁੰਦੀ ਹੈਗੀ ਬਹੁਤੇ ਕੇਸਾਂ ਦੇ ਵਿੱਚ, ਕਿਉਂਕਿ ਨਿਊਰੋ ਸੈੱਲ ਤੁਹਾਡੇ ਡੈਮੇਜ ਕਰਦਾ, ਉਹ ਤੁਹਾਡੇ ਮਾਈਂਡ ਨੂੰ ਮੈਨੂਪਲੇਟ ਕਰ ਲੈਂਦਾ ਹੈਗਾ। ਜੇਕਰ ਆਪਣੀ ਕ੍ਰੌਪ ਤਾਂ ਬੋਲ ਕੇ ਵੀ ਨਹੀਂ ਦੱਸ ਸਕਦੀ, ਬੰਦਾ ਤਾਂ ਫਿਰ ਵੀ ਬੋਲ ਕੇ ਦੱਸ ਦੂ ਲੱਤ ਦੁਖਦੀ ਹੈ, ਬਾਂਹ ਦੁਖਦੀ ਹੈ। ਜਿਹੜੀ ਫਸਲ ਹੈ ਇਸ ਦੇ ਉੱਤੇ ਆਪਾਂ ਨੂੰ ਡਿਟੈਕਟ ਹੀ ਕਰਨਾ ਪੈਂਦਾ, ਵੀ ਸਮਝਣਾ ਪੈਣਾ, ਮੱਥਾ ਹੀ ਵੜਨਾ ਪੈਣਾ ਇਹਦਾ ਵੀ ਹਰੀ ਜੀ ਹੋ ਰਹੀ ਹੈ ਕਿ ਪੀਲੀ ਜੀ ਹੋ ਰਹੀ ਹੈ, ਲਟਕਾ ਰਹੀ ਆ, ਆਪਾਂ ਕੀ ਦਿੱਤਾ, ਇਹਨੇ ਮੰਗਿਆ ਕੀ ਆ। ਮੰਨ ਲਓ ਆਪਾਂ DAP ਦਿੱਤੀ ਹੈ ਕਿ ਨਹੀਂ ਦਿੱਤੀ, ਬਹੁਤੇ ਫਾਰਮਰਾਂ ਨੇ DAP ਦਾ ਗੱਟਾ ਪਾਇਆ ਹੋਇਆ, ਮੇਰੀ 12 ਕਿਲੋ DAP ਬੀਜੀ ਹੋਈ ਹੈ, ਮੇਰਾ ਮਾੜਾ ਬਾਣ, ਹਾਲਾਂਕਿ ਮੈਨੂੰ ਗੱਟਾ ਪਾਉਣਾ ਚਾਹੀਦਾ, ਪਰ ਮੈਂ ਇਹ ਸੋਚ ਰਿਹਾ ਵੀ ਇਕੱਲਾ ਵੀ ਬੂਟੇ ਦਾ ਧਿਆਨ ਆ ਜਿਹੜਾ ਉਹ ਵੈਜੀਟੇਟਿਵ ਗਰੋਥ ਵੱਲ ਨਾ ਹੋ ਜੇ, ਵੀ ਹਰ ਐਂਗਲ ਤੋਂ ਬੂਟਾ ਕੰਮ ਕਰਦਾ ਰਹੇ। ਆਪਾਂ ਉਹਨੂੰ ਇੱਕ ਵਾਰੀ ਖੁਰਾਕ ਦੇ ਕੇ ਤਾਂ ਆਪਣਾ ਪੂਰਾ ਨਹੀਂ ਆਉਣਾ ਹੈਗਾ, 24 ਘੰਟੇ ਆਪਾਂ 3 ਵਾਰ ਖੁਦ ਖੁਰਾਕ ਖਾਂਦੇ ਹਾਂ, ਅਤੇ ਆਪਾਂ ਨੂੰ ਹਰ ਹਫ਼ਤੇ ਆਪਾਂ ਨੂੰ ਬੂਟੇ ਨੂੰ ਖੁਰਾਕ ਦੇਣੀ ਚਾਹੀਦੀ ਹੈ। ਅਤੇ ਜਿਹੜੀਆਂ ਮਾੜੀਆਂ ਸਪਰੇਹਾਂ, ਮੰਨ ਲਓ ਐਮਰਜੈਂਸੀ ਦਾ ਟਾਈਮ ਹੁੰਦਾ, ਜਿਵੇਂ ਕਰੋਨਾ ਕਾਲ ਦਾ ਸਮਾਂ ਚੱਲਿਆ, ਉਹਦੇ ਵਿੱਚ ਡਾਕਟਰਾਂ ਨੇ ਸਟੀਰੋਇਡ ਖਵਾਏ ਲੋਕਾਂ ਨੂੰ ਕਿ ਤੁਹਾਡਾ ਬੁਖਾਰ ਨਹੀਂ ਡਾਊਨ ਆ ਰਿਹਾ, ਤੁਹਾਨੂੰ ਸਟੀਰੋਇਡ ਲੈਣਾ ਪਊ, 3 ਦਿਨ ਲਗਾਤਾਰ ਲਓ, ਬੰਦ ਕਰੋ ਜਾਂ ਅੱਧੀ ਗੋਲੀ ਕਰ ਦਿਓ। ਜੇ ਉਹ ਕੋਈ ਬੰਦਾ ਆਖੇ ਵੀ ਮੈਨੂੰ ਤਾਂ ਜ਼ਿਆਦਾ ਬੁਖਾਰ ਆ, ਮੈਂ ਡਾਕਟਰ ਕੋਲ ਜਾਂਦਾ ਨਹੀਂ ਅਤੇ ਮੈਂ ਤਾਂ ਲਗਾਤਾਰ 10-12 ਦਿਨ ਲੈ ਲੂੰਗਾ, ਤਾਂ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣੇ ਪਏ ਆ। ਬਿਲਕੁਲ ਉਹਦੀ ਜਿਹੜੀ CRP ਕੰਟਰੋਲ ਨਹੀਂ ਹੋਈ, ਬਾਅਦ ਦੇ ਵਿੱਚ ਲੰਗਸ ਇਨਫੈਕਸ਼ਨ ਹੋ ਗਈ। ਇਸੇ ਤਰ੍ਹਾਂ ਹੀ ਜਿਹੜਾ ਪ੍ਰੋਬਲਮ ਆਪਣੀ ਕ੍ਰੌਪ 'ਤੇ ਆਉਂਦੀ ਆ, ਜੇ ਆਪਾਂ ਉਹਨੂੰ ਕੋਈ ਚੀਜ਼ ਐਮਰਜੈਂਸੀ ਦੇ ਵਿੱਚ ਆਪਣੀ ਕੋਈ ਕੰਡੀਸ਼ਨ ਬਣਦੀ ਹੈ ਦੇਣ ਦੀ, ਤਾਂ ਉਹਨੂੰ ਆਪਾਂ ਜੇ ਲਗਾਤਾਰ ਦਿੰਦੇ ਹਾਂ, ਓਵਰਡੋਜ਼ ਦਿੰਦੇ ਹਾਂ, ਹਾਂ, ਤਾਂ ਉਹਦਾ ਨੁਕਸਾਨ ਤਾਂ ਆਪਾਂ ਨੂੰ ਝੱਲਣਾ ਹੀ ਪੈਣਾ ਨਾ। ਚੀਜ਼ ਹੋਰ ਦੱਸਿਓ, ਜਿਵੇਂ ਹੁਣ ਮੈਂ ਫਰੂਟ ਦੇਖ ਰਿਹਾ, ਪਿਛਲੀ ਵਾਰੀ ਨਾਲੋਂ ਤੁਹਾਨੂੰ ਫਰਕ ਲੱਗਦਾ, ਫਰੂਟ ਵਧਿਆ, ਜ਼ਿਆਦਾ, ਘੱਟ ਆ ਜਾਂ ਉਨਾ ਕੁ ਹੀ ਆ, ਉਸ ਹਿਸਾਬ ਦਾ ਹੀ ਆ? ਦੇਖੋ ਫਰੂਟ ਸੋਹਣਾ ਅੱਗੇ ਨਾਲੋਂ ਜੀ ਪਹਿਲਾਂ ਨੂੰ, ਹਾਂ, ਮੇਰੇ ਖੇਤ ਦੇ ਵਿੱਚ ਇਸ ਕਰਕੇ ਸੋਹਣਾ ਕਿਉਂਕਿ ਸਾਡੇ ਬਾਰਿਸ਼ ਨਹੀਂ ਹੋਈ। ਕਈ ਜਗ੍ਹਾ 'ਤੇ ਨਰਮੇ ਬਾਰਿਸ਼ਾਂ ਦੇ ਕਰਕੇ ਫਰੂਟ ਲੇਟ ਲੈ ਗਏ ਜਾਂ ਖਤਮ ਹੋ ਗਏ ਜਾਂ ਡੋਬਾ ਲੱਗ ਗਿਆ। ਸਾਡੇ ਖੇਤਾਂ ਦੇ ਵਿੱਚ ਖੁਸ਼ਕੀ ਰਹੀ ਹੈ ਅਤੇ ਨਰਮਾ ਜਿਹੜਾ ਹੈਗਾ ਖੁਸ਼ਕੀ ਨੂੰ ਪਿਆਰ ਕਰਦਾ, ਖੁਸ਼ਕੀ ਨੂੰ ਮੰਨਦਾ ਏ, ਕਿਉਂਕਿ ਕਾਲ ਦੀ ਖੇਤੀ ਹੈ। ਸਿਆਣੇ ਕਹਿੰਦੇ ਸੀ ਵੀ ਜਿਸ ਸਾਲ ਦੇ ਵਿੱਚ ਮੀਂਹ ਘੱਟ ਪੈਂਦੇ ਆ ਉਸ ਸਾਲ ਦੇ ਵਿੱਚ ਨਰਮਾ ਬਹੁਤ ਜ਼ਿਆਦਾ ਹੁੰਦਾ। ਮੇਰੇ ਦਾਦੇ ਦੇ ਦੱਸਣ ਦੀ ਗੱਲ ਆ ਕਿ ਸੰਨ 87, 88, 99 ਦੇ ਵਿੱਚ 3 ਸਾਲ ਇਸ ਤਰ੍ਹਾਂ ਦਾ ਦੌਰ ਗੁਜ਼ਰਿਆ ਕਿ ਰਾਜਸਥਾਨ ਦੇ ਵਿੱਚ ਬਾਰਿਸ਼ ਨਹੀਂ ਹੋਈ ਚੰਗੇ ਤਰੀਕੇ ਨਾਲ, ਅਤੇ ਨਰਮੇ ਇੱਕ ਪਾਣੀ ਦੇ ਨਾਲ ਉੱਥੇ 5 ਕਨਾਲਾਂ ਦੇ ਵਿੱਚੋਂ 10-10 ਕੁਇੰਟਲ ਤੱਕ ਨਰਮੇ ਹੋਏ ਆ। ਅਤੇ ਉਦੋਂ ਕੋਈ ਇੰਨਾ ਜ਼ਿਆਦਾ ਰੇਹਾਂ ਸਪਰੇਆਂ ਦਾ ਵੀ ਨਹੀਂ ਸੀ, ਪਰ ਜ਼ਮੀਨੀ ਪਾਵਰ ਬਹੁਤ ਜ਼ਿਆਦਾ ਸੀ, ਕਿਉਂਕਿ ਲੋਕ ਖਾਲੀ ਵਾਹਣ ਛੱਡ ਲੈਂਦੇ ਸੀ, ਸਰੋਂ ਲਾ ਕੇ ਫੇਰ ਛੱਡ ਲੈਂਦੇ ਸੀ। ਅੱਜ ਕੱਲ੍ਹ ਤਾਂ ਇਹ ਹੁੰਦਾ ਵੀ ਅੱਜ ਫਸਲ ਆ ਖੜੀ ਹੈ, ਜੇ ਇਹ ਮਤਲਬ ਕੱਟੀ ਗਈ ਅੱਜ ਸ਼ਾਮ ਤੱਕ ਅਤੇ ਕੱਲ੍ਹ ਨੂੰ ਹੱਥ ਨੂੰ ਬੀਜ ਦੇਣੀ ਹੈ। ਉਹ ਪ੍ਰੋਬਲਮ ਕਰਕੇ ਆਪਣੀ ਸੋਇਲ ਰੈਸਟ ਤਾਂ ਜ਼ੀਰੋ ਹੋ ਗਈ। ਜੇ ਆਪਾਂ ਵੀ ਰੈਸਟ ਨਾ ਕਰਾਂਗੇ, ਤੁਸੀਂ ਵੀ ਕੰਮ ਕਰਦੇ ਹੋ, ਆਪਾਂ ਵੀ ਕਰਦੇ ਹਾਂ, 8 ਘੰਟੇ ਤਾਂ ਹਰੇਕ ਬੰਦਾ ਸੌਂਦਾ, ਵਿੱਚ ਤਾਂ 15-15 ਘੰਟੇ ਵਾਲੇ ਵੀ ਹੈਗੇ ਆ, ਪਰ ਜੇ ਆਪਣਾ ਖੇਤ ਇਹ ਕੰਮ ਨਹੀਂ ਕਰਦਾ, ਸੋਇਲ ਰੈਸਟ ਨਹੀਂ ਕਰਦੀ ਹੈਗੀ, ਤਾਂ ਉਹ ਵੀ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਜੀ। ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਦੱਸਿਓ ਵੀ ਚਲੋ ਠੀਕ ਆ, ਇਸ ਵਾਰ ਫਿਰ ਖਰਚਾ ਤਾਂ ਵੱਧ ਹੋਇਆ, ਪਿਛਲੀ ਵਾਰ ਖਰਚਾ ਵੱਧ ਹੋਇਆ, ਪਰ ਇਸ ਵਾਰ ਰੇਟ ਚੰਗਾ। ਦੇਖੋ ਮੈਂ ਕਹਿੰਦਾ ਵੀ ਆਪਾਂ ਹਰ ਇੱਕ ਐਂਗਲ ਤੋਂ ਕੋਸ਼ਿਸ਼ ਅਸੀਂ ਮੈਨੂੰ ਲੱਗਦਾ ਵੀ ਮੈਂ 50-60 ਹਜ਼ਾਰ ਰੁਪਈਆ ਤਾਂ ਇਕੱਲੇ ਟਰਾਇਲ ਦੇ ਵਿੱਚ ਹੀ ਖਰਾਬ ਕਰ ਲਿਆ। ਅੱਛਾ ਜੀ। ਹਾਂ, ਕਿਉਂਕਿ ਆਪਾਂ ਤੁਹਾਨੂੰ ਪਤਾ ਵੀ ਆਪਾਂ ਆਪਣੇ ਪੱਧਰ 'ਤੇ ਹੀ ਕਰਦੇ ਹਾਂ ਜੋ ਕਰਦੇ ਹਾਂ, ਫਾਰਮਰ ਆਪਾਂ ਤਾਂ, ਮੈਂ ਤਾਂ ਆਪਣੇ ਆਪ ਨੂੰ ਕੋਈ ਸਾਇੰਟਿਸਟ ਵੀ ਨਹੀਂ ਮੰਨਦਾ, ਜਗਿਆਸੂ ਮੰਨਦੇ ਹਾਂ ਵੀ ਆਪਾਂ ਸਿੱਖਣ ਦੀ ਪਹਿਲ ਕਰਦੇ ਹਾਂ। ਕੋਈ ਬੰਦਾ ਆਪਣੇ ਤੋਂ ਚਾਹੇ 5 ਕਿਲੋਮੀਟਰ ਬੈਠਾ, ਚਾਹੇ 500 ਬੈਠਾ, ਅਗਰ ਉਹਦੇ ਕੋਲੇ ਕੋਈ ਮਤਲਬ ਦੱਸਣਯੋਗ ਤਜਰਬਾ ਹੈਗਾ, ਉਹਨੂੰ ਆਪਾਂ ਹਾਈਲਾਈਟ ਵੀ ਕਰਦੇ ਹਾਂ ਉਸ ਫਾਰਮਰ ਨੂੰ, ਅਤੇ ਆਪਾਂ ਖੁਦ ਵੀ ਸਿੱਖਣਾ ਚਾਹੁੰਦੇ ਹਾਂ ਉਸ ਤੋਂ, ਮੇਥੋਂ ਵੱਡਾ ਛੋਟਾ ਜਿੱਦਾਂ ਵੀ ਹੈ। ਅਤੇ ਕੁਛ ਫਾਰਮੂਲੇ ਕਾਮਯਾਬ ਵੀ ਹੋਏ ਆ ਜਿਹੜੇ ਰਿਕਮੈਂਡਡ ਨਹੀਂ ਹੈਗੇ। ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹਾਂਗਾ ਕਿ ਰਾਜਸਥਾਨ ਦੇ ਵਿੱਚ ਕੋਈ ਮਟੀਰੀਅਲ ਵਿਕ ਰਿਹਾ, ਪੰਜਾਬ ਦੇ ਵਿੱਚ ਉਹ ਬੈਨ ਆ। ਮਟੀਰੀਅਲ ਉਹ ਬੈਨੀਫੀਸ਼ੀਅਲ ਆ,
ਮੈਂ ਸਿੱਧੇ ਸਰੇਆਮ ਹੀ ਕਹਿ ਦਿੰਦਾ ਕਿ ਹਿਊਮਿਕ ਐਸਿਡ ਆ ਉਹ ਮਾਰਕੀਟ 'ਚ ਵਿਕ ਰਿਹਾ, ਵਿਕ ਤਾਂ ਪੰਜਾਬ 'ਚ ਵੀ ਕਿਤੇ ਕਿਤੇ ਰਿਹਾ, ਉਹ ਇੱਥੇ 2 ਨੰਬਰ 'ਚ ਵਿਕ ਰਿਹਾ। ਵੀ ਜਿਹੜੀਆਂ ਚੀਜ਼ਾਂ ਤੁਹਾਡੀ ਕ੍ਰੌਪ ਦੇ ਵਿੱਚ ਐਮਰਜੈਂਸੀ ਤੌਰ 'ਤੇ ਤੁਹਾਡੀ ਫਸਲ ਨੂੰ ਬਿਨਾਂ ਨੁਕਸਾਨ ਪਹੁੰਚਾਏ ਤੁਹਾਡਾ ਫਾਇਦਾ ਕਰਦੀਆਂ, ਵੀ ਉਹ ਡਾਇਰੈਕਟਲੀ ਮਾਰਕੀਟ ਦੇ ਵਿੱਚ ਸਿਫਾਰਸ਼ਾਂ ਦੇ ਵਿੱਚ ਕਿਉਂ ਨਹੀਂ ਆਉਂਦੀਆਂ? ਸਿਫਾਰਸ਼ਾਂ ਦੇ ਵਿੱਚ ਕੰਪਨੀਆਂ ਦੇ ਨਾਮ ਹੀ ਕਿਉਂ ਆਉਂਦੇ ਹੈਗੇ ਆ ਕਿ ਫਲਾਣੇ ਦੀ ਸਪਰੇਅ 15 ml ਕਰ ਲਓ, ਫਲਾਣੇ ਦੀ 100 ml ਕਰ ਲਓ, ਠੀਕ ਹੈ। ਤੇ ਜਾਂ ਮਤਲਬ ਜਿਹੜੀ ਸਿਫਾਰਸ਼ ਹੀ ਨਹੀਂ ਹੋਈ ਹੈਗੀ, ਕੱਲੀ CIB ਨੋਟੀਫਿਕੇਸ਼ਨ ਹੋਈ ਹੈ ਕਿ ਆਹ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਰੇਹ ਸਪਰੇਅ ਵਿਕਣ ਆ ਰਹੀ ਹੈਗੀ ਹੈ ਤੇ ਉਹਦਾ ਕੁਛ ਟ੍ਰਾਇਲ ਚੱਲ ਰਿਹਾ ਹੈਗਾ, ਤੇ ਕੰਪਨੀਆਂ ਉਹਦੀ 200 ml ਡੋਜ਼ ਦੀ ਬਜਾਏ 400 ml ਸਪਰੇਅ ਕਰਾ ਰਹੀਆਂ। ਪਿਛਲੀ ਵਾਰ ਵੀ ਉਹਨਾਂ ਦੇ ਨਾਲ ਨਰਮਾ ਖਰਾਬ ਹੋਇਆ, ਉਦੋਂ ਪਿਛਲੀ ਵਾਰ ਵੀ ਨਰਮਾ ਖਰਾਬ ਹੋਇਆ। ਇਸ ਵਾਰ ਜਿਹੜੇ ਲੋਕ ਸਬਕ ਲੈ ਗਏ ਸੀਗੇ ਉਹਨਾਂ ਨੇ ਨਹੀਂ ਯੂਜ਼ ਕੀਤੀ ਹੈਗੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨਰਮੇ ਨਾਲ ਕਰੰਟ ਲੱਗਦਾ, ਮੱਛਰ ਤਾਂ ਇੱਕ ਵਾਰੀ ਮਰ ਜਾਂਦਾ, ਉਦੋਂ ਬਾਅਦ 15 ਕੁ ਦਿਨਾਂ ਬਾਅਦ ਨਰਮਾ ਵੀ ਮਰ ਜਾਂਦਾ। ਤੇ ਵੀ ਉਹ ਚੀਜ਼ਾਂ ਤੇ ਮੈਂ ਕਹਿੰਦਾ ਫਾਸਟਲੀ ਰਿਸਪੌਂਸ ਹੋਣਾ ਚਾਹੀਦਾ ਗਵਰਨਮੈਂਟ ਦਾ, ਖਾਸ ਕਰਕੇ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦਾ, ਕਿ ਜਿਹੜੀ ਚੀਜ਼ ਬੈਡ ਇਫੈਕਟ ਕਰ ਰਹੀ ਹੈ ਉਹਦਾ ਨੋਟੀਫਿਕੇਸ਼ਨ ਉਹਨਾਂ ਛੇਤੀ ਹੋਣਾ ਚਾਹੀਦਾ, ਕਿਉਂਕਿ ਕ੍ਰੌਪ ਦੇ ਉੱਤੇ ਤਾਂ ਜਿਹੜੇ ਫਾਰਮਰ ਆ ਉਹ ਤਾਂ ਹਰ ਤੀਜੇ ਦਿਨ ਸਪਰੇਅ ਕਰੀ ਜਾਂਦੇ ਹੈਗੇ ਆ, ਅਨਰੈਕਮੈਂਡਡ ਵੀ ਕਰੀ ਜਾਂਦੇ ਆ, ਰეკਮੈਂਡਡ ਵੀ ਕਰੀ ਜਾਂਦੇ ਆ। ਟੈਂਕ ਮਿਕਸਿੰਗ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ, ਵੀ ਲੂਣ ਨਾਲ ਮੰਨ ਲਓ ਕੋਈ ਚੀਜ਼ ਨਹੀਂ ਰਲਦੀ ਹੈਗੀ, ਦੁੱਧ ਦੇ ਵਿੱਚ ਲੂਣ ਨਹੀਂ ਪੈਂਦਾ, ਖੀਰ ਦੇ ਵਿੱਚ ਖੰਡ ਪੈਂਦੀ ਹੈ, ਖੀਰ ਦੇ ਵਿੱਚ ਲੂਣ ਨਹੀਂ ਪੈਂਦਾ, ਤੇ ਜਿਹਨੂੰ ਚਲੋ ਮਾੜੀ ਜਿਹੀ ਸੋਝੀ ਘੱਟ ਆ ਤੇ ਉਹ ਸਾਰਾ ਕੁਝ ਪਾ ਕੇ ਖਾ ਥੋੜੀ ਨਾ ਲਊਗਾ, ਠੀਕ ਹੈ। ਜੇ ਕੋਈ ਫਾਰਮਰ ਨਹੀਂ ਐਜੂਕੇਸ਼ਨ ਹੈਗੀ ਉਹਦੇ ਕੋਲੇ, ਤਾਂ ਉਹਨੂੰ ਟੈਂਕ ਮਿਕਸਿੰਗ ਜਿੰਨੀ ਸਪਰੇਅ ਮਾਰਕੀਟ ਦੇ ਵਿੱਚ ਆਈ ਹੋਈ ਹੈ, ਚਾਹੇ CIB ਨੋਟੀਫਿਕੇਸ਼ਨ ਆ ਚਾਹੇ ਸਿਫਾਰਸ਼ ਵਾਲੀ ਸਪਰੇਅ ਹੈ, ਉਹਦੀ ਸਾਰਿਆਂ ਦੀ ਟੈਂਕ ਮਿਕਸਿੰਗ ਲਿਸਟ ਹਰ ਫਾਰਮਰ ਕੋਲੇ ਹੋਣੀ ਚਾਹੀਦੀ ਹੈ। ਇਹ ਜ਼ਿੰਮੇਵਾਰੀ ਮਹਿਕਮੇ ਦੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਕਹਤਾ ਆਹ ਸਪਰੇਅ ਚੰਗੀ ਹੈ, ਮੈਂ ਕਹਤਾ ਆਹ ਸਪਰੇਅ ਚੰਗੀ ਹੈ, ਤੀਜਾ ਫਾਰਮਰ ਆ ਕੋਈ ਲੈਣ ਚਲਾ ਗਿਆ, ਉਹ ਬਾਣੀਏ ਕੋਲੇ ਵਗ ਗਿਆ, ਉਹ ਕਹਿੰਦਾ ਵੀ ਆਹ ਚੰਗੀ ਹੈ, ਉਹਨੇ ਤਿੰਨੇ ਕਰਾਤੀਆਂ, ਠੀਕ ਹੈ। ਮਤਲਬ ਚਟਨੀ ਬਣ ਗਈ, ਉਹ ਇੱਕ ਮਿਕਸਚਰ ਬਣ ਗਿਆ, ਤੇ ਉਹ ਉਦੋਂ ਬਾਅਦ ਉਹਨੇ ਫਸਲ ਤੇ ਆ ਕੇ ਮਾੜਾ ਪ੍ਰਭਾਵ ਪਾਤਾ। ਮਾਰਿਆ ਤਾਂ ਉਹੀ ਗਿਆ ਜਿਹਨੇ ਗਲਤੀ ਕੀਤੀ, ਖਰਚਾ ਵੀ ਦੁੱਗਣਾ ਹੋ ਗਿਆ, ਟੈਨਸ਼ਨ ਵੀ ਵੱਧ ਗਈ ਤੇ ਪੈਸੇ ਵੀ ਲੱਗ ਗਏ, ਤੇ ਰਿਜ਼ਲਟ ਵੀ ਨਹੀਂ ਮਿਲਣਾ ਹੈਗਾ। ਤੇ ਉਹ ਇੱਕ ਭੰਬਲ ਭੂਸੇ 'ਚ ਵੀ ਰਹੂ ਵੀ ਰਿਜ਼ਲਟ ਆਇਆ ਕਿਹੜੀ ਦਾ, ਕਰੀਆਂ 3 ਵੀ ਆਇਆ ਕਿਹੜੀ ਦਾ, ਇਹਦੀ ਦਾ ਰਿਜ਼ਲਟ ਨਹੀਂ ਆਇਆ। ਉਹ ਪ੍ਰੋਬਲਮ ਹਮੇਸ਼ਾ ਉਹਦੇ ਮਾਈਂਡ 'ਚ ਬਣੀ ਰਹਿੰਦੀ ਹੈ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਇੱਥੇ ਤੁਹਾਡੇ ਆਲੇ ਦੁਆਲੇ ਤੁਹਾਡੇ ਏਰੀਏ ਦੇ ਵਿੱਚ ਵੀ ਬਹੁਤਾਂ ਨੇ ਨਰਮੇ ਵਾਤੇ? ਦੇਖੋ ਜੀ ਮੇਰੇ ਪਿੰਡ ਦੇ ਵਿੱਚ ਲਗਭਗ 3000 ਏਕੜ ਨਰਮਾ ਲੱਗਦਾ, ਤੀਜਾ ਹਿੱਸਾ ਨਰਮਾ ਲੱਗਦਾ ਹੁੰਦਾ। ਇਸ ਵਾਰ ਕੁਛ ਗੁਜਰਾਤ ਦੀ ਭੇਟ ਚੜ ਗਿਆ, ਕੁਛ ਨਰਮਿਆਂ ਨੇ ਗਰੋਥ ਨਹੀਂ ਕੀਤੀ, ਕਿਸੇ ਨੂੰ ਪਨੀਰੀ ਮਿਲ ਗਈ, ਜਿਵੇਂ ਲੋਟ ਆਇਆ, ਕਿਉਂਕਿ ਹਰ ਇੱਕ ਨੂੰ ਆਪਦਾ ਲੱਗਦਾ ਹੁੰਦਾ ਕਿ ਵੀ ਪੈਸੇ ਬਣ ਜਾਣ, ਯਾਰ ਠੇਕੇ ਵਾਲਾ ਬਾਹਨ ਲਿਆ ਹੋਇਆ। ਕਈਆਂ ਨੇ ਠੇਕੇ ਵੀ ਛੱਡਤੇ, ਜ਼ਿਮੀਦਾਰ ਕਹਿੰਦਾ ਵੀ ਕੋਈ ਸੰਭਾਵਨਾ ਹੈ ਨਹੀਂ ਨਰਮੇ ਦੀ, ਯਾਰ ਵੀ ਆਪਾਂ ਠੇਕੇ ਵਾਲਾ ਬਾਹਨ ਲੈ ਕੇ ਕੀ ਕਰਾਂਗੇ। ਉਹਨੇ ਫਿਰ ਜਿੱਥੋਂ ਪਨੀਰੀ ਮਿਲ ਗਈ ਬਾਈ ਨੇ, ਉਹਨੇ ਵਾਹ ਕੇ ਪਨੀਰੀ ਲਾ ਝੋਨਾ ਲਾਤਾ, ਝੋਨੇ ਦੇ ਵਿੱਚ ਸ਼ਿਫਟ ਹੋ ਗਏ। ਹਾਲਾਂਕਿ ਉਹ ਸ਼ਿਫਟ ਨਹੀਂ ਹੋਏ ਹੈਗੇ, ਉਹ ਟੈਂਪਰੇਰੀ ਸ਼ਿਫਟ ਹੋਏ ਆ, ਉਹ ਵੀ ਟੈਸਟਿੰਗ ਹੀ ਕਰ ਰਹੇ ਆ ਵੀ ਸਾਡੇ ਬਾਂਹ 'ਚ ਝੋਨਾ ਹੁੰਦਾ ਕਿ ਨਹੀਂ। ਬਹੁਤੇ ਰੋਈ ਵੀ ਜਾਂਦੇ ਆ, ਬਹੁਤੇ ਦੁਬਾਰੇ ਫੇਰ ਨਰਮੇ 'ਚ ਆਉਣਗੇ, ਆਉਣਾ ਪਊਗਾ। ਪਰ ਮੈਂ ਕਹਿਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੇਕਰ ਕੋਈ ਤੁਹਾਡੇ ਸਟੇਟ ਦੇ ਵਿੱਚ ਆਊਟਸਾਈਡ ਕੰਪਨੀ ਜਾਂ ਕੋਈ ਅਦਾਰਾ ਕੰਮ ਕਰ ਰਿਹਾ ਹੈਗਾ, ਤਾਂ ਉਹਦੀ ਰਿਸਪੌਂਸੀਬਿਲਟੀ ਬਾਉਂਡ ਕੀ ਕਰਨੀ ਚਾਹੀਦੀ ਆ। ਤਾਂ ਐਤਕੀ ਬਾਈ ਫਿਰ ਕੁੱਲ ਮਿਲਾ ਕੇ, ਜਿਵੇਂ ਤੁਸੀਂ ਗੁਜਰਾਤ ਦੇ ਬੀ ਦੀ ਗੱਲ, ਗੁਜਰਾਤ ਦੇ ਬੀ ਨੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਮਚਾਈ ਉਹੀ ਮੁੱਖ ਕਾਰਨ? ਮੈਂ ਬਿਲਕੁਲ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤਬਾਹੀ ਮਚਾਈ ਹੈ ਜੀ ਉਹਨਾਂ ਨੇ, ਆਪਦੇ ਘਰੇ ਬੈਠ ਕੇ ਇੱਕ ਮਾਈਂਡ ਵੇਵ ਕ੍ਰੀਏਟ ਕਰਤੀ ਕਿ ਜੀ 2003 ਦੇ ਵਿੱਚ BT ਨੂੰ ਮਾਨਤਾ ਮਿਲੀ ਸੀ, ਤੇ ਪੰਜਾਬ 'ਚ ਮੇਰਾ ਆਈਡੀਆ ਵੀ 2007 ਦੇ ਵਿੱਚ ਆਇਆ ਸੀਗਾ। ਕੈਪਟਨ ਸਰਕਾਰ ਨੇ ਇਹਨੂੰ ਧੱਕੇ ਨਾਲ ਲਾਂਚ ਕੀਤਾ ਸੀ, ਉਦੋਂ ਬਾਅਦ ਸਾਰੇ ਕਿਤੇ ਹੋ ਗਿਆ ਸੀਗਾ। ਤੇ ਉਦੋਂ ਕਹਿਣ ਲੱਗੇ ਸੀ ਵੀ ਕਿਸਾਨਾਂ ਦੇ ਪੱਖ ਦਾ ਕੈਪਟਨ, ਉਹਨੇ ਫੈਸਲਾ ਲਿਆ ਕਿਉਂਕਿ ਲੋੜ ਸੀ ਟਾਈਮ ਦੀ ਉਸ ਦੀ। ਤੇ ਫਾਰਮਰ ਨੂੰ ਇਹ ਹੋ ਗਿਆ ਵੀ ਗੁਜਰਾਤ ਨੇ ਕਾਢ ਕੱਢੀ ਸੀ ਉਦੋਂ ਵੀ, ਤੇ ਹੁਣ ਵੀ ਗੁਜਰਾਤ ਵਾਲੇ ਕਾਢ ਕੱਢੀ ਬੈਠੇ ਆ ਵੀ ਉਹ ਬੰਦੇ ਬਾਹਲੇ ਤੇਜ਼ ਆ। ਅਸਲ ਦੇ ਵਿੱਚ ਹੈ ਤਾਂ ਤੇਜ਼ ਉਹ, ਪਰ ਕਾਢ ਕੂੜ ਵਾਲਾ ਕੋਈ ਕੰਮ ਨਹੀਂ ਸੀ। ਉਹ ਕੰਮ ਕਰ ਰਹੇ ਸੀ ਵਿਲਟ ਤੇ, ਕਿ ਜਿਹੜੀ ਕਾਟਨ ਦੀ ਕ੍ਰੌਪ ਆ, ਇਹ ਜਦੋਂ ਮਤਲਬ ਭਾਦੋਂ ਦਾ ਮਹੀਨਾ ਆਉਂਦਾ, ਸਤੰਬਰ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ, ਤਾਂ ਇਹਦੇ ਵਿੱਚ ਸੈਪ ਘਟ ਜਾਂਦਾ, ਇਹਦੇ ਵਿੱਚ ਪੇਲਨੈਸ ਆ ਜਾਂਦੀ ਹੈ, ਬੂਟੇ ਕਮਲਾ ਜਾਂਦੇ ਆ, ਸ਼ੌਕ ਹੋ ਜਾਂਦੇ ਆ, ਵਿਲਟ ਆ ਜਾਂਦੀ ਹੈਗੀ ਆ। ਮਤਲਬ ਬੂਟੇ ਨੂੰ ਝਟਕਾ ਲੱਗਦਾ, ਜਿਵੇਂ ਆਪਾਂ ਸੁੱਚ ਬੰਦ ਕਰ ਦਿੰਦੇ ਹਾਂ, ਵੱਲ ਬੰਦ ਹੋ ਜਾਂਦਾ। ਉਹ ਬੂਟੇ ਦਾ ਜੜਾਂ ਦੇ ਨਾਲੋਂ ਇਸ ਤਰ੍ਹਾਂ ਇੱਕ ਐਕਟੀਵਿਟੀ ਕ੍ਰੀਏਟ ਹੁੰਦੀ ਹੈ ਕਿ ਬੂਟਾ ਖੜਾ ਖੜੋ ਤਾਂ ਸੁੱਕ ਜਾਂਦਾ। ਫਾਰਮਰ ਉਹਦੇ ਸਪਰੇਹਾਂ ਕਰੀ ਜਾਵੇ, ਕੋਈ ਰਿਜ਼ਲਟ ਨਹੀਂ ਆਉਂਦਾ ਹੈਗਾ ਵਧੀਆ। ਤੇ ਉਹਨਾਂ ਨੂੰ ਉਹ ਇਸ 'ਤੇ ਕੰਮ ਕਰ ਰਹੇ ਸੀ ਕਿ ਸਾਡੀ ਫਸਲ ਐਂਡ ਤੱਕ ਹਰੀ ਭਰੀ ਰਹਿੰਦੀ ਆ, ਜਿਹੜੀ ਗੁਲਾਬੀ ਸੁੰਡੀ ਆ ਉਹ ਹਰੀ ਭਰੀ ਫਸਲ 'ਤੇ ਵੱਧ ਆਉਂਦੀ ਆ। ਇਸ ਖੇਤ ਦੇ ਵਿੱਚ ਤੁਸੀਂ ਦੇਖ ਲਓ, ਇਹ 16 ਫੁੱਟ ਟਿੱਬੇ ਨੂੰ ਕਰਾ ਕੇ 2003 ਦੇ ਵਿੱਚ ਪੈਲੀ ਇਹ 35 11 ਨਾਲ ਪੱਧਰ ਕਰੀ ਹੋਈ ਹੈ,
ਤੇ ਮਤਲਬ ਮਿੱਟੀ ਹੱਲੀ ਚੁੱਲੀ ਆ, ਓਰੀਜਨਲ ਸੋਇਲ ਨਹੀਂ ਹੈਗੀ। ਚਲੋ ਉਸ ਤੋਂ ਬਾਅਦ ਖੇਤੀ ਹੋਈ ਗਈ ਹੈ ਤੇ ਆਪਾਂ ਸਾਂਭ ਸੰਭਾਲ ਤੇ ਕੰਮ ਕਰ ਲਿਆ। ਇਸ ਮਿੱਟੀ ਦੇ ਵਿੱਚ ਆਪਣੀ ਤਾਕਤ ਨਹੀਂ ਹੈਗੀ ਜਿੰਨੀ ਆਪਾਂ ਕਹਿ ਸਕਦੇ ਹਾਂ। ਪਰ ਫਿਰ ਵੀ ਮੈਂ ਇੰਨੇ ਮਾੜੇ ਖੇਤ ਦੇ ਵਿੱਚ ਵੀ ਸਿਰਫ 12 ਕਿਲੋ ਮੋਟਾ ਯੂਰੀਆ ਬਿਜਾਈ ਕੀਤਾ, ਅੱਧਾ ਗੱਟਾ ਯੂਰੀਆ ਪਾਇਆ, ਬਾਕੀ ਸਾਰਾ ਸਪਰੇਆਂ 'ਚ ਜਾਈ ਜਾਂਦਾ। 1-2% ਯੂਰੀਆ ਹਰੇਕ ਸਪਰੇਅ 'ਚ ਜਾਈ ਜਾਂਦਾ, ਕਿਉਂਕਿ ਇਹਦੇ ਪੱਤੇ ਦਾ ਏਰੀਆ ਬਹੁਤ ਜ਼ਿਆਦਾ ਆ। ਹਰ ਪੱਤੇ ਦੇ ਵਿੱਚ ਪਤਾ ਨਹੀਂ ਹਜ਼ਾਰਾਂ ਕਰੋੜਾਂ ਸੈੱਲ ਨੇ ਜਿਹੜੇ ਉਸ ਚੀਜ਼ ਨੂੰ, ਤਾਕਤ ਨੂੰ ਗ੍ਰਹਿਣ ਕਰ ਲੈਂਦੇ ਨੇ। ਤੇ ਜੇ ਪੱਤਿਆਂ ਦੇ ਵਿੱਚ ਜਾਣ ਆ ਤਾਂ ਉੱਥੋਂ ਹੀ ਭੋਜਨ ਬਣ ਕੇ ਸਾਰੇ ਬੂਟੇ 'ਚ ਫੈਲ ਜਾਂਦਾ। ਜੇ ਥੱਲੇ ਦਿੰਨੇ ਆ ਤਾਂ ਬੂਟੇ ਦੇ ਥੱਲੇ NO3 ਐਕਟਿਵ ਹੋ ਜਾਂਦਾ, ਗੈਸ ਬਣ ਕੇ ਯੂਰੀਆ ਐਕਟਿਵ ਹੋ ਜਾਂਦਾ, ਜਿਹਦੇ ਨਾਲ ਸਕਿੰਗ ਪੈਸਟ ਨੂੰ ਪ੍ਰੋਟੀਨ ਮਿਲਦਾ। ਤੇ ਜਿਹਨੂੰ ਪ੍ਰੋਟੀਨ ਮਿਲ ਗਿਆ ਫਿਰ ਉਹਦੇ ਡੌਲੇ ਪੂਰੇ ਤਕੜੇ ਬਣ ਜਾਂਦੇ ਆ। ਫਿਰ ਕਾਫੀ ਬੰਦਿਆਂ ਦੀ ਇਹ ਪ੍ਰੋਬਲਮ ਆ। ਇੱਕ ਅਫਵਾਹ ਫੈਲੀ ਕਿ ਤੁਸੀਂ ਮੋਟਾ ਸੰਤਰਾ ਸਪਰੇਅ ਕਰ ਦਿਓ, ਵੀ ਉਹ ਕੁਛ ਬੰਦਿਆਂ ਦੇ ਇਸ ਤਰ੍ਹਾਂ ਦੇ ਮਾਈਂਡ ਸੈੱਟ ਹੁੰਦੇ ਆ, ਕਿਉਂਕਿ ਮਾਈਂਡ ਵੇਵ ਆ ਜਿਹੜੀ ਮਿੰਥ ਆ, ਹਮੇਸ਼ਾ ਹੀ ਉਹ ਨੈਗੇਟਿਵ ਫੈਲਦਾ। ਮਿੰਥ ਕਦੇ ਪੋਜ਼ਿਟਿਵ ਨਹੀਂ ਫੈਲਦਾ ਹੈਗਾ। ਤੁਸੀਂ ਦੇਖੋ, ਜੇ ਪੋਜ਼ਿਟਿਵ ਹੋਊਗਾ ਤਾਂ ਉਹਨੂੰ ਵੀ ਗਲਤ ਤਰੀਕੇ ਨਾਲ ਫੈਲਾਉਣ, ਕਿਉਂਕਿ ਆਪਣੇ ਸੋਸਾਇਟੀ ਦੀ ਇਹ ਪ੍ਰੋਬਲਮ ਆ। ਆਪਣੇ ਕਹਿੰਦੇ ਵੀ ਸਿਆਣਿਆਂ ਦੀ ਕਹਾਵਤ ਹੈ, ਉਹ ਸਿਆਣਿਆਂ ਨੇ ਕਹਾਵਤ ਤਾਂ ਬਣਾਈ ਹੁੰਦੀ ਹੈ ਵੀ ਸਿੱਧੇ ਤਾਂ ਮਗਰ ਲੱਗਦੇ ਨਹੀਂ ਹੈਗੇ, ਵੀ ਇਹਨਾਂ ਨੂੰ ਕਿਸੇ ਚੀਜ਼ ਗੱਲ ਜੀ ਨਾਲ ਜੋੜ ਦਿਓ। ਜਿਵੇਂ ਵੀ ਤੁਸੀਂ ਗੇਟ 'ਚ ਬਹਿ ਕੇ ਰੋਟੀ ਖਾਓਗੇ, ਸਿਰ ਦੁਖਣ ਲੱਗ ਜੂ, ਵੀ ਉਹ ਗੇਟ 'ਚ ਵੀ ਹੋਰ ਬੰਦੇ ਨੇ ਲੱਗਣਾ ਹੁੰਦਾ ਤਾਂ ਨਾ ਖਾਓ ਰੋਟੀ। ਉਹ ਆਪਣੇ ਲੋਕਾਂ ਦੀ ਮਿੰਥ ਹੈ ਇਹ, ਵੀ ਸਿਆਣਿਆਂ ਨੇ ਕਿਹਾ। ਜਿਹੜੀ ਇਹ ਪ੍ਰੋਬਲਮ ਸੀਗੀ ਵੀ ਕਿਸੇ ਨੇ ਚਲੋ ਸਪਰੇਅ ਕਰਤੀ, ਉਹ ਮੰਨ ਲਓ ਵੀ ਜੇ ਆਪਾਂ ਉਹਨੂੰ ਕਾਮਨਲੀ ਸੋਚ ਗਏ ਵੀ ਜਿੱਥੇ ਤਾਂ ਬੰਦੇ ਬਹੁਤ ਇਕੱਠੇ ਹੋ ਜਾਂਦੇ, ਜਿੱਥੇ ਮਾੜੀ ਸ਼ਰਾਬ ਡੁੱਲੀ ਹੋਵੇ ਹੈ, ਵੋਟਾਂ ਵਾਟਾ ਤੁਹਾਨੂੰ ਪਤਾ ਹੀ ਹੈ, ਤੇ ਜੇ ਨਰਮੇ ਦੇ ਸ਼ਰਾਬ ਸਪਰੇਅ ਕਰਤੀ ਤੇ ਇੱਥੇ ਤਾਂ ਮੱਛਰ ਹੋਰ ਵੀ ਇਕੱਠਾ ਹੋ ਸਕਦਾ। ਕਿਉਂਕਿ ਇੱਕ ਐਡਹਾਉਲਿਕ ਕੈਮੀਕਲ ਆ ਜਿਹੜਾ ਕਿ ਤੁਹਾਨੂੰ ਟੈਨਸ਼ਨ ਫਰੀ ਕਰਦਾ। ਜਦੋਂ ਮੱਛਰ ਦੀ ਤੁਸੀਂ ਟੈਨਸ਼ਨ ਹੀ ਫਰੀ ਕਰਤੀ ਤੇ ਫਿਰ ਉਹ ਬਹੁਤ ਜ਼ਿਆਦਾ ਮਾਤਰਾ 'ਚ ਵੀ ਆ ਸਕਦਾ। ਬਿਲਕੁਲ ਠੀਕ ਹੈ। ਹੁਣ ਇਹਦੀ ਚੁਗਾਈ ਤਾਂ ਹਜੇ ਪਹਿਲੀ ਹੋਣੀ ਆ ਬਾਈ? ਹਾਂਜੀ, ਬਸ ਇਹਨੂੰ 10-15 ਦਿਨ ਤੱਕ ਚੁਗਾਈ ਸ਼ੁਰੂ ਕਰਾਂਗੇ ਇਹਦੀ। ਤੇ ਸਾਨੂੰ ਹਜੇ ਤੱਕ ਵੀ ਇਹ ਡਰ ਹੈਗਾ, ਹਜੇ ਡਰ ਹੈ ਹਾਂ, ਵੀ ਕਿਉਂਕਿ ਇਹ ਦੇਖੋ ਕਲਾਈਮੇਟ ਦੇ ਨਾਲ ਆਪਾਂ ਨੂੰ ਮਿਲ ਕੇ ਚੱਲਣ ਦੀ ਲੋੜ ਹੁੰਦੀ ਹੈ। ਮਹਿਕਮੇ ਨੂੰ ਵੱਡੇ ਪੱਧਰ ਤੇ, ਸਰਕਾਰ ਨੂੰ ਵੱਡੇ ਪੱਧਰ ਤੇ ਖਰਚਾ ਜਿਹੜਾ ਕਲਾਈਮੇਟ ਵਾਰਨਿੰਗ ਤੇ ਕੰਮ ਕਰਨਾ ਚਾਹੀਦਾ ਕਿ ਆਉਣ ਵਾਲੇ 72 ਘੰਟਿਆਂ ਦਾ ਮੌਸਮ ਹੈ, ਇਸ ਏਰੀਏ ਦਾ ਕਿੱਦਾਂ ਰਹੇਗਾ। ਸਾਰੇ ਪੰਜਾਬ 'ਚ ਮੀਂਹ ਪਏਗਾ ਜਾਂ ਨਹੀਂ ਪਏਗਾ ਉਹਦਾ ਮੈਨੂੰ ਕੀ ਭਾ, ਮੇਰੇ ਪਿੰਡ 'ਚ ਪਏਗਾ ਕਿ ਨਹੀਂ ਪਏਗਾ। ਠੀਕ ਹੈ, ਸਾਰੇ ਪੰਜਾਬ 'ਚ ਰੈੱਡ ਵਾਰਨਿੰਗ ਆ, ਮੇਰਾ ਪਿੰਡ 20 ਦਿਨਾਂ ਤੋਂ 25 ਦਿਨਾਂ ਸੁੱਕਾ ਪਿਆ, ਮੈਂ ਬਾਰੀ ਲਾਉਣ ਨੂੰ ਝੱਕੀ ਜਾਂਦਾ। ਤਾਂ ਇਹ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਉਹਦੇ ਡੀਪਲੀ ਕੰਮ ਕਰਨ ਦੀ ਲੋੜ ਆ। ਯੂਪੀ ਸਰਕਾਰ ਇਹ 'ਤੇ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਵੀ ਇਸ 'ਤੇ ਬਜਟ ਰੱਖਣਾ ਚਾਹੀਦਾ ਕਿ ਆਪਾਂ ਨੂੰ ਮੌਸਮ ਦੇ ਨਾਲ ਘੰਟਿਆਂ ਬੰਦੀ ਟੰਚ ਰਹਿਣਾ ਚਾਹੀਦਾ। ਠੀਕ ਹੈ, ਕਿਉਂਕਿ ਜਿਹੜੀ ਐਕਤੀ ਡਾਇਰੈਕਸ਼ਨ ਚੇਂਜ ਹੋਈ ਆ ਹਵਾਵਾਂ ਦੀ, ਕਲਾਈਮੇਟ ਦੀ, ਵਰਖਾ ਦਾ ਲੰਮਾ ਦੌਰ ਚੱਲਿਆ। ਪੂਰਬੀ ਹਵਾਵਾਂ, ਸਾਊਥ ਦੀਆਂ ਹਵਾਵਾਂ, ਪੱਛਮ ਤਾਂ ਇੱਕ ਦਿਨ ਵੀ ਨਹੀਂ ਚੱਲੀ। ਪੱਛਮ ਦੀ ਹਵਾ ਹਮੇਸ਼ਾ ਖੁਸ਼ਕ ਹੁੰਦੀ ਹੈ, ਜਿਹੜੀ ਮਾਲਵੇ ਦੇ 'ਚ ਐਂਟਰ ਕਰਦੀ ਹੈ। ਜਿਹੜੀ ਬਿੱਗ ਕਾਟਨ ਬੈਲਟ ਆ ਜਿਹੜੀ ਬਾਰਡਰ ਦੀ, ਉਹਦੇ 'ਤੇ ਜਿੰਨੀ ਐਂਟਰ ਕਰਦੀ ਹੈ ਉਹ ਖੁਸ਼ਕ ਹਵਾ ਐਂਟਰ ਕਰਦੀ ਹੈ। ਖੁਸ਼ਕੀ ਕਰਕੇ ਜਿਹੜਾ ਕਰੌਪ ਆ ਉਹ ਇਨਸੈਕਟ ਫਰੀ ਹੋ ਜਾਂਦੀ ਹੈ, ਕਿਉਂਕਿ ਖੁਸ਼ਕੀ ਕਰਕੇ ਪਲਾਂਟ ਦੇ ਵਿੱਚ ਸਰਵਾ ਪਾਣੀ ਨਹੀਂ ਆਉਂਦਾ ਹੈਗਾ। ਜੇ ਸਰਵਾ ਪਾਣੀ ਆਉਂਦਾ ਹੈਗਾ ਤਾਂ ਮੱਛਰਾਂ ਦੀ ਗਿਣਤੀ ਨਹੀਂ ਵੱਧਦੀ ਹੈਗੀ। ਜਦੋਂ ਗਿਣਤੀ ਨਹੀਂ ਵੱਧਦੀ, ਬੂਟਾ ਸਟ੍ਰੈਸ ਫਰੀ ਰਹਿੰਦਾ ਤਾਂ ਉਹ ਜ਼ਿਆਦਾ ਫਰੂਟ ਲੈਂਦਾ ਤੇ ਖੁਸ਼ ਰਹਿੰਦਾ, ਫਸਲ ਹਰੀ ਭਰੀ ਰਹਿੰਦੀ ਹੈ, ਬਿਮਾਰੀ ਨਹੀਂ ਆਉਂਦੀ ਹੈਗੀ। ਐਕਤੀ ਉਹ ਮੌਸਮ ਹੀ ਨਹੀਂ ਬਣਿਆ। ਮੌਸਮ ਕੀ ਰਿਹਾ? ਪੂਰਬੀ ਹਵਾਵਾਂ ਨਮੀ ਵਾਲੀਆਂ 70% ਤੱਕ ਨਮੀ ਚੱਲੀ ਗਈ ਹੈ, ਸਾਊਥ ਦਾ ਵੀ ਚੱਲੀ ਗਿਆ, ਜਿਹਦੇ ਕਰਕੇ ਜਿੰਨਾ ਏਰੀਆ ਕਾਟਨ ਦਾ ਪਤੰਗਾ ਐਕਟਿਵ ਹੋਇਆ ਸੀਗਾ ਉਹਨੂੰ ਵੱਡੀ ਬੈਲਟ ਨਹੀਂ ਕੋਈ ਮਿਲੀ। ਉਹਨੂੰ ਟੋਟੇ ਮਿਲਿਆ 5-5 ਕਿੱਲਿਆਂ ਦੇ, 50 ਕਿੱਲਿਆਂ ਦਾ ਮਿਲ ਗਿਆ ਹੋਊ, ਚੱਲ 1000 ਕਿੱਲੇ ਦਾ ਮਿਲ ਗਿਆ ਹੋਊ। ਪਿਛਲੀ ਵਾਰ ਉਹਨੂੰ ਵੱਡੀ ਬੈਲਟ ਮਿਲੀ ਆ, ਉਹਨੂੰ 2-2 ਹਜ਼ਾਰ ਦਾ ਕਿੱਲਾ ਇਕੱਠਾ ਪਲਾਟ ਮਿਲਿਆ ਪਤੰਗੇ ਨੂੰ। ਜਦੋਂ ਵੀ ਉਹ ਪੱਛੋਂ ਚੱਲਦੀ ਸੀਗੀ ਤਾਂ ਉਹ ਸੈਂਟਰ ਦੇ ਵਿੱਚੋਂ ਜਿਹੜੀ ਕਾਟਨ ਵੱਡੀ ਬੈਲਟ ਬਣਦੀ ਹੈ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ, ਤਿੰਨਾਂ ਦੀ, ਤਾਂ ਉਹ ਪੂਰਬ ਨੂੰ ਚੱਲ ਪੈਂਦਾ ਸੀ। ਜਦੋਂ ਪੂਰਬ ਤੋਂ ਹਵਾ ਚੱਲਦੀ ਸੀ ਉਹ ਪੱਛੋਂ ਨੂੰ ਚੱਲ ਪੈਂਦਾ ਸੀ। ਇੱਕ ਬੈਲਟ 2 ਵਾਰੀ ਰਗੜੀ ਗਈ। ਰਾਜਸਥਾਨ ਵਾਲੇ ਬਚ ਗਏ, ਬਾਕੀ ਸਾਰੇ ਮਾਂਜੇ ਗਏ। ਠੀਕ ਹੈ, ਇਸ ਵਾਰ ਸਿਰਫ ਹਵਾਵਾਂ ਹੀ ਪੂਰਬ ਦੀਆਂ ਜਾਂ ਸਾਊਥ ਦੀਆਂ ਚੱਲੀਆਂ, ਜਿਹਦੇ ਕਰਕੇ ਜਿੰਨਾ ਪਤੰਗਾ ਐਕਟੀਵੇਟ ਹੋਇਆ ਉਹ ਜਾਂ ਤਾਂ ਪਾਕਿਸਤਾਨ ਚਲਾ ਗਿਆ, ਜਾਂ ਬਾਰਿਸ਼ ਨੇ ਡੈਡ ਕਰਤਾ, ਜਾਂ ਉਹਨਾਂ ਦੀ ਐਗ ਲੇਇੰਗ ਜਿਹੜੀ ਪੀਕ ਲੇਅਰ ਉਹਨਾਂ ਦੀ ਸਟੇਜ ਆਉਣੀ ਸੀਗੀ, ਮਤਲਬ ਕਿ ਜਦੋਂ ਵੱਡਾ ਹਮਲਾ ਹੋਣਾ ਸੀ ਉਹ ਲੇਟ ਹੋ ਗਿਆ। ਹੁਣ ਫਸਲਾਂ ਦੁਬਾਰੇ ਸੋਹਣੀਆਂ ਮੰਨ ਲੱਗ ਗਈਆਂ, ਜਿਨ੍ਹਾਂ ਦੇ ਨਰਮੇ ਬਚੇ ਹੋਏ, ਜਿਨ੍ਹਾਂ ਨੇ ਸਾਂਭ ਸੰਭਾਲ ਲਈ, ਜਿਨ੍ਹਾਂ ਨੇ ਥੋੜ੍ਹੇ ਕਰੜੇ ਦਿਲ ਨਾਲ ਚੱਲੇ ਆ। ਤਾਂ ਹੁਣ ਇਹ 'ਤੇ ਖਤਰਾ ਹੈਗਾ ਕਿ ਜਿੰਨਾ ਵੀ ਪਤੰਗੇ ਨੇ ਪਹਿਲਾਂ ਆਪਣੇ ਆਪ ਨੂੰ ਮਲਟੀਪਲਾਈ ਕੀਤਾ ਹੋਇਆ ਜਾਂ ਥੋੜ੍ਹੀ ਬਹੁਤ ਸੁੰਡੀ ਤੁਹਾਡੇ ਖੇਤ 'ਚ ਐਕਟਿਵ ਹੈਗੀ ਆ, ਤਾਂ ਹੁਣ ਤੋਂ ਸਤਰਕ ਲੈਣ ਦੀ ਲੋੜ ਆ। ਅਸੀਂ ਵੀ ਸਾਰੇ ਟਰੈਪ ਵਗੈਰਾ ਲਾ ਰੱਖੇ ਹੈਗੇ ਆ, ਇਹਨੂੰ ਅਸੀਂ ਹਰ ਤੀਸਰੇ ਦਿਨ ਮੋਨੀਟਰ ਕਰ ਰਹੇ ਹੈਗੇ ਆ। ਕਿਉਂਕਿ ਆਪਣੇ ਇੱਕ ਪ੍ਰੋਬਲਮ ਆ ਆਪਣੇ ਲੋਕਾਂ ਦੀ, ਜਿਹੜੀ ਕੋਈ ਨਵੀਂ ਚੀਜ਼ ਆਉਂਦੀ ਆ ਪਹਿਲਾਂ ਤਾਂ ਉਹਦੀ ਰੱਜ ਕੇ ਭੰਡੀ ਕਰਨੀ ਆ। ਠੀਕ ਹੈ, ਮੰਨ ਲਓ ਨਵੀਂ ਆ ਗਈ ਤਕਨੋਲੋਜੀ ਨੂੰ ਵੀ ਭੰਡ ਦੇਣਾ। ਕੋਈ ਵੀ ਚੀਜ਼ ਆ ਗਈ, ਚਾਹੇ ਕਿਸੇ ਵੀ ਮਾਰਕੀਟ ਦੇ ਵਿੱਚ ਕੋਈ ਚੀਜ਼ ਆ, ਚਲੋ ਖੇਤੀਬਾੜੀ ਦੀ ਗੱਲ ਕਰਦੇ ਹਾਂ ਆਪਾਂ, ਜਾਂ ਨਵੀਂ ਖਾਦ ਆ ਗਈ, ਜਾਂ ਨਵਾਂ ਕੋਈ ਸੰਦ ਹੀ ਆ ਗਿਆ। ਮੰਨ ਲਓ ਰੋਟਾਵੇਟਰ ਆਇਆ ਸੀ, ਉਹਨੂੰ ਰੱਜ ਕੇ ਭੰਡਿਆ ਲੋਕਾਂ ਨੇ, ਤੇ ਅੱਜ ਕੱਲ੍ਹ ਮਤਲਬ 2 ਕਿੱਲੇ ਵਾਲੇ ਦੇ ਘਰੇ ਖੜਾ ਰੋਟਾਵੇਟਰ, ਘਰ ਰੋਟਾਵੇਟਰ ਖੜਾ ਨਾ। ਇਹੀ ਪ੍ਰੋਬਲਮ ਆ। ਜਿਵੇਂ ਹੁਣ ਆਪਾਂ ਮੰਨ ਲਓ ਗੁਲਾਬੀ ਸੁੰਡੀ ਨੂੰ ਉਹ
ਮੋਨੀਟਰ ਕਰਨ ਵਾਸਤੇ, ਦੇਖਣ ਦੇ ਵਾਸਤੇ ਵੀ। ਹੁਣ ਰਾਤ ਨੂੰ ਤਾਂ ਆਪਾਂ ਖੜੇ ਨਹੀਂ ਰਹਿੰਦੇ ਖੇਤ ਦੇ ਵਿੱਚ, ਵੀ ਆਪਣੇ ਖੇਤ ਦੇ ਵਿੱਚ ਕਿੰਨੇ ਕੁ ਪਤੰਗਿਆਂ ਦਾ ਆਉਣਾ ਜਾਣਾ ਤੇ ਕਿੰਨੀ ਕੁ ਜ਼ਿਆਦਾ ਗਿਣਤੀ ਆ ਉਹਨਾਂ ਦੀ। ਉਹ ਟਰੈਪ ਲੱਗਿਆ ਹੋਇਆ, ਉਹਨੂੰ ਆਪਾਂ ਹਰ ਤੀਸਰੇ ਦਿਨ ਮੋਨੀਟਰ ਕਰਦੇ ਰਹਿੰਦੇ ਆ ਵੀ ਆਪਾਂ ਨੂੰ ਸਤਰਕ ਜੇ ਹੋ ਜਾਂਦੇ ਆ ਯਾਰ ਵੀ ਇਹ ਤਾਂ 15 ਦਿਨਾਂ ਨੂੰ ਘਸਮਾਨ ਪਾ ਦੂ ਜੇ ਆਪਾਂ ਨਾ ਅਵੇਅਰ ਹੋਏ। ਠੀਕ ਹੈ, ਆਪਣੀ ਫਸਲ ਪੀਕ ਤੇ ਚੱਲ ਰਹੀ ਆ, ਆਪਾਂ ਰਿਸਕ ਨਹੀਂ ਲੈ ਸਕਦੇ। ਇਦੋਂ ਪਹਿਲਾਂ ਜੋ ਹੋ ਗਿਆ ਹੋ ਗਿਆ। ਹੁਣ ਆਪਣੇ ਕੋਲੇ ਸਿਰਫ ਨਰਮੇ ਨੂੰ ਸਾਂਭਣ ਦੇ 15 ਦਿਨ ਹੀ ਬਚੇ ਆ। 15 ਦਿਨਾਂ ਬਾਅਦ ਨਰਮਾ ਜਿਹੜਾ ਮੈਚੁਰ ਸਟੇਜ 'ਚ ਚਲਾ ਜਾਣਾ, ਉਹਨੂੰ ਕੁਛ ਖਵਾ ਲਓ, ਜਿਹੜਾ ਉਹਨੇ ਫਰੂਟ ਤਿਆਰ ਕਰਿਆ ਉਹੀ ਪੱਕਣਾ। ਠੀਕ ਹੈ, ਕਿਉਂਕਿ ਜਿਨ੍ਹਾਂ ਦੇ ਹੁਣ ਵੀ ਨਰਮੇ ਬਚੇ ਹੋਏ ਆ, ਬਹੁਤੇ ਫਾਰਮਰ ਕਹਿੰਦੇ ਆ ਕਿ ਮੋਨੋ ਦੀ ਸਪਰੇਅ ਨਾ ਕਰੋ। ਮੈਂ ਵੀ ਕਹਿਣਾ ਨਾ ਕਰੋ, ਇਹ ਸਾਰਿਆਂ ਨੂੰ ਮਾਰ ਦਿੰਦੀ ਆ। ਪਰ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ, ਜਦੋਂ ਤੁਹਾਡੇ ਆਪਦੇ ਮਰਨ ਦੇ ਹਾਲਾਤ ਹੋ ਜਾਣ, ਤਾਂ ਫਿਰ ਤੁਹਾਨੂੰ ਕਰਨੀ ਪੈਂਦੀ ਹੈ। ਮਰਦੇ ਨੂੰ ਤਾਂ ਬਹੁਤ ਕੁਝ ਕਰਨਾ ਪੈਂਦਾ, ਕਈ ਵਾਰੀ ਦੁਸ਼ਮਣ ਨੂੰ ਮਾਰਨਾ ਵੀ ਪੈਂਦਾ ਜਦੋਂ ਉਹ ਮਾਰਨ ਆ ਜਾਂਦਾ। ਤਾਂ ਬਹੁਤੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਗਰੁੱਪ ਵੀ ਹੈਗੇ ਜਿਹੜੇ ਕਿ ਨਰਮੇ ਦੇ ਵਿੱਚ ਲੋਕਾਂ ਦਾ ਘੱਟ ਖਰਚਾ ਕਰਾ ਕੇ ਰਾਜੀ ਆ, ਮਿਹਨਤ ਜ਼ਿਆਦਾ ਕਰਾ ਕੇ ਰਾਜੀ ਆ। ਪਰ ਆਪਣੇ ਲੋਕ ਕਹਿੰਦੇ ਵੀ ਅਸੀਂ ਤਾਂਸ ਜ਼ਿਆਦਾ ਖੇਡਣੀ ਆ, ਅਸੀਂ ਮਿਹਨਤ ਨਹੀਂ ਕਰਨੀ, ਸਾਡੇ ਕੋਲ ਪੈਸੇ ਹੈਗੇ ਆ, ਸਾਨੂੰ ਦੱਸੋ ਤੁਸੀਂ ਕਿਹੜੀ ਸਪਰੇਅ ਕੰਮ ਕਰੋਗੇ, ਅਸੀਂ ਉਹੀ ਲਿਆ ਕੇ ਕਰ ਲਾਂਗੇ। ਇਹ ਉਸੇ ਸੋਚ ਨੇ ਆਪਾਂ ਪਿੱਛੇ ਜਾ ਰਹੇ ਹਾਂ ਉਸੇ ਕਰਕੇ, ਕਿਉਂਕਿ ਮੈਨੂੰ ਲੱਗਦਾ ਵੀ ਹੁਣ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਘੰਟੇ ਪਹਿਲਾਂ ਵੀ 24 ਸੀ, ਹੁਣ ਵੀ 24 ਹੈ। ਪਹਿਲਾਂ ਲੋਕ ਸ਼ਾਇਦ ਮੋਬਾਈਲ ਨਹੀਂ ਚਲਾਉਂਦੇ ਸੀਗੇ, ਆਪਣੇ ਦਾਦੇ ਨਾਨਿਆਂ ਨੇ ਇਹਨਾਂ ਨੂੰ ਖੇਤਾਂ ਨੂੰ ਪੱਧਰ ਕਰਕੇ ਆਪਾਂ ਨੂੰ ਰੋਟੀ ਖਾਂਦੇ ਕਰਤਾ। ਉਹਨਾਂ ਨੇ 16 ਕਿੱਲੇ ਟਿੱਬੇ ਪੱਧਰ ਕਰ ਲਏ, 35 ਹੱਸ ਪਾਵਰ ਟਰੈਕਟਰਾਂ ਦੇ ਨਾਲ। ਆਪਣੇ ਕੋਲੇ 4x4 ਆ, ਫਿਰ ਵੀ ਆਪਾਂ ਮਰ ਰਹੇ ਹਾਂ, ਆਪਣੇ ਤੋਂ ਪੈਸੇ ਨਹੀਂ ਬਚ ਰਹੇ। 20 ਕਿੱਲਿਆਂ ਵਾਲੇ ਦੀ ਕਾਤ ਨਹੀਂ ਹੈਗੀ, ਕਿੱਲਾ ਜ਼ਮੀਨ ਮੁੱਲ ਲੈ ਲੇ। ਤੇ ਜਿਹੜੇ ਬੰਦੇ ਕੋਲੇ ਪਹਿਲਾਂ 20 ਕਿੱਲੇ ਸੀ, ਉਹਨੇ 20 ਬਣਾ ਕੇ ਮਰਿਆ। ਇਦੋਂ ਪਹਿਲਾਂ ਜਿਹੜਾ ਮੇਰਾ ਦਾਦਾ ਸੀ, ਮੰਨ ਕੇ ਚੱਲੋ ਤੁਹਾਡੇ ਵੀ ਪੁਰਖੇ ਇਸ ਤਰ੍ਹਾਂ ਦੀ ਹੋਣੇ ਆ ਵੀ ਉਹ ਮੁਰੱਬੇ ਵਾਲੇ 4-4 ਮੁਰੱਬੇ ਵੀ ਬਣਾ ਗਏ। ਉਹਨਾਂ ਕੋਲੇ ਇੱਕ ਟਰੈਕਟਰ ਸੀ, ਆਪਣੇ ਕੋਲੇ 4-4 ਖੜੇ ਆ। ਵੀ ਆਪਣੇ ਅਸਲ ਦੇ ਵਿੱਚ ਰੁਝਾਨ ਵੱਖਰੇ ਹੋ ਗਏ, ਆਪਣੇ ਖਰਚੇ ਜ਼ਿਆਦੇ ਹੋ ਗਏ। ਆਪਾਂ ਟੋਟਲ ਬਜਟ ਦੀ ਗੱਲ ਕਰੀਏ ਤਾਂ ਇੱਕ ਨਾਰਮਲ ਫਾਰਮਰ ਦਾ ਬਹੁਤ ਜ਼ਿਆਦਾ ਖਰਚ ਚਲਾ ਗਿਆ, ਬਹੁਤ ਜ਼ਿਆਦਾ, ਜਿਹਦੀ ਉਹਨੂੰ ਚੀਜ਼ ਦੀ ਲੋੜ ਹੀ ਨਹੀਂ ਹੈਗੀ। ਕਿਉਂਕਿ ਸਬਸਿਡੀਆਂ ਦੇ ਚੱਕਰ ਦੇ ਵਿੱਚ ਆਪਾਂ ਨੂੰ ਟਰੈਕਟਰ ਵੀ ਅਪਗ੍ਰੇਡ ਕਰਨਾ ਪੈਂਦਾ, ਸੰਦ ਵੀ ਰੱਖਣੇ ਪੈਂਦੇ ਆ, ਜਿਨ੍ਹਾਂ ਨੇ ਸਾਲ ਦੇ ਵਿੱਚ 40 ਦਿਨ ਕੰਮ ਕਰਨਾ ਤੇ ਬਾਕੀ ਸਾਰਾ ਸਾਲ ਘਰੇ ਖੜੇ ਰਹਿੰਦੇ, ਖੜਿਆਂ ਦਾ ਵੀ ਪੈਸਾ ਪਈ ਜਾਂਦਾ। ਬਿਲਕੁਲ ਭਾਈ, ਇੱਕ ਚੀਜ਼ ਹੋਰ ਆ, ਜਿਵੇਂ ਹੁਣ ਜ਼ਮੀਨ ਦੀ ਗੱਲ ਹੁੰਦੀ ਹੈ, ਖੇਤੀ ਦੀ ਗੱਲ ਹੁੰਦੀ ਹੈ, ਕਹਿੰਦੇ ਖੇਤੀ ਜਿਹੜੀ ਸਾਡੇ ਪੰਜਾਬ ਦੀ ਜ਼ਮੀਨ ਆ ਉਹ ਤਾਂ ਸੋਨਾ ਗਾਉਂਦੀ ਆ, ਤੇ ਅਸੀਂ ਉਹ ਆ, ਫਿਰ ਅਸੀਂ ਤਾਂ ਜੋਰੀ ਹੋ ਗਏ ਵੀ ਅਸੀਂ ਸੋਨਾ ਗਾ ਰਹੇ ਹਾਂ, ਤੇ ਪਰ ਫਿਰ ਤੁਹਾਡੇ ਵਾਲੀ ਗੱਲ ਭੁੱਖੇ ਅਸੀਂ ਫਿਰ ਵੀ ਮਰ ਰਹੇ ਹਾਂ। ਦੇਖੋ ਜੀ, ਮੈਂ ਤਾਂ ਇਹ ਕਹਿਣਾ ਵੀ ਜਿਹੜਾ ਗਰਾਓ ਆ ਪੰਜਾਬ ਨੂੰ, ਉਹ ਠੇਕੇ ਦੀ ਜ਼ਮੀਨ ਕਰਕੇ ਲੱਗਿਆ ਹੋਇਆ। ਆਪਣੇ ਹੁਣ ਖੇਤੀਬਾੜੀ ਮੰਤਰੀ ਕੈਬਨਿਟ ਦੇ ਵਿੱਚ ਡਾਕਟਰ ਸਰਦਾਰ ਧਾਲੀਵਾਲ ਸਾਹਿਬ ਆ, ਤੇ ਉਹਨਾਂ ਨੇ ਵੀ ਕਾਫੀ ਪ੍ਰਯਤਨ ਕਰ ਰਹੇ ਆ, ਪਹਿਲਾਂ ਵੀ ਕਰ ਰਹੇ ਸੀ ਜਿੰਨੇ ਮੰਤਰੀ ਸੀ। ਮਤਲਬ ਸਰਕਾਰਾਂ ਨੂੰ ਇੱਕ ਪੈਂਤਰਾ ਕਰਨਾ ਪੈਂਦਾ, ਲੋਕਾਂ ਨੂੰ ਗਾਈਡ ਕਰਨ ਵਾਸਤੇ, ਕਹਿ ਲਾ ਲੋਕਾਂ ਨੂੰ ਇੱਕ ਲਹਿਰ ਬਣਾਉਣ ਵਾਸਤੇ ਪੈਸਾ ਖਰਚਣਾ ਪੈਂਦਾ ਹੈਗਾ। ਪਰ ਪ੍ਰੋਬਲਮ ਕੀ ਆ, ਆਪਣੇ ਲੋਕਾਂ ਦੀ ਮਾਈਂਡ ਵੇਵ ਇਹ ਆ ਵੀ ਜੇ ਤਾਂ ਕੋਈ ਸਰਕਾਰ ਚੰਗਾ ਕਦਮ ਪੁੱਟਦੀ ਆ ਤਾਂ ਆਪਣੇ ਲੋਕ ਪਿੱਠ ਕਰਕੇ ਖੜ ਜਾਂਦੇ ਆ, ਤੇ ਜੇ ਆਪਣੇ ਲੋਕ ਚੰਗਾ ਕੰਮ ਕਰਦੇ ਆ ਤਾਂ ਸਰਕਾਰ ਨਹੀਂ ਸਾਥ ਦਿੰਦੀ ਹੈਗੀ, ਫਿਰ ਧਰਨਾ ਲਾਉਣਾ ਪੈਂਦਾ। ਮਤਲਬ ਦੋਨਾਂ ਦੀ ਕੈਮਿਸਟਰੀ ਨਹੀਂ ਹੈਗੀ। ਕਰਨਾ ਆਪਾਂ ਪੰਜਾਬ ਵਾਸਤੇ ਇਹ ਕੰਮ ਸਾਰਿਆਂ ਨੇ, ਜਿੰਨੇ ਸੋਸ਼ਲ ਐਕਟਿਵਿਸਟ ਫਿਰਦੇ ਆ ਸਾਰੇ, ਦਿਮਾਗ ਸਾਰੇ ਇਸੇ ਪਾਸੇ ਲਾਉਂਦੇ ਆ ਵੀ ਯਾਰ ਕਿਸੇ ਪਾਸਿਓਂ ਆਪਾਂ ਪੋਜ਼ਿਟਿਵ ਹੋ ਜਾਈਏ, ਆਪਾਂ ਅੱਗੇ ਵੱਧ ਜਾਈਏ। ਠੀਕ ਹੈ, ਪਰ ਪ੍ਰੋਬਲਮ ਇਹ ਆ ਵੀ ਜਿਹੜੀ ਠੇਕੇ ਵਾਲੀ ਪੈਲੀ ਆ ਉਹਦੇ ਨਾਲ ਪਿਆਰ ਨਹੀਂ ਹੁੰਦਾ ਬਾਈ ਜੀ, ਜ਼ਮੀਨ ਨਾਲ ਤਾਂ ਬਿਲਕੁਲ ਹੀ ਨਹੀਂ ਹੁੰਦਾ। ਤੁਸੀਂ 100 ਮਣ ਕੱਢ ਲਿਆ, ਠੀਕ ਹੈ, ਮੇਰਾ 80 ਮਣ ਆਇਆ, ਮੇਰਾ ਖਰਚਾ ਤੁਹਾਡੇ ਨਾਲ ਘੱਟ ਹੋਇਆ ਤਾਂ ਮੈਂ ਤੁਹਾਡੇ ਨਾਲ ਅੱਗੇ ਆ। ਠੀਕ ਹੈ, ਤੁਸੀਂ 100 ਮਣ ਕੱਢ ਕੇ ਵੀ ਗਲਤ ਖਰਚ ਤਾਂ ਕਰਤਾ, ਤੇ ਤੁਸੀਂ ਉਹਨੂੰ ਇਸੇ ਤਰ੍ਹਾਂ ਜ਼ਮੀਨਾਂ ਤੇ ਲਿਮਟਾਂ ਮਿਲੀਆਂ ਸੀਗੀਆਂ, ਉਹ ਪ੍ਰੋਪਰ ਯੂਟੀਲਾਈਜ਼ ਨਹੀਂ ਹੋਈਆਂ। ਠੀਕ ਹੈ, ਕਰਜ਼ੇ ਆਪਣੇ ਤੇ ਜ਼ਿਆਦਾ ਚੜ੍ਹ ਗਏ। ਪਰ ਜਿਹੜੀ ਮਤਲਬ ਪਰਾਲੀ ਨੂੰ ਅੱਗ ਲੱਗਦੀ ਹੈ ਜਾਂ ਹੋਰ ਮੁੱਦਿਆਂ ਤੇ ਆਪਾਂ ਕਿੰਨੇ ਜ਼ਿਆਦਾ ਪਿੱਛੇ ਹੈਗੇ ਆ, ਸੋਇਲ ਹੈਲਥ ਤੇ ਪਿੱਛੇ ਆ ਆਪਾਂ। ਜਿਹੜੀ ਕੁਕੜੀ ਨੇ ਆਪਾਂ ਨੂੰ ਆਂਡਾ ਦੇਣਾ, ਜ਼ਮੀਨ ਨੇ ਆਪਾਂ ਨੂੰ ਆਂਡਾ ਦੇਣਾ, ਆਪਾਂ ਕੁਕੜੀ ਮਾਰ ਕੇ ਆਂਡਾ ਕੱਢਣਾ ਚਾਹੁਣ ਤੇ ਲੱਗੇ ਹੋਏ ਆ। ਤੇ ਉਹ ਇਸ ਕਰਕੇ ਲੱਗੇ ਹੋਏ ਕਿਉਂਕਿ ਕੁਕੜੀ ਨੂੰ ਆਪਾਂ ਆਪਦੀ ਨਹੀਂ ਮੰਨ ਰਹੇ। NRIਆਂ ਦੀਆਂ ਜ਼ਮੀਨਾਂ ਹੋ ਗਈਆਂ, ਵੱਡੇ ਧਨਾਟ ਲੋਕਾਂ ਦੀਆਂ ਜ਼ਮੀਨਾਂ ਹੋ ਗਈਆਂ, ਜਿਹਨੇ ਆਪ ਨਹੀਂ ਖੇਤੀ ਕਰਨੀ, ਉਹਨੇ ਕਿਸੇ ਨੂੰ ਜ਼ਮੀਨ ਦੇਣੀ ਆ, ਠੇਕੇ ਤੇ ਦੇਣੀ ਆ, ਚਾਹੇ ਹਿੱਸੇ ਤੇ ਦੇਣੀ ਆ। ਹਿੱਸੇ 'ਚ ਫਿਰ ਵੀ ਬੰਦੇ ਦਾ ਯਾਰ ਹੁੰਦਾ ਸੀ ਵੀ ਜੇ ਜ਼ਿਆਦਾ ਫਸਲ ਹੋ ਜੂਗੀ ਤਾਂ ਮੇਰਾ ਹਿੱਸਾ ਵਧੂਗਾ। ਠੇਕੇ ਵਾਲੇ ਨੂੰ ਇਹ ਹੁੰਦਾ ਯਾਰ 5-7 ਹਜ਼ਾਰ ਬਚਣਾ, ਤੇ ਜਿਹਨੇ ਠੇਕੇ ਤੇ ਜ਼ਮੀਨ ਦੇਣੀ ਹੁੰਦੀ ਆ ਉਹਨੂੰ ਵੀ ਮੇਰਾ 60 ਹਜ਼ਾਰ ਪੱਕਾ ਹੈ, ਇਹ ਮੈਂ ਅੱਜ ਮਰਦਾ ਕੱਲ੍ਹ ਮਰ ਜੇ, ਮੈਂ ਕੱਲ੍ਹ ਮਰਦਾ ਅੱਜ ਮਰ ਜੇ। ਇਹ ਪ੍ਰੋਬਲਮ ਕਰਕੇ ਜਿਹੜਾ ਫਾਰਮਰ ਦਾ ਲੋਸ ਹੋ ਰਿਹਾ। ਫਾਰਮਰ ਆਪਾਂ ਪੜ੍ਹ ਲਿਖ ਤਾਂ ਆਪਾਂ ਨਹੀਂ ਮੰਨ ਸਕਦੇ ਵੀ ਆਪਾਂ ਪੜ੍ਹ ਲਿਖ ਜ਼ਿਆਦਾ ਗਏ। ਮੈਨੂੰ ਲੱਗਦਾ ਵੀ ਆਪਾਂ ਪੜ੍ਹੇ ਲਿਖੇ ਅਨਪਲਾਈਮੈਂਟ ਹੋ ਗਿਆ ਕੰਮ ਸਿਸਟਮ, ਪੜ੍ਹੇ ਲਿਖੇ ਅਨਪੜ੍ਹ ਬਣ ਗਏ ਕਿ ਆਪਾਂ ਕੀ ਆਪਣੇ ਅੱਜ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਬਲੌਗਰਾਂ ਦਾ ਬੁਰਾ ਹਾਲ ਹੈ, ਦੇਖਣ ਵਾਲਿਆਂ ਦਾ ਉਦੋਂ ਬੁਰਾ ਹਾਲ ਆ, ਦਿਖਾਉਣ ਵਾਲਿਆਂ ਦਾ ਉਦੋਂ ਜ਼ਿਆਦਾ ਬੁਰਾ ਹਾਲ ਆ। ਠੀਕ ਹੈ, ਸਮਾਂ ਸਾਰਿਆਂ ਕੋਲ 24 ਘੰਟੇ ਆ। ਤੁਹਾਡਾ ਬਿਜ਼ਨਸ ਹੋਰ ਆ, ਮੇਰਾ ਬਿਜ਼ਨਸ ਹੋਰ ਆ। ਖੇਤੀ ਨੂੰ ਆਪਾਂ ਬਿਜ਼ਨਸ ਹੀ ਨਹੀਂ ਮੰਨਦੇ, ਪਹਿਲਾਂ ਹੀ ਗੱਲ ਤਾਂ ਇਹ ਪ੍ਰੋਬਲਮ ਆ। ਖੇਤੀ ਨੂੰ ਆਪਾਂ ਮੰਨਦੇ ਹਾਂ ਵੀ ਇਹ ਇੱਕ ਵਿਹਲੇ ਜਿਹੇ ਬੰਦੇ ਦਾ ਕੰਮ ਆ, ਜਿਹਨੂੰ ਕੋਲੇ ਕੰਮ ਨਹੀਂ ਹੈਗਾ। ਅਸਲ ਦੇ ਵਿੱਚ ਇਹ ਬਿਜ਼ਨਸ ਆ,
ਇਹਦੇ ਵਿੱਚ ਤਾਂ ਹਜ਼ਾਰਾਂ ਫਸਲਾਂ, ਹਜ਼ਾਰਾਂ ਪ੍ਰੋਡਕਟ ਬਣਾ ਰਹੇ ਹੋ ਤੁਸੀਂ ਆਪਦੇ। ਇਹ 'ਚੋਂ ਜਿਹੜਾ ਹੁਣ ਨਰਮਾ ਨਿਕਲੂਗਾ ਉਹਨੂੰ ਆਪਾਂ ਪ੍ਰੋਡਕਟ ਹੀ ਮੰਨਾਂਗੇ। ਬਿਲਕੁਲ ਬਿਲਕੁਲ। ਫਸਲ ਹੋ ਗਈ ਜੀ, ਫਸਲ ਨੂੰ ਤਾਂ ਬਾਹਲੀ ਮਾੜੀ ਨਿਗਾਹ ਨਾਲ ਦੇਖਦੇ ਆਪਾਂ, ਸੁੱਟਤੀ ਜੀ ਫਸਲ, ਹਾਂ ਸੁੱਟਦੀ। ਮੰਡੀ 'ਚ ਵੇਚਤੀ ਜੀ, ਰੁਲ ਗਈ ਜੀ, ਇਹ ਹੋ ਗਿਆ ਜੀ। ਅਸਲ ਦੇ ਵਿੱਚ ਪ੍ਰੋਡਿਊਸ ਆਪਣੀ ਇਹ ਤੋਂ ਕਿੰਨੇ ਜ਼ਿਆਦਾ ਪ੍ਰੋਡਕਟ ਬਣਦੇ ਹੈਗੇ ਆ। ਇਹਦਾ ਬਦਲ ਵੀ ਹੈ ਨਹੀਂ ਕੋਈ। ਜਿਹਦੇ ਕੋਲੇ ਨਰਮੇ ਵਾਲੀ ਪੈਲੀ 'ਚ ਨਰਮਾ ਹੁੰਦਾ ਤਾਂ ਮੇਰੀ ਰਿਕੁਐਸਟ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਾਂ ਫੈਸਲਾ ਲੈਣਾ, ਹੁਣ ਸਮਾਂ ਚੱਲ ਰਿਹਾ ਵੀ ਆਪਣੇ 20-50 ਕਿਲੋਮੀਟਰ ਦੇ ਚੰਗੇ ਨਰਮੇ ਜਿੰਨੇ ਖੜੇ ਆ ਉਹਨਾਂ ਨੂੰ ਦੇਖ ਲਈਏ ਕਿਹੜੀਆਂ ਵੈਰਾਈਟੀਆਂ ਉਹਨਾਂ 'ਚ ਕਿਸ ਤਰ੍ਹਾਂ ਫਾਰਮਰ ਨੇ ਮੈਨੇਜਮੈਂਟ ਕੀਤਾ ਵੀ ਆਪਾਂ ਵੀ ਉਹਨਾਂ ਕੁ ਯਾਰ ਨਰਮਾ ਅਗਲੇ ਸਾਲ ਕੱਢ ਲਗੇ। ਜੇ ਮੋਟਰਾਂ ਦਾ ਪਾਣੀ ਮਾੜਾ ਤੇ ਜ਼ਮੀਨ ਦੁੱਗਣੀ ਮਾੜੀ ਹੋ ਜਾਣੀ ਹੈ 2 ਸਾਲਾਂ ਦੇ ਵਿੱਚ। ਅੱਛਾ, ਇੱਕ ਚੀਜ਼ ਹੋਰ ਦੱਸੋ, ਤੁਹਾਡੇ ਨਰਮੇ ਦੀ ਗੱਲ ਕਰ ਲਈਏ, ਕਿੱਲੇ ਦੇ ਹਿਸਾਬ ਨਾਲ ਜੇ ਆਪਾਂ ਦੜਾ ਜਾਂ ਪਾਲ ਗਏ, ਕਿੰਨਾ ਖਰਚਾ ਕੱਢ ਕੇ ਪ੍ਰਗਟ ਬਾਈ ਤੁਹਾਡੀ ਜੇਬ ਦੇ ਵਿੱਚ ਆਹ ਫਸਲ ਜਿਹੜੀ ਆ ਕਿੰਨਾ ਪਾਊਗੀ? ਦੇਖੋ ਜੀ, ਫਸਲ ਦਾ ਵੈਸੇ ਮੈਂ ਤਾਂ ਉਦੋਂ ਹੀ ਮੰਨਦਾ ਹੁੰਦਾ ਜਦੋਂ ਬਾਣੀਏ ਦੇ ਕੋਲੇ ਵਗ ਜੇ ਤੇ ਪਰਚੀ ਹੱਥ 'ਚ ਆ ਜੇ। ਤੇ ਪਰ ਜੇ 5 ਕੁਇੰਟਲ ਵੀ ਇਹ ਹੁੰਦੀ ਹੈ ਜੀ ਤਾਂ ਅੱਜ ਦੇ ਰੇਟ ਮੁਤਾਬਕ 60,000 ਰੁਪਏ ਦੀ ਹੈ, 60,000, ਜਿਹਦੇ ਵਿੱਚ ਮੇਰਾ 18-20,000 ਰੁਪਇਆ ਖਰਚ ਹੁੰਦਾ। ਤੇ ਕਿਉਂਕਿ ਜੇ ਆਪਾਂ MSP ਦੇ ਹਿਸਾਬ ਨਾਲ ਦੇਖ ਗਏ ਤਾਂ 5 ਕੁਇੰਟਲ ਸਾਰਾ ਹੀ ਨਰਮਾ 32-33,000 ਰੁਪਏ ਦਾ, ਤਾਂ ਉਹਦੇ ਵਿੱਚ 20,000 ਖਰਚ ਹੋ ਗਿਆ, 13,000 ਰੁਪਏ ਵਜ੍ਹਾ, 10,000 ਨਾਲ ਅਗਲੀ ਫਸਲ ਬੀਜਣੀ, ਬਚਦਾ ਹੀ ਕੱਖ ਨਹੀਂ। ਕਿਉਂਕਿ ਸਮੇਂ ਦੀ ਲੋੜ ਹੁੰਦੀ ਆ, ਆਪਣੇ ਕੋਲੇ 100 ਬਦਲ ਆ ਫਸਲ ਦਾ। ਆਪਣੇ ਏਰੀਏ 'ਚ ਜੇ 5 ਫਸਲਾਂ ਹੀ ਹੁੰਦੀਆਂ ਤੇ ਆਪਾਂ ਤਾਂ ਉਹੀ ਲਾਵਾਂਗੇ ਨਾ ਜਿਹਦੇ 'ਚ ਆਮਦਨ ਜ਼ਿਆਦਾ ਹੁੰਦੀ। ਹੁਣ ਤੁਸੀਂ ਝੋਨੇ ਵੱਲ ਗੱਲ ਕਰਦੇ ਹੋ, ਝੋਨੇ ਨੂੰ ਵੇਚਣ 'ਚ ਪ੍ਰੋਬਲਮ ਨਹੀਂ, ਪੈਦਾ ਕਰਨ 'ਚ ਤਾਂ ਹੈਗੀ ਆ। ਪਾਣੀ ਚਾਹੀਦਾ। ਜੇ ਹਰ ਇੱਕ ਬੰਦੇ ਦੀ ਮੋਟਰ ਤੇ ਮੀਟਰ ਲੱਗਿਆ ਹੋਵੇ, ਮੇਰੀ ਰਾਜਸਥਾਨ 'ਚ ਮੋਟਰ ਆ, ਉਹਦਾ ਬਿੱਲ ਸਾਲ ਦਾ 72-73,000 ਰੁਪਈਆ। ਪੰਜਾਬ ਵਾਲੀ ਮੋਟਰ ਦਾ ਬਿੱਲ 0 ਆ। ਉੱਥੇ ਮੈਨੂੰ ਪ੍ਰੋਬਲਮ ਹੁੰਦੀ ਆ ਵੀ ਕਿਤੇ ਫਲਾਣੇ ਨੂੰ ਕਿਹਾ ਸੀ ਲਾਉਣ ਨੂੰ ਪਾਣੀ ਤੇ ਸੋਚੀ ਨਾ ਛੱਡ ਗਿਆ ਹੋਵੇ ਕਿਤੇ, ਬਿਲਕੁਲ ਬਿੱਲ ਆਊਗਾ। ਇੱਥੇ ਹੁੰਦਾ ਵੀ ਚਲੋ ਲੱਗਿਆ ਹੋਇਆ, ਉਹ ਚਲੋ ਬੰਦਾ ਜਾਂਦਾ ਤੇ ਕੱਖ ਲਾ ਦਿਓ, ਹੈਂ ਪੱਠਿਆਂ ਵਾਲਾ ਪਸ਼ੂ ਲਾ ਦਿਓ, 11 ਲਾ ਦਿਓ। ਆਪਾਂ ਕਦਰ ਨਹੀਂ ਕਰਦੇ ਹੈਗੇ ਜਿੰਨਾ ਚਿਰ ਚੀਜ਼ ਨੂੰ ਆਪਾਂ ਨੂੰ ਬਹੁਤਾਂਤ ਲੱਗ ਰਹੀ ਹੈਗੀ ਆ। ਕਿਉਂਕਿ ਪਾਣੀ ਇਸ ਤਰ੍ਹਾਂ ਦੀ ਚੀਜ਼ ਆ, ਪੂਰੇ ਸੰਸਾਰ ਦੀ ਸਮੱਸਿਆ ਬਣਿਆ ਹੋਇਆ। ਜੇ ਕਲਾਈਮੇਟ ਚੇਂਜ ਹੁੰਦਾ ਤੇ ਵਰਖਾ ਇਰਰਿਲੇਵੈਂਟ ਹੁੰਦੀ ਆ, ਜਾਂ ਤਾਂ ਲੋੜ ਤੋਂ ਪਏ ਵੱਧ ਹੁੰਦੀ ਆ ਜਾਂ ਲੋੜ ਤੋਂ ਘੱਟ ਹੁੰਦੀ ਹੈ। ਇਹ ਦੋਨੇ ਹਾਲਾਤਾਂ ਦੇ ਵਿੱਚ ਇਕੱਲਾ ਖੇਤੀ ਦਾ ਨੁਕਸਾਨ ਹੁੰਦਾ। ਜਿਹਨੇ ਨੌਕਰੀ ਕਰਨੀ ਹੈ ਕਿਸੇ ਦਫ਼ਤਰ ਦੇ ਵਿੱਚ ਉਹਦਾ ਕੋਈ ਨੁਕਸਾਨ ਨਹੀਂ, ਉਹ ਤਾਂ ਹੱਥ ਨੇ ਆ ਕੇ ਸਮਾਂ ਪੈਗ ਲਾਊ ਵੀ ਅੱਜ ਤਾਂ ਮੌਸਮ ਠੰਡਾ ਹੋਇਆ ਪਿਆ। ਹਾਂ, ਉਹਦੇ ਭਾਈ ਤਾਂ ਚੰਗਾ, ਕਿਉਂਕਿ ਮੇਰੇ ਨਾਲ ਵੀ ਕਈ ਇਸ ਤਰ੍ਹਾਂ ਦੀਆਂ ਕਲਾਸਾਂ ਮਤਲਬ ਬੰਦਿਆਂ ਦਾ ਹੈਗਾ ਸਿਸਟਮ ਵੀ ਉਹ ਕਹਿੰਦੇ ਯਾਰ ਅੱਜ ਤਾਂ ਮੌਸਮ ਬਹੁਤ ਵਧੀਆ। ਮੈਂ ਕਿਹਾ ਵੀ ਤੁਹਾਨੂੰ ਲੱਗਦਾ ਵਧੀਆ, ਸਾਡੀ ਜਾਨ ਤੇ ਬਣੀ ਪਈ ਹੈ, ਅਸੀਂ ਤਾਂ ਮਰਨ ਕੰਢੇ ਹੋਇਆ ਪਿਆ ਸਾਡਾ। ਇੱਕ ਚੀਜ਼ ਹੋਰ ਦੱਸੋ, ਖਾਸ ਕਰ ਉਹਨਾਂ ਕਿਸਾਨਾਂ ਦੇ ਲਈ ਕੀ ਸੁਨੇਹਾ ਰਹੂਗਾ ਜਿਹੜੇ ਕਿਸਾਨ ਜਿਹੜੇ ਆ ਨਰਮਾ ਜਿਹੜੇ ਭਾਈ ਕਹਿੰਦੇ ਸਾਡਾ ਤਾਂ ਕੁਝ ਬਚਿਆ ਨਹੀਂ। ਹਾਲਾਂਕਿ ਆਪਾਂ ਗੱਲਾਂ ਕੀਤੀਆਂ ਨੇ ਕਿ ਕਿਹੜੀਆਂ ਚੀਜ਼ਾਂ ਕਰਕੇ ਕਿਸਾਨ ਨੁਕਸਾਨੇ ਗਏ ਆ, ਤਬਾਹੀ ਹੋਈ ਆ, ਕਿੰਨਾ ਚੀਜ਼ਾਂ ਕਰਕੇ ਹੋਈ ਆ, ਤਾਂ ਜੋ ਕਿਸਾਨ ਭਰਾ ਜਿਹੜਾ ਚਲੋ ਐਤਕੀ ਜਿਹੜਾ ਘਾਟਾ ਖਾ ਲਿਆ ਅਗਲੀ ਵਾਰੀ ਉਹ ਸੁਚੇਤ ਰਹਿ ਸਕਣ ਕਿ ਭਈ ਆਹ ਚੀਜ਼ਾਂ ਦਾ ਅਸੀਂ ਧਿਆਨ ਰੱਖ ਕੇ ਐਤਕੀ ਚੱਲਣਾ, ਨਰਮਾ ਜਿਹੜਾ ਆਪਣੇ ਖੇਤ ਦੇ ਵਿੱਚ ਕਰਨਾ ਹੈ। ਕਿਹੜੀਆਂ ਦੇਖੋ, ਨਰਮੇ ਦੀ ਜਿਹੜੀ ਬੈਲਟ ਆ, ਨਰਮੇ ਦੇ ਜਿਹੜੇ ਫਾਰਮਰ ਆ, ਇਹਨਾਂ ਤੇ ਹਰ 5 ਸਾਲਾਂ ਬਾਅਦ ਕੋਈ ਨਾ ਕੋਈ ਵੱਡੀ ਆਫਤ ਆਉਣੀ ਹੁੰਦੀ ਹੈ। ਜੇ ਇਲੈਕਸ਼ਨ ਦਾ ਸਾਲ ਹੈਗਾ ਤਾਂ ਮੁਆਵਜ਼ੇ ਮਿਲ ਜਾਂਦੇ ਆ, ਠੀਕ ਹੈ, ਅਦਰਵਾਈਜ਼ ਕੋਈ ਮੁਆਵਜ਼ਾ ਨਹੀਂ ਮਿਲਦਾ। ਆਹੀ ਅਗਲਾ ਸਾਲ ਇਲੈਕਸ਼ਨ ਦਾ ਆ ਰਿਹਾ ਜਾਂ ਉਦੋਂ ਅਗਲਾ ਸਾਲ ਆ ਰਿਹਾ, ਉਦੋਂ 50% ਨੁਕਸਾਨ ਹੁੰਦਾ, ਤੁਹਾਡੇ ਸਾਰੇ ਮੁਆਵਜ਼ੇ ਮਿਲ ਜਾਣਗੇ। ਅਗਰ ਕੋਈ ਇਲੈਕਸ਼ਨ ਨਹੀਂ ਹੈਗੀ ਤਾਂ ਤੁਹਾਡੀ ਫਸਲ ਭਾਵੇਂ 100% ਖਰਾਬ ਹੋ ਜੇ, ਮੁਆਇਨਾ ਹੋ ਜੂ, ਮੁਆਵਜ਼ਾ ਕੋਈ ਨਹੀਂ ਮਿਲਣਾ ਹੈਗਾ। ਤੇ ਮੁਆਵਜ਼ਾ ਨਾਲ ਆਪਣਾ ਘਰ ਦਾ ਰੋਟੀ ਚੁੱਲ੍ਹਾ ਚੁੱਕਾ ਵੀ ਨਹੀਂ ਚੱਲਣਾ ਹੈਗਾ। ਨਰਮੇ ਵਾਲੀ ਪ੍ਰੋਬਲਮ ਇਹ ਹੈ ਵੀਰ ਜੀ ਕਿ ਨਰਮੇ ਦੀ ਫਸਲ ਆ ਜਿਹੜੀ, ਉਹ ਪਹਿਲਾਂ ਤਾਂ ਨੋਰਮਲੀ ਚੱਲਦਾ ਸੀ ਕੰਮ, ਪਰ ਪਿਛਲੇ 17-18 ਸਾਲਾਂ ਤੋਂ ਜਦੋਂ ਦੇ ਹਾਈਬ੍ਰਿਡ ਬੀਜ ਆਏ ਹੈਗੇ ਆ ਤਾਂ ਗੇਮ ਸਾਰੀ ਪ੍ਰਾਈਵੇਟ ਕੰਪਨੀਆਂ ਕੋਲੇ ਆ ਤੇ ਸਕੰਜਾ ਜਿਹੜਾ ਉਹ ਸੈਂਟਰ ਕੋਲੇ ਆ, ਠੀਕ ਹੈ। ਅਗਰ ਕਿਸੇ ਨਵੇਂ ਬੀਜ ਦੀ ਅਪਰੂਵਲ ਹੋਣੀ ਆ ਤਾਂ ਸੈਂਟਰ ਤੋਂ ਹੋਣੀ ਆ, ਪੰਜਾਬ ਤਾਂ ਉਹਦੇ ਵਿੱਚ ਅੜਿੱਕਾ ਵੀ ਨਹੀਂ ਪੈਦਾ ਕਰ ਸਕਦਾ ਕੋਈ। ਪੰਜਾਬ ਕਿਸਾਨਾਂ ਨੂੰ ਸਿਕਿਉਰ ਕਰਨ ਵਾਸਤੇ ਕੰਪਨੀਆਂ ਦੇ ਲਈ ਕੋਈ ਸਪੈਸ਼ਲ ਪਾਲਿਸੀ ਲੈ ਕੇ ਆਵੇ ਕਿ ਜੇਕਰ ਤੁਹਾਡੀ ਕੰਪਨੀ ਦਾ ਬੀਜ ਮਾੜਾ ਨਿਕਲਦਾ ਹੈਗਾ ਤਾਂ ਭਰਪਾਈ ਤੁਸੀਂ ਕਰਨੀ ਹੈ, ਸਰਕਾਰ ਨੇ ਨਹੀਂ ਕਰਨੀ ਹੈਗੀ, ਲੋਕ ਮਾਰੇ ਨਾ ਜਾਣ। ਕਿਉਂਕਿ ਪੰਜਾਬ ਦੇ ਵਿੱਚ ਜੇ ਪਹਿਲਾਂ 5-6 ਜ਼ਿਲ੍ਹਿਆਂ 'ਚ ਲੱਗਦਾ ਸੀਗਾ ਤਾਂ ਹੁਣ ਤਾਂ 3 'ਚ ਆ ਗਿਆ, 3 'ਚ ਵੀ 20% ਏਰੀਆ। ਹਾਂ, ਤੁਸੀਂ ਇਹ ਸਮਝ ਕੇ ਚੱਲੋ ਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, 4 ਜ਼ਿਲ੍ਹਿਆਂ ਦਾ ਤੁਸੀਂ ਸਕੁਅਰ ਕਿਲੋਮੀਟਰ ਮਾਰ ਲਓ, ਕੱਲਾ ਹਨੂੰਮਾਨਗੜ੍ਹ ਤੇ ਗੰਗਾਨਗਰ ਬਣਦਾ ਰਾਜਸਥਾਨ ਦਾ। ਉਹਨਾਂ ਦਾ ਰਕਬਾ ਗਾ, ਉਹਨਾਂ ਤੁਹਾਡਾ ਰਕਬਾ ਹੈ। ਤੇ ਆਪਣਾ 30% ਕਾਟਨ ਆ, ਉਹਨਾਂ ਦਾ 70% ਕਾਟਨ ਆ, ਤੇ ਉਹਨਾਂ ਦਾ ਫੇਰ ਬਦਲ ਵੀ ਹੁੰਦਾ, ਕੋਈ ਉਹ ਚੰਗੇ ਜਾ ਰਹੇ ਆ। ਤੇ ਉੱਥੇ ਵੀ ਜਿੰਨਾ ਪੰਜਾਬੀ ਭਾਈਚਾਰਾ ਬੈਠਾ, ਜਿਨ੍ਹਾਂ ਨੂੰ ਪੰਜਾਬ ਦਾ ਹੀ ਪਾਣੀ ਜਾਂਦਾ ਹੈਗਾ, ਪਰ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ। ਕਾਟਨ ਫਾਰਮਰ ਹਰ 5 ਸਾਲਾਂ ਬਾਅਦ ਮਰਦਾ ਹੈ, ਇਹ ਪ੍ਰੋਬਲਮ ਆਉਂਦੀ ਹੈ। ਐਕਤੀ ਸੁੰਡੀ ਆ ਗਈ, ਗਾਹਾਂ ਨੂੰ ਕੁਛ ਹੋਰ ਆ ਜਾਣਾ। ਐਕਤੀ ਵਾਇਰਸ ਸੀਗਾ ਵੀ ਪਹਿਲਾਂ ਵਾਈਟ ਫਲਾਈ ਚੱਲਿਆ, ਐਕਤੀ ਵਾਈਟ ਫਲਾਈ ਚੱਲਿਆ। ਕਿਉਂਕਿ ਆਪਣੀ ਕੁਦਰਤ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਖਾਲੀ ਪਈ ਹੈ, ਰੇਲਵੇ ਲਾਈਨਾਂ ਹੈਗੀਆਂ, ਨਾਲੇ ਆ, ਨਹਿਰਾਂ ਕੱਸੀਆਂ ਜਾਂ ਖਾਲੀ ਪਲਾਟ ਪਏ ਹੈ। ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹ 2 ਸਾਲ ਤੱਕ ਤਾਂ ਐਕਟਿਵ ਰਹਿੰਦੀਆਂ ਹੀ ਆ ਨਾ। ਉਹਨਾਂ ਨੂੰ ਸਮੇਂ-ਸਮੇਂ 'ਤੇ ਨਜਿੱਠਣ ਦੇ ਲਈ ਇੱਕ ਕੋਈ ਸੋਲਿਡ ਐਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ ਵੀਕਲੀ।
ਜਿਹੜੀ ਫਾਰਮਰ ਲੈਵਲ ਤੇ ਹੋਵੇ, ਨਾ ਕਿ ਸਾਇੰਟਿਸਟ ਲੈਵਲ ਤੇ। ਇੰਗਲਿਸ਼ ਪੇਪਰ 'ਚ ਨਹੀਂ ਛਪਣਾ ਚਾਹੀਦਾ ਵੀ ਕਾਟਨ ਫਾਰਮਰ ਨੂੰ ਅਵੇਅਰ ਕਰਤਾ, ਇਹ ਨਹੀਂ ਹੋਣਾ ਚਾਹੀਦਾ। ਫਾਰਮਰ ਦੀ ਟੰਗ ਲੈਂਗੁਏਜ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ। ਹਰ ਗਰਾਊਂਡ ਤੱਕ, ਹਰ ਫਾਰਮ ਤੱਕ ਪਹੁੰਚਣੀ ਚਾਹੀਦੀ ਨਾ। ਫਾਰਮਰ ਨੂੰ, ਜੇ ਫਾਰਮਰ ਦਾ ਵੀ ਹੱਕ ਬਣਦਾ ਕਿ ਉਹ ਰੀਲਾਂ ਵਾਲੀਆਂ ਵੀਡੀਓ ਤੇ ਬਾਹਲਾ ਫੋਕਸ ਨਾ ਕਰੇ, ਵੀ ਉਹ ਲੜਕੀਆਂ ਦੀਆਂ ਰੀਲਾਂ ਵਾਲੀਆਂ ਵੀਡੀਓ ਤੇ ਦੇਖ ਖੁਸ਼ ਹੋਈ ਜਾਂਦਾ ਏ। ਤੇ ਪਰ ਉਹਨੂੰ ਆਪਦੀ ਫਸਲ ਦੇ ਰਿਗਾਰਡਿੰਗ ਜਿੰਨਾ ਵੀ ਡਾਟਾ ਜਿੱਥੋਂ ਵੀ ਮਿਲਦਾ, ਜਿਹੜੀ ਲੈਂਗੁਏਜ 'ਚ ਮਿਲਦਾ, ਉਹਨੂੰ ਲਿਖੇ, ਉਹ ਤੇ ਕੰਮ ਕਰੇ। ਵੀ ਜੇਕਰ ਕਿਸੇ ਫਾਰਮਰ ਦੇ ਖੇਤ ਦੇ ਵਿੱਚ ਕੋਈ ਕ੍ਰੌਪ ਪ੍ਰੈਕਟਿਸ ਸਾਹਮਣੇ ਆਈ ਹੈ ਵੀ ਯਾਰ ਉਹਨੇ ਟੂਸਾ ਤੋੜਤਾ ਨਰਮੇ ਦਾ, ਤੇ ਉਹਦੇ ਇਨਸੈਕਟ ਘੱਟ ਆਇਆ, ਹਰਾ ਭਰ ਜ਼ਿਆਦੇ ਆ, ਤੇ ਖਰਚ ਘੱਟ ਦੇ ਨਾਲ ਉਹਦੇ ਫੁੱਲ ਬੂਕੀ ਜ਼ਿਆਦੇ ਆਈ ਹੈ, ਟੀਂਡੇ ਜ਼ਿਆਦੇ ਆਏ ਆ, ਤਾਂ ਉਹਦੇ ਟੁੱਟਦੇ ਹੱਥ ਤੋੜ ਦੇ। ਉਹਨੂੰ ਇਹ ਕੰਮ ਕਰਨਾ ਚਾਹੀਦਾ ਨਾ। ਉਹ ਕੰਮ ਇਹ ਕੈਮੀਕਲ ਕਰਨ ਨੂੰ ਤਿਆਰ ਆ ਕਿ ਮੇਰੇ ਤਾਂ ਯਾਰ ਕੋਲੇ 50 ਕਿੱਲੇ ਆ, ਜੇ ਤੇਰੇ ਕੋਲੇ 50 ਕਿੱਲੇ ਆ, ਜੇ ਤੇਰੀ 10,000 ਰੁਪਈਆ ਆਮਦਨ ਵੱਧਦੀ ਹੈ, ਤੇਰਾ ਤਾਂ 5 ਲੱਖ ਦਾ ਫਾਇਦਾ ਹੁੰਦਾ। ਤੁਸੀਂ ਪਿੱਛੇ ਕਿਉਂ ਹਟ ਰਹੇ ਹੋ? ਪਿੱਛੇ ਮਿਹਨਤ ਵਾਲੇ ਐਂਗਲ ਤੋਂ ਤਾਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਹੈਗਾ। ਅਸੀਂ ਕਾਟਨ ਦੇ ਵਿੱਚ 10 ਤਰੀਕਿਆਂ ਦੇ ਨਾਲ ਮੈਨੇਜਮੈਂਟ ਕੀਤਾ ਹੈਗਾ, ਤਾਂ ਜਾ ਕੇ ਅਸੀਂ ਇੱਥੇ ਤੱਕ ਪਹੁੰਚੇ ਹੈਗੇ ਆ। ਤੇ ਜੇ ਅਸੀਂ ਫੇਲ ਵੀ ਹੁੰਦੇ ਆ, ਰਿਗਰੈਟ ਨਹੀਂ ਹੁੰਦਾ। ਉਹ 10 ਦੇ ਵਿੱਚੋਂ 7 ਤਾਂ ਅਸੀਂ ਕੈਰੀ ਕਰਾਂਗੇ ਨਾ ਗਾਂ ਵਾਲੇ ਟਾਈਮ। ਚੰਗੇ ਸਮੇਂ ਦੇ ਵਿੱਚ ਅਸੀਂ ਚੰਗਾ ਝਾੜ ਲੈ ਜਾਾਂਗੇ, ਮਾੜੇ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਘੱਟ ਲੈ ਜਾਾਂਗੇ, ਪਰ ਲਗਾਤਾਰ ਤਾਂ ਚੱਲ ਰਹੇ ਆ ਨਾ। ਉਹ ਕੁਕੜੀ ਨੂੰ ਤਾਂ ਨਹੀਂ ਮਰਨ ਦੇ ਰਹੇ ਜਿਹਦੋਂ ਅੰਡਾ ਆ ਰਿਹਾ। ਤੇ ਜੇ ਆਪਾਂ ਕੁਕੜੀ ਦਾ ਹੀ ਗਲ ਮਰੋੜਨ ਤੇ ਲੱਗੇ ਹੋਏ ਆ, ਤਾਂ ਫਿਰ ਲੰਮਾ ਟਾਈਮ ਨਹੀਂ ਚੱਲਣਾ ਹੈਗਾ ਕੰਮ ਵੀਰ ਜੀ। ਜੀ ਜੀ। ਸੋ ਬਾਈ, ਤੁਸੀਂ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਅਹਿਮ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ ਬਾਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਤਰ੍ਹਾਂ ਤੋਂ ਮੀਡੀਆ ਨੂੰ ਕਵਰ ਕਰਦੇ ਰਹਿੰਦੇ ਹੋ, ਜਿਹੜੀਆਂ ਸੋਸ਼ਲ ਲਹਿਰਾਂ ਪੈਦਾ ਹੁੰਦੀਆਂ। ਪਰ ਮੈਂ ਕਹਿੰਦਾ ਵੀ ਇੱਕ ਪੋਜ਼ਿਟਿਵਿਟੀ ਨੂੰ ਵੀ ਤੁਸੀਂ ਸਹਾਰਾ ਦਿੰਦੇ ਹੋ, ਤਾਂ ਤੁਹਾਨੂੰ ਦੇਖ ਕੇ ਕਿਸੇ ਦੇ ਅੰਦਰ ਇਹ ਪੈਦਾ ਹੁੰਦਾ ਯਾਰ ਵੀ ਮੇਰਾ ਫਿਊਚਰ ਬਣ ਸਕਦਾ ਹੈਗਾ, ਵੀ ਮੈਂ ਮਰਨ ਵਾਲੇ ਕੰਢੇ ਨਾ ਜਾਵਾਂ। ਜੇ ਕਿਸੇ ਬੰਦੇ ਕੋਲੇ 2 ਕਿੱਲੇ ਪੈਲੀ ਆ, ਤਾਂ ਉਹਦੇ ਕੋਲੇ 10 ਲੱਖ ਦਾ ਕਰਜ਼ਾ, ਤਾਂ ਉਹਦੇ ਚਿਗਿਆਰੀ ਇਹ ਲੱਗੇ ਵੀ ਯਾਰ ਮੈਂ ਕਰਜ਼ਾ ਲਾ ਕੇ ਵੀ ਮੈਂ ਅੱਗੇ ਆ ਸਕਦਾ। ਇਸ ਤਰ੍ਹਾਂ ਦੇ ਫਾਰਮਰਾਂ ਨੂੰ ਆਪਾਂ ਵੀ ਕਵਰ ਕਰਦੇ ਰਹਿੰਦੇ ਆ, ਪਰ ਤੁਸੀਂ ਮੇਰੇ ਨਾਲੋਂ ਵੱਡੇ ਹੋ। ਮੈਂ ਇਹੀ ਕਹਿਣਾ ਵੀ ਤੁਸੀਂ ਵੀ ਉਸ ਤਰ੍ਹਾਂ ਦੇ ਫਾਰਮਰਾਂ ਨੂੰ ਜ਼ਰੂਰ ਕਵਰ ਕਰੋ। ਸਾਡੀ ਕੋਸ਼ਿਸ਼ ਹੁੰਦੀ ਹੈ ਬਾਈ ਜੀ। ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਬਾਈ ਪ੍ਰਗਟ ਸੀ, ਜਾਣਕਾਰੀ ਅਸੀਂ ਸਾਰੀ ਦਿੱਤੀ ਹੈ। ਜਿਸ ਤਰ੍ਹਾਂ ਦੇ ਨਾਲ ਬਾਈ ਨੇ ਬੜੀ ਵਧੀਆ ਜਾਣਕਾਰੀ, ਬੜੀ ਵਧੀਆ ਗੱਲ ਕੀਤੀ ਆ। ਬਾਈ ਕਹਿੰਦਾ ਕਿ ਅਸੀਂ ਰੀਲਾਂ ਦੇਖਣ ਦੀ ਬਜਾਏ ਅਸੀਂ ਉਸ ਵੱਲ ਧਿਆਨ ਦਈਏ ਕਿ ਆਪਣੇ ਖੇਤ ਦੇ ਵਿੱਚੋਂ ਆਮਦਨ ਹੋਰ ਕਿਸ ਤਰ੍ਹਾਂ ਦੇ ਨਾਲ ਕੱਢਣੀ ਆ, ਇਹਦਾ ਡਾਟਾ ਜਿਹੜਾ ਇਕੱਠਾ ਕਰਨਾ ਆ ਉਹ ਕਿਸ ਤਰ੍ਹਾਂ ਦੇ ਨਾਲ ਕਰਨਾ। ਬਾਈ ਹੋਰਾਂ ਦੀ ਇੱਕ ਬੁੱਕ ਵੀ ਆਈ ਆ, ਨਰਮਾ। ਬਾਈ ਆਸਾਂ ਦੀ ਢੇਰੀ, ਕਿਸਾਨਾਂ ਦੇ ਆਸਾਂ ਦੀ ਢੇਰੀ, ਨਰਮਾ ਕਿਸਾਨ ਦੇ ਆਸਾਂ ਦੀ ਢੇਰੀ। ਸੋ ਉਹਦੇ ਵਿੱਚ ਵੀ ਪੂਰਨ ਰੂਪ ਦੇ ਵਿੱਚ, ਕਿਉਂਕਿ ਅਸੀਂ ਪਿਛਲੀ ਵਾਰ ਵੀ ਬਾਈ ਦੇ ਨਾਲ ਮੁਲਾਕਾਤ ਕਰਕੇ ਉਸ ਵੀਡੀਓ ਬਾਰੇ ਜਿਹੜਾ ਹੈਗਾ ਉਹ ਦੱਸਿਆ ਸੀ, ਉਸ ਬੁੱਕ ਬਾਰੇ ਜਿਹੜਾ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀ, ਤਾਂ ਤੁਸੀਂ ਉੱਥੋਂ ਵੀ ਜਾਣਕਾਰੀ ਜਿਹੜੀ ਹੈ ਇਕੱਤਰ ਕਰ ਸਕਦੇ ਹੋ। ਭਾਵ ਇਹ ਆ ਕਿ ਹੱਲ ਇਹ ਨਹੀਂ ਯਾਰ ਕਿ ਸਾਡੇ ਤਾਂ ਭਾਈ ਆ ਸੁੰਡੀ ਪੈ ਗਈ, ਆਹ ਪੈ ਗਿਆ, ਇੰਨੀਆਂ ਸਪਰੇਹਾਂ ਕਰਤੀਆਂ, ਵਾਹ ਦੋ। ਵਾਹੁਣਾ ਕੋਈ ਹੱਲ ਨਹੀਂ ਆ ਯਾਰ। ਨਰਮਾ ਵਾਹਤਾ ਜੀ, ਆਹ ਵਾਹਤਾ ਜੀ, ਸਭ ਕੁਝ ਵਾਹਤਾ, ਵਾਹੁਣਾ ਕੋਈ ਹੱਲ ਨਹੀਂ ਆ। ਉਹ ਵਾਹੁਣ ਦੇ ਨਾਲ ਸ਼ਾਇਦ ਇੱਕ ਜਿਹੜੀ ਫੰਦਾ ਆ ਉਹ ਤੁਹਾਡੇ ਗਲੇ ਵੱਲ ਆ ਰਿਹਾ ਆ। ਉਸ ਤੋਂ ਬਾਅਦ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਜਾਂਦਾ। ਕਿਉਂ? ਖਰਚਾ ਇੰਨਾ ਹੋ ਗਿਆ, ਕਰਜ਼ਾ ਇੰਨਾ ਜਿਹੜਾ ਹੈਗਾ ਉਹ ਚੁੱਕ ਹੋ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਦੌਰ ਸ਼ੁਰੂ ਹੋ ਜਾਂਦਾ। ਪਰ ਕਿਉਂ ਨਾ ਆਪਦੇ ਖੇਤ ਦੇ ਵਿੱਚ ਮਿਹਨਤ ਕੀਤੀ ਜਾਵੇ। ਜਿਵੇਂ ਪ੍ਰਗਟ ਬਾਈ ਨੇ ਕਿਹਾ, ਕਿਉਂ ਨਾ ਆਪਦੇ ਖੇਤ ਨੂੰ ਸਮਝਿਆ ਜਾਵੇ ਕਿ ਅਸਲ ਦੇ ਵਿੱਚ ਸਾਡੀ ਫਸਲ ਜਿਹੜੀ ਆ ਉਹ ਚਾਹੁੰਦੀ ਕੀ ਆ, ਸਾਡੀ ਫਸਲ ਕੀ ਚੀਜ਼ ਮੰਗ ਰਹੀ ਆ, ਕਿ ਜੋ ਰੇਹਾਂ ਸਪਰੇਹਾਂ ਅਸੀਂ ਕਰਦੇ ਹਾਂ ਮੰਗ ਰਹੀ ਆ, ਜਾਂ ਫਿਰ ਜੋ ਬੀਜ ਅਸੀਂ ਬੀਜਿਆ ਆ ਉਹ ਕੀ ਆ, ਉਸ ਬੀਜ ਦਾ ਪਿਛੋਕੜ ਕੀ ਆ, ਕਿੱਥੋਂ ਆਇਆ ਆ, ਕਿੰਨੀ ਕੁ ਗਰੰਟੀ ਆ ਕਿ ਇਹ ਬੀਜ ਬਾਈ ਸਾਨੂੰ ਇੰਨੀ ਫਸਲ ਜਿਹੜੀ ਉਹ ਦੇਵੇਗਾ। ਹੁਣ ਤੱਕ ਉਹ ਵੀਡੀਓ ਵੀ ਤੁਹਾਨੂੰ ਸਾਂਝੀਆਂ ਕੀਤੀਆਂ ਸੀ ਕਿ ਭਾਈ ਇਹਨੇ ਵਾਤੀ ਤਾਂ ਸਾਡੀ ਕੋਸ਼ਿਸ਼ ਸੀ ਤੇ ਸਾਡੀ ਕਿ ਬਾਈ ਉਹ ਕਿਸਾਨ ਨੂੰ ਵੀ ਤੁਹਾਡੇ ਰੂਬਰੂ ਕੀਤਾ ਜਾਵੇ, ਤੁਹਾਡੇ ਸਾਹਮਣੇ ਲਿਆਂਦਾ ਜਾਵੇ ਕਿ ਜਿਹੜੇ ਕਿਸਾਨ ਨੇ ਮਿਹਨਤ ਕੀਤੀ ਆ ਨਰਮੇ ਦੇ ਉੱਪਰ, ਤੇ ਅੱਜ ਨਰਮਾ ਜਿਹੜਾ ਉਸਨੂੰ ਆਮਦਨ ਦੇਣ ਯੋਗ ਜਿਹੜਾ ਹੈਗਾ ਉਹ ਹੋਇਆ ਆ। ਪ੍ਰਗਟ ਬਾਈ ਮੇਰੇ ਨਾਲ ਸੀ, ਪ੍ਰਗਟ ਬਾਈ ਦੇ ਨਾਲ ਮੁਲਾਕਾਤ ਕੀਤੀ ਆ। ਪ੍ਰਗਟ ਬਾਈ ਦੇ ਨਾਲ ਤੁਸੀਂ ਪ੍ਰਗਟ ਬਾਈ ਹੋਰਾਂ ਦਾ ਜਿਹੜਾ ਹੈਗਾ YouTube ਚੈਨਲ ਆ, ਫੇਸਬੁੱਕ ਪੇਜ ਆ, ਉਸ ਦੇ ਉੱਪਰ ਵੀ ਰਾਬਤਾ ਕਰ ਸਕਦੇ ਹੋ। ਬਾਈ ਹੋਰਾਂ ਦੀ ਕਿਤਾਬ ਵੀ ਆ, ਨਰਮਾ ਕਿਸਾਨ ਦੇ ਆਸਾਂ ਦੀ ਢੇਰੀ, ਉਸ ਦੇ ਜ਼ਰੀਏ ਵੀ ਤੁਸੀਂ ਜਾਣਕਾਰੀ ਜਿਹੜੀ ਆ ਉਹ ਇਕੱਤਰ ਕਰ ਸਕਦੇ ਹੋ। ਹੋਰ ਕਿਸੇ ਜਾਣਕਾਰੀ ਦੇ ਲਈ ਤੁਸੀਂ RMB ਟੈਲੀਵਿਜ਼ਨ ਨੂੰ ਜਿਹੜਾ ਕਾਲ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।